ਤੰਦੂਰ ਤੇ ਰੋਟੀਆਂ ਲਵਾਉਣ ਵਾਸਤੇ ਨਾ, ਛੋਟੇ ਸਾਂ 10-10 ਸਾਲ ਦਾ ਬੱਚਾ, 12 ਸਾਲ ਦਾ ਬੱਚਾ, ਤੇ ਉਹ ਜਾਂਦਾ ਤੰਦੂਰ ਤੇ ਰੋਟੀਆਂ ਲਵਾਉਣ। ਨਾਬਾਲਗ ਬੱਚਾ ਹੈ, ਉੱਥੇ ਔਰਤਾਂ ਬੈਠੀਆਂ ਨੇ ਸਾਰੀਆਂ, ਲੇਕਿਨ ਇੱਕ ਘਰ ਹੈ ਜਿੱਥੋਂ ਬੱਚਾ ਜਾਂਦਾ ਲੈ ਕੇ ਉਹ ਆਟਾ, ਤੇ ਉਹ ਕਹਿੰਦਾ ਰੋਟੀਆਂ ਮਾਸੀ ਲਾ ਦੇ। ਹੁਣ ਉਹ ਜਨਾਨੀਆਂ ਉੱਥੇ ਜਿਹੜੀਆਂ ਬੈਠੀਆਂ ਨੇ ਉਹ ਗੱਲਾਂ ਇੰਜ ਦੀਆਂ ਕਰਦੀਆਂ ਪਈਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੀਆਂ ਇਹ ਪਿਛਲੇ ਅੱਧੇ ਘੰਟੇ ਤੋਂ ਕਰ ਰਹੇ ਸਨ। ਤੇ ਜਿਸ ਵੇਲੇ ਸਾਰੇ ਲੋਸ਼ੇ ਲੂਸ਼ੇ ਲੈ ਕੇ ਸਾਰੀ ਗੰਦੀ ਮੰਦੀ ਗੱਲ ਕਰ ਕੁਰ ਕੇ, ਤੇ ਪਤਾ ਅਖੀਰ ਤੇ ਆਖਣਾ ਇਹ ਯਾ ਕਰੋ ਨਹੀਂ ਕੋਲੇ ਮੁੰਡਾ ਖਲੋਤੇ ਅਜੇ ਇਹ ਉਹ ਕੰਮ। ਇੱਕ ਘੰਟਾ ਹੋ ਗਿਆ ਇਹਨਾਂ ਨੂੰ ਗੱਲ ਕਰਦਿਆਂ ਕਰਕੇ, ਤੇ ਹੁਣ ਪਿਆ ਨੇ ਛੱਡੋ ਪਰਾਂ, ਦਫਾ ਕਰੋ, ਡਿਸਕਸ ਨਾ ਕਰੋ ਜੀ। ਜੱਟਾ ਸਹੀ ਖੜਾਕ ਕੀਤਾ ਜੀ, ਜੱਟ ਦਾ ਖੜਾਕ, ਚੱਸ ਆ ਗਈ ਜੱਟ ਦਾ ਖੜਾਕ ਸੁਣ ਕੇ। आमिर भाई राती वो 2-3 फिल्म तक के ना फजर नहीं अजान नहीं आवाज आनी कहने अस्तगफिरुल्लाह उठो वुजू जी सारी रात गल्लां कर के सवेरे आके छुट्टो कि चलो तबसरे वास्ते भी कोई चीज होनी चाहिए। गल ये है कि अपना मिर्जाई दे फिर मिर्जाई होने नाल के फर्क पै जासी है जी। ਅਸਲ ਮੁਰਤਜ਼ਾ ਭਾਈ ਇਹ ਤਾਂ ਹੁਣ ਇੱਕ ਟ੍ਰੈਂਡ ਬਣ ਗਿਆ ਵਾ ਕਿ ਕੋਈ ਵੀ ਮੁਸਲਮਾਨਾਂ ਦੇ ਖਿਲਾਫ ਕੰਟਰੋਵਰਸ਼ਲ ਗੱਲ ਕਰ ਦੋ ਨਾ ਤਾਂ ਮੁਸਲਮਾਨਾਂ ਦਾ ਉਹਨਾਂ ਨੂੰ ਪਤਾ ਨਹੀਂ ਚੁੱਕ ਲੈਣਾ ਵਾ ਸਿੰਘਾਂ ਤੇ। ਜਦੋਂ ਸਿੰਘਾਂ ਤੇ ਚੁੱਕ ਲੈਣਾ ਤੇ ਆਪੇ ਮਸ਼ਹੂਰ ਹੋ ਜਾਣਾ ਬੰਦਾ। ਉਹ ਮਿਰਜ਼ਾਈ ਕੌਣ ਹੈ ਪਤਾ ਨਹੀਂ, ਉਹ ਕੀ ਸ਼ਾਇਰ ਮਿਰਜ਼ਾਈ ਨੇ ਮਿਰਜ਼ਾਈਅਤ ਤੇ ਵਿਸ਼ ਤਜਦੀਦ ਈਮਾਨ ਕੀਤਾ ਆਪਣਾ। ਮਿਰਜ਼ਾ ਗੁਲਾਮ ਖਾਨ ਕੀ ਕੀਤਾ ਹੈ ਇੱਥੇ? ਕੋਈ ਇੱਕ ਬਿਮਾਰੀ ਥੋੜੀ ਹੈ ਮੁਰਤਜ਼ਾ ਭਾਈ। ਅੱਛਾ ਨਹੀਂ, ਇਹ ਜਿਹੜਾ ਆਪਣਾ ਹੱਕ ਸਾਹਿਬ ਸੀ, ਹੱਕ ਸਾਹਿਬ ਇਹ ਮਤਲਬ ਹੈ ਉਹ ਕਹਿ ਰਹੇ ਨੇ ਖੱਲੀ ਵੱਲੀ ਕਰਾਓ, ਖੱਲੀ ਵੱਲੀ ਜੀ ਜੇ ਝਟ ਕੇ ਫਿਰ ਲੋਸ਼ੇ ਲੈਣਗੇ, ਫਿਰ ਆਖਣਗੇ ਯਾ ਕਰੋ ਨਹੀਂ ਮੁੰਡਾ ਜੇ ਕੋਲੇ ਖਲੋਤੇ ਆ। ਇਹ ਬਿਲਾਲ ਨੇ ਗੱਲ ਸਹੀ ਕੀਤੀ ਹੈ ਕਿ ਇਹ ਮੁਸਲਮਾਨਾਂ ਦੇ ਖਿਲਾਫ ਕਰੋ ਤੇ ਕਾਦੀਆਨੀ ਉਹਨੂੰ ਚੁੱਕਦੇ ਨੇ, ਉਹਨੂੰ ਮਸ਼ਹੂਰ ਕਰਦੇ ਨੇ। ਅੱਛਾ ਵੈਸੇ ਨਾ ਉਹਨਾਂ ਦੀ ਬਰਾੜ ਤੇ ਬਹਿ ਕੇ ਕਾਦੀਆਨੀਆਂ ਨਾਲ ਮੁਨਾਜ਼ਰੇ ਤੈਅ ਕਰਨ ਨਾਲ ਵੀ ਅਗਲੇ ਮਸ਼ਹੂਰ ਹੁੰਦੇ। ਇਹ ਵੀ ਗੱਲ ਹੈ ਬਿਲਾਲ ਸਾਹਿਬ। ਮੈਂ ਕਿਹੜੇ ਕਾਦੀਆਨੀ ਦੀ ਬਰਾੜ ਤੇ ਬਹਿ ਕੇ ਮੁਨਾਜ਼ਰਾ ਤੈਅ ਕੀਤਾ? ਮੈਨੂੰ ਜ਼ਰਾ ਰਿਕਾਰਡਿੰਗ ਦੇ ਦੋਗੇ? ਪਿਛਲੀ ਗੱਲ ਦੀ ਬਰਾੜ ਤੇ ਨਹੀਂ। ਇੱਕ ਮਿੰਟ ਜਰਾ ਲਾਮਾ ਸਾਹਿਬ, ਇੱਕ ਮਿੰਟ ਜਰਾ ਮੌਕਾ ਦਿਆ ਜੀ। ਕਾਦੀਆਨੀਆਂ ਦੀ ਬਰਾੜ ਤੇ ਨਹੀਂ, ਫੈਜ਼ਾਨ ਹੋ ਗਿਆ ਜਿਹਦੀ ਗੱਲ ਕਰ ਰਹੇ ਟਵਾਨਾ, ਉਹਨਾਂ ਦੀ ਕਾਦੀਆਨੀ ਹੈ। ਉਹ ਕਾਦੀਆਨੀਆਂ ਦੀ ਬਰਾੜ ਤੇ ਨਹੀਂ। ਲਾਮਾ ਸਾਹਿਬ ਕੋਲੋਂ ਦਵਾ ਛੱਡੋ ਪਿਓ। ਉਹ ਯਾਰ ਇੱਕ ਮਿੰਟ ਬਕਰ ਮੀਰ ਭਾਈ, ਮੈਂ ਨਾ ਡਰਾਮੇਬਾਜ਼ੀ ਵਾਵਾ ਦਿਨਾਂ ਦੀ। ਉਹ ਯਾਰ ਇੱਕ ਮਿੰਟ ਰੁਕ ਜਾਓ, ਯਾਰ ਰੁਕ ਜਾਓ ਇੱਕ ਮਿੰਟ। ਮੈਂ ਕਹਿੰਦਾ ਇੱਕ ਮਿੰਟ ਰੁਕ ਜਾਓ। ਇਹ ਮੈਂ ਵਾਵਾ ਦਿਨਾਂ ਤੋਂ ਸੁਣ ਰਿਹਾ, ਮੈਂ ਇਹਨੂੰ ਬੜਾ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਵਾਵਾ ਦਿਨਾਂ ਤੋਂ। ਮੈਨੂੰ ਇਹ ਬਹਾਨੇ ਦੇ ਨਾਲ ਨਾ, ਤਾਨੇ ਦੇ ਨਾਲ ਜਾਂ ਤੰਜ਼ ਦੇ ਨਾਲ ਆਪਣੀਆਂ ਛੱਤਾਂ ਤੇ ਗੱਲ ਕਰ ਲੈ, ਮੈਂ ਸੁਣ ਰਿਹਾ ਮੈਂ ਇਸ ਚੀਜ਼ ਨੂੰ। ਲੇਕਿਨ ਅੱਲਾ ਦਾ ਹੁਕਮ ਐਸਾ ਹੈ ਕਿ ਸਾਡੀ ਉਮਤ ਐਸੀ ਹੈ ਕਿ ਕੋਈ ਸ਼ੈ ਬਗੈਰ ਤਹਿਕੀਕ ਤੋਂ ਬੰਦੇ ਤੇ ਠੱਪ ਦਿੰਦੀ। ਇਹੋ ਜਿਹੜੀ ਗੱਲ ਉਸਮਾਨ ਭਾਈ ਨੇ ਕੀਤੀ ਨਾ, ਇਹਨਾਂ ਨੇ ਪਹਿਲੇ ਨਹੀਂ ਕੀਤੀ, ਇਹਨਾਂ ਤੋਂ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ। ਇਹ ਭਾਈ ਨੇ, ਮੈਨੂੰ ਕੋਈ ਦੁੱਖ ਨਹੀਂ ਹੈ। ਲੇਕਿਨ ਕਿਸੇ ਇਨਸਾਨ ਨੂੰ ਅਸਲ ਗੱਲ ਦਾ ਨਾ ਪਤਾ, ਨਾ ਸੁਰ, ਨਾ ਪਤਾ ਮੈਂ ਕਿੱਥੇ ਬੈਠਾ ਸੀ, ਨਾ ਪਤਾ ਮੈਂ ਕੀ ਗੱਲ ਕੀਤੀ। ਕਿਸੇ ਨੂੰ ਇਹ ਵੀ ਨਹੀਂ ਪਤਾ। ਇਹ ਨਹੀਂ ਸਾਨੂੰ ਪਤਾ ਕੀ ਗੱਲ ਕੀਤੀ ਹੈ, ਸਾਨੂੰ ਇੰਨਾ ਪਤਾ ਉੱਥੇ ਬਹਿ ਕੇ ਮੁਨਾਜ਼ਰੇ ਤੈਅ ਕਰਨੇ। ਫੈਜ਼ਾਨ ਸਾਹਿਬ, ਟਵਾਨਾ ਸਾਹਿਬ, ਉਸਮਾਨ ਭਾਈ ਸੁਣ ਲਓ। ਅਗਰ ਮੁਨਾਜ਼ਰੇ ਦਾ ਲਫ਼ਜ਼ ਮੇਰੇ ਮੂੰਹ ਚੋਂ ਤੁਸੀਂ ਵਿਖਾ ਦਿਓ ਦੋ ਚੀਜ਼ਾਂ, ਇੱਕ ਹੈ ਕਿ ਮੈਨੂੰ ਕਿਸੇ ਕਾਦਰੀ ਨਾਲ ਮੇਰੀ ਗੱਲ ਕਰਾ ਦਿਓ ਜਾਂ ਮੁਨਾਜ਼ਰਾ ਕਰਵਾ ਦਿਓ। ਮੈਂ ਮੂੰਹ ਮੰਗਾ ਨਾਮ 1000 ਯੂਰੋ ਉਸ ਬੰਦੇ ਨੂੰ ਦਵਾਂਗਾ। ਮੂੰਹ ਮੰਗਾ ਨਾਮ ਜਿਹੜਾ ਬੰਦਾ ਸਾਬਤ ਕਰ ਦਿਓ। ਰਿਕਾਰਡਿੰਗ ਮੈਂ ਤੁਹਾਨੂੰ ਦੇ ਦੂੰਗਾ, ਕਰ ਲਓ। ਅੱਛਾ ਚਲੋ ਕੋਈ ਲਫ਼ਜ਼ ਇਸ ਤਰ੍ਹਾਂ ਦਾ ਸਾਬਤ ਕਰ ਦੋ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਜਾਂ ਮੈਂ ਕਰਨੀ ਹੈ। ਕੋਈ ਲਫ਼ਜ਼ ਕਰ ਦੋ। ਕਿਉਂ ਏਦਾਂ ਦਾ ਕੰਮ ਕਰਦੇ ਹੋ? ਨਾ ਕਰਿਆ ਕਰੋ। ਹਾਂਜੀ ਨਹੀਂ ਛੱਡੋ, ਅੱਛੀ ਗੱਲ ਨੂੰ ਛੱਡੋ। ਨਾ ਤਾਂ ਮੈਂ ਕਿਸੇ ਇਨਸਾਨ ਨਾਲ ਗੱਲ ਕਰਨ ਦੀ ਹਵਸ ਹਿਰਸ ਦਿਖਾਈ ਏ, ਨਾ ਮੈਂ ਕਿਸੇ ਨੂੰ ਦਾਵਤ ਦਿੱਤੀ ਏ, ਨਾ ਮੈਂ ਕਿਸੇ ਨੂੰ ਆਖਿਆ ਮੇਰਾ ਮੁਨਾਜ਼ਰਾ ਤੈਅ ਕਰਾਓ, ਨਾ ਮੈਂ ਕਿਸੇ ਨੂੰ ਆਖਿਆ ਕਿ ਮੇਰੇ ਕੋਲ ਅਗਰ ਕੋਈ ਬੰਦਾ ਤੁਰ ਕੇ ਹੁਣ ਕੋਈ ਮਰੋਟਾ ਉੱਤੇ ਆ ਜਾਵੇ ਕੀ ਕਰੋਗੇ? ਤੁਹਾਡਾ ਕੀ ਰਿਐਕਸ਼ਨ ਹੋਏਗਾ? ਥੱਲੇ ਲਾ ਦਿਓਗੇ ਨਾ ਜਾਂ ਉਹਦਾ ਗੱਲ ਕਰੋਗੇ? ਦੋ ਹੀ ਤਰੀਕੇ ਨੇ। ਤੇ ਜ਼ਿਆਦਾਤਰ ਅਸੀਂ ਪਸੰਦ ਕਰਦੇ ਕਿ ਅਸੀਂ ਕਿਸੇ ਕਾਦਰੀ ਨਾਲ ਗੱਲ ਕਰ। ਇੱਕ ਬੰਦਾ ਮੇਰੇ ਕੋਲ ਖੁਦ ਤੁਰ ਕੇ ਆ ਰਿਹਾ ਹੈ, ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦਾ, ਠੀਕ ਆ ਭਾਈ ਕਰ ਲੈ। ਅਗਰ ਮੈਂ ਕਿਸੇ ਨੂੰ ਕਿਹਾ ਹੋਵੇ ਕਿ ਮਤਲਬ ਅੱਛਾ ਗੱਲ ਫਿਰ ਵੀ ਕੋਈ ਡਿਬੇਟ ਦੀ ਨਹੀਂ ਹੋਈ,
ਕੋਈ ਮਨਾਜ਼ਰੇ ਦੇ ਲਫ਼ਜ਼ ਵੀ ਇਸਤੇਮਾਲ ਨਹੀਂ ਹੋਇਆ, ਬਲਕਿ ਮੈਂ ਇੱਥੇ ਕਿਹਾ ਮੈਂ ਮਨਾਜ਼ਰੇ ਨੂੰ ਪਸੰਦ ਹੀ ਨਹੀਂ ਕਰਦਾ। ਹਾਂ, ਗੱਲ ਕਰਦੇ ਕਰਦੇ ਕੋਈ ਇੱਕ ਦੋ ਹਾਂ। ਬੰਦੇ ਦਾ ਰਿਦਮ ਬਣ ਜਾਵੇ ਤੇ ਉਹ ਹੋ ਜਾਵੇ ਤੇ ਪੇਸ਼ ਹੋ ਜਾਵੇ। ਗੋਈਆਂ ਤੇ ਪਤਾ ਨਹੀਂ ਪੇਸ਼ ਗੋਈਆਂ ਤੇ ਕਰਨੀ ਸੀ ਗੱਲ, ਨਹੀਂ ਤੇ ਫਿਰ ਰਾਜਾ ਕੋਈ ਤਾਲ ਮਨਾਜ਼ਰਾ ਮਨਾਨ ਆ ਇੱਥੇ ਵੀ ਗਿਆ। ਤੁਸੀਂ ਰਿਕਾਰਡਿੰਗ ਸੁਣੀ ਹੈ ਉਸਮਾਨ ਭਾਈ ਵੈਸੇ ਰਾਜਾ ਤਾਲ ਮਨਾਨ ਆ ਗਿਆ, ਇਹਨਾਂ ਨੇ ਮੈਨੂੰ ਜਿੰਨਾ ਪਤਾ ਹੈ ਉਹ ਇਹਨਾਂ ਰਾਜਾ ਹਾਂ ਤਾਲ ਸਹੀ ਮਨਾਨ ਆ ਮਸਲਾ ਹੈ ਗਿਆ। ਨਾ। ਕੁਰਾਨ ਕਹਿੰਦਾ ਇਹ ਹੈ ਕਿ ਰਿਕਾਰਡਿੰਗ ਕਿਸੇ ਤੇ ਪਈ ਇਨਸਾਨ ਦੇ ਹੈ। ਉਹ ਯਾਰ ਇੱਕ ਮਿੰਟ ਬੱਕਰ ਭਾਈ ਤੁਸੀਂ ਦੇਖੋ ਇਹਦਾ ਕੋਈ ਨਹੀਂ ਇਸੇ ਦੇ ਮੁਨਾਜ਼ਰ ਦੋਵੇਂ ਨਹੀਂ ਹੈ। ਲੋ ਯਾਰ ਕੋਈ ਕੁਰਾਨ ਕਹਿੰਦਾ ਹੈ ਕਿਸੇ ਇਨਸਾਨ ਦੇ ਝੂਠਾ ਹੋਣ ਵਾਸਤੇ ਇੰਨਾ ਹੀ ਕਾਫੀ ਹੈ ਕਿ ਹਰ ਸੁਣੀ ਸੁਣਾਈ ਗੱਲ ਨੂੰ ਅੱਗੇ ਕਰੋ। ਤੁਹਾਡੇ ਕੋਲ ਇਹ ਗੱਲ ਪਹੁੰਚੀ ਹੈ ਕਿਤੋਂ? ਉਹ ਜਿਹਦੇ ਕੋਲ ਹਾਂ, ਪਹੁੰਚੀ ਹੈ ਨਾ, ਮੇਰੇ ਕੋਲ ਰਿਕਾਰਡਿੰਗ ਹੈ। ਕਿਤੋਂ ਪਹੁੰਚੀ ਹੈ? ਕਿਸੇ ਨੇ ਅਸਲ ਗੱਲ ਸੁਣੀ ਨਾ ਵੇਖੀ, ਤੌਫੀਕ ਨਹੀਂ ਨਾ ਸਾਨੂੰ ਹੈ ਕਿ ਅਸੀਂ ਅਸਲ ਗੱਲ ਨਹੀਂ, ਵੇਖੀਏ। ਰਿਕਾਰਡਿੰਗ ਮੈਂ ਹੈ, ਤਾਂ ਗੱਲ ਨੂੰ ਸਾਰਿਆਂ ਕਾਫੀ ਕੋਲ ਦਿਨਾਂ ਤੋਂ ਰਿਕਾਰਡਿੰਗ ਹੈ ਯਾਰ। ਮੈਂ ਕਾਫੀ ਦਿਨਾਂ ਤੋਂ ਇਸ ਗੱਲ ਨੂੰ ਡਾਈਜੈਸਟ ਕਰ ਰਿਹਾ ਵਾਂ। ਬਜ਼ੁਰਗਾਂ ਨੇ ਵੀ ਸ਼ਾਇਦ ਇੱਕ ਦਿਨ ਇਸ਼ਾਰਾ ਨਾਲ ਗੱਲ ਕੀਤੀ ਹੈ। ਬਾਬਾ ਜੀ ਮੌਜੂਦ ਅੱਛਾ ਹੋ। ਅੱਛਾ, ਅਮਰ ਭਾਈ ਵੀ ਕਹਿਣ ਲੱਗੇ ਸੀ ਕਿ ਸਾਡੇ ਮੁਸਲਮਾਨ ਨਾ ਇੰਨੇ ਲਿਪ ਜਾਂਦੇ ਨੇ ਨਾ, ਇੰਨੇ ਕਿੱਥੇ ਜਾ ਕੇ ਲਿਪ ਜਾਂਦੇ ਨੇ, ਤੇ ਫਿਰ ਇਹ ਗੱਲ ਗਲਤ ਹੋ ਜਾਂਦੀ ਹੈ ਮੇਰਾ ਉੱਥੇ। ਕੋਈ ਲਫ਼ਜ਼ ਉਹ ਅਗਲਾ ਵੀ ਉੱਥੇ ਕਹਿਣ ਲੱਗਿਆ ਸੀ ਕਿ ਸਾਡੇ ਖਲੀਫੇ ਨੂੰ ਕੁਝ ਨਹੀਂ ਕਹਿਣਾ। ਇੱਧਰ ਆ ਜਾਓ, ਹੁਣ ਇੱਧਰ ਆ ਜਾਓ ਤੁਸੀਂ ਇੱਧਰ। ਮੇਰਾ ਕੋਈ ਲਫ਼ਜ਼ ਵਿਖਾਓ ਜਿੱਥੇ ਮੈਂ ਲਿਖਿਆ ਹਾਂ, ਦਿਖਾਓ। ਯਾਰ ਉਹ ਲਫ਼ਜ਼ ਥੋੜੀ ਹੁੰਦੇ ਨੇ ਕਿ ਮੈਂ ਲਿਖ ਗਿਆ। ਚਲੋ ਕੋਈ ਹਰਕਤ ਦਿਖਾ ਦਿਓ, ਕੋਈ ਇਸ਼ਾਰਾ ਦਿਖਾ ਦਿਓ। ਹੁਣ ਉਹਨੇ ਕਿਹਾ ਜੀ ਵੀ ਮੈਂ ਤੁਸੀਂ ਆਇੰਦਾ ਸੁਣ ਲਓ। ਆਇੰਦਾ ਉਹਨੇ ਕੇ ਕਿਹਾ ਬਾਅਦ ਤੁਸੀਂ ਮੈਂ ऐसा नहीं ਸਾਹਿਬ ਨੂੰ ਬੁਰਾ ਭਲਾ ਨਹੀਂ ਕਹਿਣਾ। ਮਿਲਦਾ ਤੇ ਆਪਸ ਵਿੱਚ ਹੀ ਲੱਗ ਪੈਂਦੇ ਨੇ, ਨਾ ਕਰੋ ਯਾਰ ਨਹੀਂ ਲੜਦੇ ਪਏ, ਸਾਨੂੰ ਭਾਈ, ਗੱਲ ਤੇ ਕਰਨ ਦੇ। ਮੁਰਸਾ ਭਾਈ ਇਹਨਾਂ ਨੂੰ ਸਮਝਾ ਰਿਹਾ, ਅਮਰ ਭਾਈ ਨੇ ਵੀ ਸਮਝਾਇਆ ਕਿ ਅਗਰ ਉਹ ਮੇਰੇ ਨਾਲ ਗੱਲ ਕਰ ਰਿਹਾ ਵਾ ਤੇ ਮੁਨਾਜ਼ਰਾ ਕਰਨਾ ਹੈ ਤੇ ਬਰਾਬਰੀ ਦੀ ਸਤਹ ਤੇ ਕਰੋ। ਯਾਰ ਉਸਮਾਨ ਕਿਹੜਾ ਭਾਈ, ਤੁਸੀਂ ਮਨਾਜ਼ਰਾ? ਅੱਗੇ ਕਿਹੜਾ ਮਨਾਜ਼ਰਾ? ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਨਾ, ਤੁਸੀਂ ਉਹ ਬੜੀ ਖੂਬਸੂਰਤ ਗੱਲ ਕੀਤੀ ਹੈ। ਇਹ ਤੁਸੀਂ ਗੱਲ ਸਹੀ ਨਹੀਂ ਪੇ ਕਰਦੇ। ਜਿਹੜੀ ਤੁਸੀਂ ਅੱਗੇ ਗੱਲ ਕੀਤੀ ਉਹੋ ਹੀ ਦੁਬਾਰਾ ਕਰੋ ਵੀ ਕਿਸੇ ਨੂੰ ਨਾ ਰੋਕਿਆ ਜਾ ਸਕਦਾ ਹੈ, ਲੇਕਿਨ ਇਹ ਇੱਕ ਐਸਾ ਫਿਲਟਰਿੰਗ ਸਿਸਟਮ ਲੱਗੇ ਹੈ। ਮਿਊਟ ਕਰਿਆ ਜਦੋਂ ਮਿਊਜ਼ਿਕ ਦੀ ਆਵਾਜ਼ ਬੰਦ ਹੋਵੇ ਤਾਂ ਮੈਂ ਵੀ ਕੋਈ ਦੋ ਚਾਰ ਫਿਕਰੇ ਬੋਲ ਲਵਾਂ ਜੇ ਇਜਾਜ਼ਤ ਦਿਓ ਤੇ ਜੇ ਜਾਰੀ ਰੱਖਣੀ ਹੋਵੇ ਤੁਸੀਂ ਤਾਂ ਜਾਰੀ ਰੱਖੋ, ਮੈਂ ਮਿਊਟ ਕਰ ਲੈਣਾ, ਕੋਈ ਐਸਾ ਮਸਲਾ ਨਹੀਂ ਹੈ। ਨਹੀਂ ਅੱਗੇ ਅਮਰ ਤੁਸੀਂ ਭਾਈ ਕੋਈ ਨਸੀਹਤ ਕਰੋ, ਗੱਲ ਮੁਖਤਸਰ ਕਰੇ। ਅੱਗੇ ਉਸਮਾਨ ਭਾਈ ਨੇ ਸਾਰਿਆਂ ਨਾਲੋਂ ਸੋਹਣੀ ਗੱਲ ਕੀਤੀ ਹੈ, ਜਿਹੜੀ ਤੁਸੀਂ ਬੰਦੇ ਦੇ ਬਾਰੇ ਬਾਰ-ਬਾਰ ਉਹਦਾ ਨਾਂ ਲੈ ਲੈ ਕੇ ਤੈਨੂੰ ਲੱਗੇ ਉਹਨੂੰ ਮਸ਼ਹੂਰ ਕਰਨ। ਉਸ ਬੰਦੇ ਦੇ ਬਾਰੇ ਸਭ ਨਾਲੋਂ ਤੁਹਾਡੇ 'ਚ ਮਾਕੂਲ ਗੱਲ ਉਸਮਾਨ ਭਾਈ ਤੇ ਕਰਦੇ ਸੀ। ਹੁਣ ਉਹਨਾਂ ਨੇ ਥੋੜੀ ਜਿਹੀ ਗਲਤ ਗੱਲ ਕੀਤੀ ਹੈ ਤੇ ਹੁਣ ਵੀ ਮੈਂ ਕਹਿੰਦਾ ਤੁਸੀਂ ਉਹੋ ਹੀ ਗੱਲ ਕਰੋ ਜਿਹੜੀ ਪਹਿਲੇ ਤੁਸੀਂ ਕਰਦੇ ਸੀ। ਜਿਹੜਾ ਢਿੱਲੀ ਕਰੇਗਾ, ਜਿਹੜਾ ਹਿਰਸ ਕਰੇਗਾ, ਜਿਹੜਾ ਉੱਥੇ ਉਹ ਲੇਸਲਾ ਤੇ ਲੇਸਾਂ ਪੜ੍ਹਦੇ ਹੋਣ ਦੇ ਤੇ ਉਹ ਲੈ ਕੇ ਬੈਠੇ ਹੋਵੇਗਾ ਕਿਸੇ ਤਕੀਏ ਨੂੰ ਕਿ ਮੈਂ ਹੁਣੇ ਕਿਰੇ ਤਬਲੀਗ ਕਰਨੀ ਹੈ ਤੇ ਮੈਨੂੰ ਇੱਕ ਵਾਰੀ ਟਾਈਮ ਆ ਲੈਣ ਦੇ ਤੇ ਮੈਂ ਇਹਨੂੰ ਇੱਕ ਦੋ ਵਾਰੀ ਕਰ ਲੈਣ ਦੱਸੋ, 4-5 ਵਾਰੀ ਕਰ ਲੈਣ ਦੱਸੋ, 10 ਵਾਰੀ ਕਰ ਲੈਣ। ਇਨ ਦਾ ਐਂਡ ਜਦੋਂ ਤੁਸੀਂ ਨਫ਼ਰਤ ਔਰ ਬੇਜ਼ਾਰੀ ਦਾ ਇਜ਼ਹਾਰ ਕਰੋਗੇ ਨਾ, ਆਟੋਮੈਟਿਕ ਮੁਸਲਮਾਨ ਸਾਰੇ ਉਸ ਬੰਦੇ ਤੋਂ ਵੀ ਉਹਦੇ ਇਸ ਰਵੱਈਏ ਤੋਂ ਵੀ ਨਫ਼ਰਤ ਔਰ ਬੇਜ਼ਾਰੀ ਦਾ ਰਾਮਾ ਇਜ਼ਹਾਰ ਸਾਹਿਬ ਇਹ ਕਰਨਗੇ। ਕੋਈ ਅੱਛੀ ਗੱਲ ਤੇ ਹੈ ਨਹੀਂ ਆ। ਇਹ ਜੋ ਤੁਸੀਂ ਗੱਲ ਕਰ ਰਹੇ ਕੋਈ ਗੱਲ ਬਣਦੀ ਹੈ ਤੁਹਾਡੀ ਕਰਨੀ? ਤੁਸੀਂ ਉਹਦਾ ਗਲਤ ਕਿਉਂ ਨਹੀਂ ਗੱਲ ਕਰਦੇ? ਨਹੀਂ ਮੈਂ ਤੁਹਾਡੀ ਤੇ ਇੱਕ ਗੱਲ ਮਿੰਟ, ਨਹੀਂ ਕਰ ਰਿਹਾ, ਮੈਂ ਤੁਹਾਡੀ ਮੇਰੀ ਤੇ ਕਰ ਗੱਲ ਰਹੇ ਨਹੀਂ ਕਰ ਰਿਹਾ, ਮੈਂ ਤੇ ਤੁਸੀਂ ਵੀ ਮੇਰੀ ਕਰ ਰਹੇ ਹੋ। ਉਹ ਭਾਈ ਨਹੀਂ ਮੈਂ ਤੁਹਾਡੀ ਕਰ ਰਿਹਾ, ਉਹ ਨਹੀਂ ਤੁਹਾਡੀ ਕਰ ਰਿਹਾ, ਉਹ ਮੈਂ ਅੱਲਾ ਦੀ ਕਸਮ ਆ ਲੈ ਸਲਾਮ ਸਾਡੇ ਸਾਹਿਬ ਦੀ ਬਰਾਦਰ ਨਹੀਂ ਪੜਿਆ ਜਾਂਦਾ। ਔਰ ਨਹੀਂ ਜਨਰਲ ਗੱਲ ਕਰ ਰਹੇ ਨੇ ਅਮਰ। ਜਿਹੜਾ ਬੰਦਾ ਜਨਰਲ ਯਾਰ ਸਲਾਤ ਜਿਹੜਾ ਬੰਦਾ ਜਦੋਂ ਸਲਾਤ ਤੋਂ ਸਲਾਮ ਤੋਂ ਜਿਹੜੀਆਂ- ਪੜਨਾ ਭਾਵੇਂ ਸਾਡੇ ਦੀ ਬਰਾਤ ਤੇ ਪੜਿਆ ਜਾਵੇ, ਭਾਵੇਂ ਕਿਸੇ ਦੀ ਬਰਾਤ ਤੇ ਪੜਿਆ ਜਾਵੇ, ਲਫ਼ਜ਼ ਤੇ ਇੱਕ ਹੀ ਆ। ਜਾਂ ਤੇ ਫਿਰ ਜਣੇ ਬਣੋ ਸਾਰੇ ਜਾਣੇ ਤੇ ਫਿਰ ਕਹੋ ਵੀ ਨਹੀਂ ਕਿਸੇ ਨੇ ਗੱਲ ਕਰੀ ਜਿਹੜਾ ਲੈ ਸਲਾਤ ਦੇ ਇਸਲਾਮ ਪੜੇ। ਨਹੀਂ ਬਲਾਲ ਭਾਈ ਨੇ ਨਾ ਜੇ ਗੱਲ ਸਾਡੀ ਬਰਾੜ ਤੇ ਹੁਣ ਨਾ ਮੇਰੀ ਗੱਲ ਸੁਣੋ, ਸਾਡੀ ਬਰਾੜ ਤੇ ਜਿਸ ਵੇਲੇ ਕਿਸੇ ਪੜਿਆ ਸਾਨੂੰ ਠਕੋਰਿਓ ਤੇ ਆਖਿਓ ਵੀ ਇਹ ਤੁਹਾਡੀ ਬਰਾੜ ਦੇ ਉੱਤੇ ਪੜਨ ਲੱਗੇ ਨੇ। ਅਸੀਂ ਤੇ ਤਕਰੀਬਨ ਇਸ ਗੱਲ ਨੂੰ 3 ਮਹੀਨੇ ਤੋਂ ਜ਼ਿਆਦਾ ਜੇ ਅਸੀਂ ਮੁਸਲਮਾਨ ਨੇ ਗੱਲ ਕਰਨੀ ਨਾ ਫਿਰ ਕਿਸੇ ਬਰਾਤ ਤੇ ਵੀ ਮੁਸਲਮਾਨ ਗੱਲ ਨਾ ਕਰੇ ਐਸੇ ਬੰਦੇ ਨਾਲ ਜਿਹੜਾ ਸਲਾਤ ਬਈ ਇਹ ਕੋਈ ਇਖਤਲਾਫ ਵਾਲੀ ਗੱਲ ਹੈ। ਤੁਸੀਂ ਪੜਾਓ ਆਪਣੀ ਬਰਾੜ, ਅਗਰ ਤੁਹਾਡਾ ਖਿਆਲ ਹੈ ਕਿ ਇਹਦੇ 'ਚ ਕੋਈ ਹਰਜ ਨਹੀਂ ਹੈ ਤੇ ਜਾਰੀ ਰੱਖੋ। ਮੈਂ ਕਿਸੇ ਤੇ ਕ੍ਰਿਟਿਸਿਜ਼ਮ ਕਰਨ ਲੱਗੀ ਮੈਂ ਕਹਿੰਦਾ ਕਿ ਤੁਸੀਂ ਲੈ ਸਲਾਮ ਦਾ ਮਸਲਾ ਹੈ ਜਾਂ ਇਹ ਮਸਲਾ ਹੈ ਕਿ ਫਲਾਣੀ ਜਗ੍ਹਾ ਤੇ ਪੜਨਾ ਚਾਹੀਦਾ ਤਾਂ ਫਲਾਣੀ ਜਗ੍ਹਾ ਤੇ ਨਹੀਂ, ਫਲਾਣੀ ਜਗ੍ਹਾ ਤੇ ਪੜੇਗਾ ਤੇ ਗੱਲ ਕਰ ਲਾਂਗੇ, ਫਲਾਣੀ ਜਗ੍ਹਾ ਤੇ ਨਹੀਂ ਪੜੇਗਾ ਤੇ ਗੱਲ ਨਹੀਂ ਕਰਾਂਗੇ। ਉਹ ਬਾਈ ਮੇਰੀ ਗੱਲ ਸੁਣੋ, ਮੈਂ ਸਿਰਫ ਇਹ ਕਹਿਣ ਲੱਗੇ ਆ ਉਸਮਾਨ ਭਾਈ ਨੂੰ ਕਿ ਤੁਸੀਂ ਜਿਸ ਤਰ੍ਹਾਂ ਅੱਗੇ ਸੋਹਣੀ ਗੱਲ ਕੀਤੀ ਹੁਣ ਵੀ ਸੋਹਣੀ ਗੱਲ ਕਰੋ, ਗਲਤ ਗੱਲ ਨਾ ਕਰੋ। ਤੁਹਾਡੇ ਅੱਗੇ ਵਾਲੀ ਗੱਲ ਜ਼ਿਆਦਾ ਮਾਕੂਲ ਸੀ ਕਿ ਜਿਹੜਾ ਬੰਦਾ ਜਿਸ ਤਰ੍ਹਾਂ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ। ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਪਿੱਛੇ ਹਟ ਜਾਓ, ਤੁਸੀਂ ਨਾ ਜਾਓ ਦੀ ਬਰਾੜ ਤੇ, ਤੁਸੀਂ ਨਾ ਜਾਓ ਉਹਦੇ ਨਾਲ ਹੱਸ ਕੇ ਜੱਫੀ ਪਾ ਕੇ ਨਾ ਮਿਲੋ। ਤੁਹਾਡਾ ਮੁਸਲਮਾਨ ਭਰਾ ਹੈ ਤੇ ਅੱਡਾ ਉਹਨੂੰ ਉਹਦਾ ਮੱਥਾ ਨਾ ਚੁੰਮੋ। ਮੱਥਾ ਚੁੰਮੀਦਾ ਹੈ ਬੰਦੇ ਦੇ ਵਸਬਾਂ ਕਸਬਾਂ ਦੀ ਵਜ੍ਹਾ ਤੋਂ। ਮੈਂ ਜਿਹਦਾ ਮੱਥਾ ਚੁੰਮਣਾ ਮੈਂ ਉਹਦੇ ਵਸਬ ਕਸਬ ਦੀ ਵਜ੍ਹਾ ਤੋਂ ਚੁੰਮਣਾ, ਵਰਨਾ ਤੁਹਾਡੇ 'ਚ ਕਿਸੇ ਬੰਦੇ ਨੂੰ ਮੈਂ ਨਹੀਂ ਮਿਲਿਆ ਤੇ ਤੁਹਾਡੇ 'ਚ ਕੋਈ ਬੰਦਾ ਮੈਨੂੰ ਨਹੀਂ ਮਿਲਿਆ। ਤੇ ਜਿੰਨੇ ਬੰਦੇ ਬੈਠੇ ਹੋ ਕਿਹੜਾ ਬੰਦਾ ਦਾਅਵਾ ਕਰਦਾ ਕਿ ਮੈਨੂੰ ਪਰਸਨਲ ਮਿਲਿਆ? ਅੱਛਾ ਗੱਲ ਪਤਾ ਕੀ ਜੇ ਅਮਰ ਮੈਂ ਭਾਈ ਤੁਹਾਡੇ 'ਚ ਕਿਸੇ
ਮਾਜ਼ਰਤ ਇਹ ਜਿਹੜੀ ਹੈ ਨਾ ਨੇਸਲਾ ਹੈ ਕਿ ਸਾਨੂੰ ਵੀ ਆਪਣੇ ਅਕੀਦੇ ਦਾ ਇਜ਼ਹਾਰ ਦੀ ਖੁੱਲੀ ਇਜਾਜ਼ਤ ਹੈ, ਅਸੀਂ ਪਾਬੰਦ ਨਹੀਂ। ਲੇਕਿਨ ਅਗਰ ਕੋਈ ਪਾਬੰਦ ਲਾ ਕੇ ਸਾਨੂੰ ਕੋਈ ਗੱਲ ਕਰਾਉਣਾ ਚਾਹਵੇ ਨਾ ਕਿ ਤੂੰ ਨਹੀਂ ਕੁਝ ਕਹਿ ਸਕਦਾ ਅਸੀਂ ਕਰਨਾ, ਅਸੀਂ ਫਿਰ ਅਸੀਂ ਜਾਂ ਤੇ ਉਹ ਰਸਤਾ ਹੀ ਇਖਤਿਆਰ ਨਹੀਂ ਕਰਾਂਗੇ ਤੇ ਜਾਂ ਫਿਰ ਅਸੀਂ ਇhtਜਾਜ ਕਰਾਂਗੇ। ਦੂਸਰੀ ਗੱਲ ਇਹ ਵੇ ਆਮਰ ਭਾਈ, ਉਹ ਗੱਲ ਉਹੀ ਹੈ, ਹੁਣ ਵੀ ਇਹੀ ਹੈ। ਬਲਾਲ ਭਾਈ ਉੱਤੇ ਆਏ ਨੇ, ਇਹਨਾਂ ਨੇ ਕਿਹਾ ਜੀ ਦੇਖੋ ਜੀ ਤੁਸੀਂ ਇਹ ਜਿਹੜੇ ਮੁਸਲਮਾਨ ਗੱਲ ਕਰਦੇ ਨੇ ਨਾ, ਇਹ ਉਹਨਾਂ ਨੂੰ ਪ੍ਰਮੋਸ਼ਨ ਦਿੰਦੇ ਨੇ। ਇਹ ਗੱਲ ਕਰਕੇ ਮੈਂ ਕਿਹਾ ਉਹ ਤੇ ਉਹਨਾਂ ਦੀ ਬਰਾਮ ਡਿਸਕਸ਼ਨ ਕਰਕੇ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਹੈ, ਇਹ ਵੀ ਪ੍ਰਮੋਸ਼ਨ ਹੈ। ਉਹਨਾਂ ਦੀ ਬਰਾੜ ਤੇ ਬਹਿ ਕੇ ਤੁਸੀਂ ਇਹ ਮੁਨਾਜ਼ਰੇ ਤੇ ਜਾਂ ਕੋਈ ਬਹਿਸ ਜਾਂ ਮੁਕਾਲਮਾ ਕੁਝ ਵੀ ਕਹਿ ਲਓ ਕਿ ਪੇਸ਼ਗੋਈ ਹੈ, ਉਹਦੇ ਉੱਤੇ ਗੱਲ ਕਰਨੀ ਹੈ, ਮੈਂ ਇਹ ਸ਼ਰਾਇਤ ਤੇ ਗੱਲ ਕਰਨੀ ਹੈ। ਉਹ ਕਹਿੰਦੇ ਨੇ ਸਾਡੀ ਇਹ ਸ਼ਰਾਇਤ ਨੇ ਕਿ ਸਾਡੇ ਹਜ਼ਰਤ ਦੀ ਜਿਹੜੀ ਇੱਜ਼ਤ ਜਿਹੜੀ ਅੱਲਾਹ ਤੋਂ ਮਾਜ਼ ਅੱਲਾਹ ਔਰ ਅੰਬੀਆ ਅਲੈਹਿਮੁਸਲਾਮ ਤੋਂ ਵੀ ਉੱਤੇ ਹੈ, ਤੁਸੀਂ ਸਾਨੂੰ ਦੱਸਣਾ। ਇੰਜ ਦੀਆਂ ਉਹ ਗੱਲਾਂ ਹੋਣ ਥੱਲੇ ਬਹਿ ਕੇ ਮੁਸਲਮਾਨ ਰਿਕਾਰਡਿੰਗਾਂ ਕਰਨ, ਉਹ ਸੁਣਾਈ ਜਾਵੇ ਤੇ ਉਹ ਜਿਹੜੀ ਤਕਲੀਫ ਦਾ ਬਾਇਸ ਬਣਦੀ ਹੈ। ਤੇ ਉਹ ਤੇ ਜਾਓ, ਤੁਹਾਨੂੰ ਤਕਲੀਫ ਹੁੰਦੀ ਹੈ ਨਾ, ਅਗਲੀ ਬਰਾੜ ਤੇ ਬੈਠੋ ਤੇ ਨਾ ਜਾਓ, ਉਹ ਜੋ ਕਰ ਰਹੇ ਨੇ ਉਹਨੂੰ ਕਰੋ। ਮੇਰਾ ਮੌਕਫ ਤੇ ਉਹੀ ਹੈ ਅਮਰ। ਹੁਣ ਮੇਰੀ ਵਾਰੀ ਹੈ ਨਾ, ਹੁਣ ਮੇਰੀ ਵਾਰੀ ਹੈ। ਹੁਣ ਸੁਣੋ ਗੱਲ, ਪਹਿਲੀ ਤਾਂ ਗੱਲ ਇਹ ਹੈ ਕਿ ਕਿਸੇ ਕਾਦੀਆਨੀ ਦੀ ਬਰਾਤ ਨਹੀਂ ਹੈ। ਸਦਾਨ ਚ ਕਮ ਸੇ ਕਮ ਮੁਸਲਮਾਨ ਹੈ। ਮੈਂ ਤੈਨੂੰ ਅਲੀ ਐਲਾਨ ਮੁਸਲਮਾਨ ਕਹਿੰਦਾ ਵਾ, ਉਹ ਕੋਈ ਕਾਦੀਆਨੀ ਨਹੀਂ ਹੈ, ਮੁਸਲਮਾਨ ਬਲਕਿ ਆਲਮ। ਸ਼ੁਕਰ ਹੈ ਤੁਹਾਡੇ ਕੋਲ ਸਰਟੀਫਿਕੇਟ ਹੈ, ਤੁਸੀਂ ਦੇ ਦਿੱਤਾ। ਸਾਡੇ ਕੋਲ ਤਾਂ ਕੋਈ ਸਰਟੀਫਿਕੇਟ ਨਹੀਂ ਹੈ ਕਿਸੇ ਨੂੰ। ਨਹੀਂ ਉਹ ਤੁਹਾਡਾ ਬੰਦਾ ਹੀ ਉਦੋਂ ਦਾ ਸਰਟੀਫਿਕੇਟ ਹੈ ਸੀ, ਜਦੋਂ ਤੁਹਾਡਾ ਨਹੀਂ ਬੰਦਾ ਫਿਰ ਸਰਟੀਫਿਕੇਟ ਮੁਸਲਮਾਨਾਂ ਨੂੰ ਨਹੀਂ ਮਿਲਦਾ ਰਿਹਾ। ਪੁੱਛੋ ਸਾਰਿਆਂ ਕੋ, ਆਪਣੇ ਆਲੇ ਦੁਆਲੇ ਪੁੱਛੋ। ਮੈਨੂੰ ਨਹੀਂ ਪਤਾ ਯਾਰ, ਮੈਂ ਉਹ ਜਾਣਦਾ ਹੀ ਨਹੀਂ ਹੈ। ਅੱਛਾ ਅੱਲਾਹ ਦੀ ਕਸਮ ਮੈਂ ਵੀ ਨਹੀਂ ਜਾਣਦਾ ਤੇ ਮੈਂ ਵੀ ਉਹਨੂੰ ਕਾਦੀਆਨੀ ਨਹੀਂ ਕਿਹਾ ਹੈਗਾ। ਉਹ ਮੈਂ ਕਿਹਾ ਗੱਲ ਫਜ਼ਾਨ ਦੀ ਬਰਾੜ ਦੀ ਟਵਾਨਾ ਦੀ ਬਰਾੜ ਦੀ ਹੋ ਰਹੀ ਹੈ, ਕਾਦੀਆਨੀ ਦੀ ਪਤਾ ਨਹੀਂ ਕੌਣ ਕਹਿੰਦਾ ਸਾਡੇ ਚ। ਅੱਛਾ ਦੂਸਰੀ ਗੱਲ ਇਹ ਹੈ, ਕਰ ਲੈਂਦੋ ਯਾਰ, ਇਹ ਬੋਰਿੰਗ ਜਿਹਾ ਮੌਜੂ ਛਿੜ ਗਿਆ, ਖਤਮ ਹੋਣ ਦਿਓ ਗੱਲ, ਕਰ ਲਓ ਗੱਲ। ਦੂਸਰੀ ਗੱਲ ਇਹ ਹੈ ਕਿ ਜਿਹੜਾ ਲਫ਼ਜ਼ ਸੁਣਿਆ ਨਾ ਹੋਵੇ ਕਿਸੇ ਦੇ ਮੂੰਹੋਂ, ਜਾਂ ਜਿਹੜੀ ਕਿਸੇ ਨੇ ਹੁਣ ਜਿਸ ਤਰ੍ਹਾਂ ਕਿ ਤੂੰ ਮੁਨਾਜ਼ਰਾ ਕਰਨਾ ਚਾਹੁੰਦਾ ਜਾਂ ਤੁਸੀਂ ਸਦਾ ਕਰਦਾ, ਪਹਿਲੇ ਤੇ ਉਹ ਲਫ਼ਜ਼ ਰੱਖੋ ਅੱਗੇ, ਗ੍ਰਿਫਤ ਕਰਦੇ ਵੀ ਆ ਲਫ਼ਜ਼ ਲਿਆਓ। ਤੇ ਮੈਨੂੰ ਤਾਂ ਤੁਸੀਂ ਚੜਾਈ ਕਰ ਰਹੇ ਹੋ ਕਿ ਤੂੰ ਹਿਰਸ ਕਰ ਰਹੀ ਹੈ। ਮੈਂ ਇਹ ਗੱਲ ਪਹਿਲਾਂ ਵੀ 2-3 ਬੰਦਿਆਂ ਕੋਲ ਸੁਣ ਚੁੱਕਿਆ, ਲੇਕਿਨ ਮੈਂ ਡਾਈਜੈਸਟ ਕਰ ਗਿਆ ਕਿਸੇ ਵਜ੍ਹਾ ਤੋਂ ਮਸਲੇ ਦੀ। ਲੇਕਿਨ ਜਦੋਂ ਬਾਰ-ਬਾਰ ਇਹ ਗੱਲ ਨੂੰ ਤੁਸੀਂ ਕਰੋਗੇ ਨਾ, ਤੁਹਾਨੂੰ ਪਤਾ ਕੱਖ ਦਾ ਨਹੀਂ ਹੈ ਕਿਸੇ ਨੂੰ। ਤੁਹਾਡੇ ਚੋਂ ਕਿਸੇ ਬੰਦੇ ਨੇ ਉਸ ਦਿਨ ਦੀ ਗੁਫ਼ਤਗੂ ਨਹੀਂ ਸੁਣੀ, ਚੰਦ ਇੱਕ ਨੇ ਸੁਣੀ। ਉਸ ਗੁਫ਼ਤਗੂ ਦੇ ਵਿੱਚ ਨਾ ਤੇ ਮੈਂ ਕੋਈ ਕੰਪਰੋਮਾਈਜ਼ ਕੀਤਾ, ਨਾ ਮੈਂ ਕੋਈ ਉਹਨਾਂ ਨੂੰ ਡਿਬੇਟ ਦੀ ਦਾਵਤ ਦਿੱਤੀ, ਨਾ ਮੁਨਾਜ਼ਰਤ ਕੀਤੀ। ਮੇਰੀ ਵੀ ਗੱਲ ਹੋ ਰਹੀ ਫਜ਼ਾਨ ਦੇ ਨਾਲ ਜਾਂ ਟਵਾਣੇ ਦੇ ਨਾਲ। ਮੈਂ ਕਿਸੇ ਕਾਦਰ ਨੂੰ ਇੰਗੇਜ ਨਹੀਂ ਕੀਤਾ ਕਿ ਮੇਰੇ ਨਾਲ ਆ ਕੇ ਮੁਨਾਜ਼ਰੇ ਕਰੋ ਜਾਂ ਮੇਰੇ ਨਾਲ ਕੋਈ ਆ ਕੇ ਗੱਲ ਕਰੋ। ਐਸੀ ਕੋਈ ਗੱਲ ਲਫ਼ਜ਼ ਹੀ ਨਹੀਂ ਆਇਆ ਵਿੱਚ, ਲਫ਼ਜ਼ ਹੀ ਨਹੀਂ ਆਇਆ। ਲੇਕਿਨ ਕਿਸੇ ਬੰਦੇ ਨੂੰ ਪਤਾ ਨਹੀਂ, ਉਹਨੇ ਫਿਰ ਸੁਣੀ ਸੁਣਾਈ ਗੱਲ ਜਿਹੜੀ ਨਾ ਉਹ ਅੱਗੇ ਕਰ ਦਿੱਤੀ। ਜਿਸ ਤਰ੍ਹਾਂ ਅਕਸਰ ਦੂਸਰੀ ਸਾਈਡ ਤੇ ਵੀ ਏਦਾਂ ਹੁੰਦਾ। ਜਾਂ ਤਾਂ ਤੁਸੀਂ ਉਹ ਸਾਬਤ ਕਰੋ, ਮੇਰੇ ਸਾਹਮਣੇ ਲਿਆਓ ਕਿ ਤੇਰੀ ਇਹ ਕਮਜ਼ੋਰੀ ਹੈ। ਕਮਜ਼ੋਰੀ ਤੋਂ ਬਗੈਰ ਅਗਲੇ ਬੰਦੇ ਦਾ ਅਟੈਕ ਮੈਂ ਕਰ ਦੇਵਾਂ ਕਿ ਤੁਹਾਡਾ ਦਿਲ ਕਰਦਾ ਕਰ ਦਿਆਂ। ਦੂਜੀ ਗੱਲ ਹੈਗੀ ਮਿਰਜ਼ਾ ਕਾਦਰ ਦੇ ਸਲਾਤ ਤੋਂ ਸਲਾਮ ਭਾਈ, ਮੈਂ ਇਹ ਕਹਿਣਾ ਵਾ ਕਿ ਮੈਂ ਉਹਨੂੰ ਸਮਝਦਾ, ਜੋ ਸਮਝਦਾ ਮੇਰਾ ਅਕੀਦਾ ਕਲੀਅਰ ਹੈ। ਮੇਰਾ ਜਦੋਂ ਦਿਲ ਕਰੇਗਾ ਮੈਨੂੰ ਕਜ਼ਾਬ ਤੇ ਜਲ ਕਹਿ ਲਾਂਗਾ। ਕੱਲ ਰਾਤੀ ਕਿਹਾ ਹੈ ਮੈਂ, ਪਰਸੋਂ 1-2 ਦਿਨ ਪਹਿਲਾਂ ਵੀ ਕਿਹਾ ਹੈ, ਟਵਾਣੇ ਦੀ ਬਰਾੜ ਤੇ ਕਿਹਾ ਹੈ, ਫਜ਼ਾਨ ਦੀ ਬਰਾੜ ਤੇ ਕਿਹਾ। ਲੇਕਿਨ ਮੈਨੂੰ ਤੁਸੀਂ ਉਹ ਮਜਬੂਰ ਨਹੀਂ ਕਰ ਸਕਦੇ ਕਿ ਉਹ ਮੈਨੂੰ ਮਜਬੂਰ ਨਹੀਂ ਕਰ ਸਕਦੇ। ਤੂੰ ਮਿਰਜ਼ਾ ਸਾਹਿਬ ਨਹੀਂ ਕਹਿਣਾ, ਤੁਸੀਂ ਮਜਬੂਰ ਕਰ ਸਕਦੇ ਕਿ ਤੂੰ ਕਜ਼ਾਬ ਤੇ ਜਲ ਹਰ ਵਾਰੀ ਕਹਿਣਾ। मेरा दिल करेगा मैं कह लांगा, मेरा दिल करेगा मैं नहीं करांगा। जागल ਤੇ ਮੈਂ ਤੁਹਾਡੇ ਬਾਰੇ ਗੱਲ ਕੀਤੀ ਹੈ ਤੇ ਨਾ ਹੀ ਮੈਂ ਉਸ ਬੰਦੇ ਦੇ ਬਾਰੇ ਗੱਲ ਕੀਤੀ ਜਿਹਦਾ ਤੁਸੀਂ ਮਾਨ ਭਾਈ ਨੇ ਤੇ ਕਿਸੇ ਨੂੰ। ਸਿਰਫ ਇਹ ਹੈ ਕਿ ਅਗਰ ਤੁਹਾਡੇ 'ਚ ਵਿਲ ਪਾਵਰ ਨਹੀਂ ਹੈ ਜਾਂ ਤੁਹਾਡੇ 'ਚ ਸੈਂਸ ਨਹੀਂ ਹੈ ਜਾਂ ਚੀਜ਼ਾਂ ਨੂੰ ਐਵੈਲੂਏਟ ਕਰਨਾ ਤੁਸੀਂ ਨਹੀਂ ਜਾਣਦੇ, ਤੇ ਤੁਸੀਂ ਖਤਮੇ ਨਬੂਵਤ ਦਾ ਕੰਮ ਤੇ ਕੀ ਕਰਨਾ, ਤੁਸੀਂ ਆਪਣਾ ਬਾਲ ਬੱਚਾ ਵੀ ਨਹੀਂ ਚਲਾ ਸਕਦੇ। ਇਹ ਤੇ ਜਿਹੜੀ ਇਹ ਜਿਹਨੂੰ ਕਹਿੰਦੇ ਨੇ ਕਾਮਨ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਵਾਸਤੇ ਵੀ ਹੋਣੀ ਚਾਹੀਦੀ ਹੈ ਨਾ ਕਾਮਨ ਸੈਂਸ। ਤੇ ਜਿਹਦੇ ਬੰਦੇ 'ਚ ਇੰਨੀ ਵੀ ਕਾਮਨ ਸੈਂਸ ਨਹੀਂ ਹੈ ਕਿ ਉਹ ਦੇਖਦਾ ਨਹੀਂ ਕਿ ਇਸ ਜਗ੍ਹਾ ਦੇ ਉੱਤੇ ਗਲਤ ਕੰਮ ਹੋ ਰਿਹਾ ਹੈ, ਜਾਂ ਸਾਡਾ ਭਰਾ ਢਿੱਲ ਕਰ ਰਿਹਾ ਹੈ, ਜਾਂ ਸਾਡਾ ਭਰਾ ਜਿਹੜਾ ਹੈ ਉਹ ਸਿਰਫ ਹਿਰਸ ਕਰ ਰਿਹਾ ਹੈ ਗੱਲ ਕਰਨ ਵਾਸਤੇ, ਜਾਂ ਸਾਡਾ ਭਰਾ
ਜਿਹਨੂੰ ਅਸੀਂ ਭਰਾ ਸਮਝਦੇ ਆ, ਇਹ ਹੈ ਹੀ ਮਸ਼ਕੂਕ ਹੈ, ਇਹ 2 ਨੰਬਰ ਹੈ, ਪਤਾ ਨਹੀਂ ਭਰਾ ਹੈ। ਵੀ ਹੈ ਕਿ ਨਹੀਂ, ਜਿਹਨੂੰ ਇੰਨਾ ਵੀ ਸੈਂਸ ਨਹੀਂ, ਉਹਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਦੂਜੇ ਨਾਲ। ਉਹਨੇ ਗਲਤ ਕੀਤਾ ਤੇ ਉਹਨੇ ਗਲਤ ਕੀਤਾ ਹੈ, ਦਾ ਤਰੀਕਾ ਗਲਤ। ਅੱਗੇ ਇਹ ਸਾਰਾ ਉਸ ਦਾ ਪੇਸ਼ਖਾਨਾ ਹੈ, ਬਿਆਨ ਪੈਦਾ ਹੋਈ ਹੋਣੀ ਹੈ। ਮੈਂ ਇਹ ਥੋੜੀ ਬਹੁਤ ਰਮਜ਼ਾਨ ਤੋਂ ਫੌਰਨ ਬਾਅਦ ਇਸ ਤੋਂ ਮੈਨੂੰ ਇੰਨਾ ਸ਼ੱਕ ਪੈਂਦਾ ਤੁਹਾਡੀਆਂ ਗੱਲਾਂ ਤੋਂ ਕਿ ਪਹਿਲੇ ਉਹ ਕੋਈ ਮੁਸਲਮਾਨਾਂ ਦੇ ਨਾਲ ਅੰਡਰਸਟੈਂਡਿੰਗ ਸੀ ਤੇ ਬਾਅਦ ਚ ਮੁਸਲਮਾਨਾਂ ਕਿਸੇ ਨੇ। ਇਹ ਮੁਸਲਮਾਨ ਐਸੇ ਨੇ, ਇੱਕ ਨਹੀਂ 20 ਨੂੰ ਆਪਣੇ ਭਰਾ ਨੂੰ ਡੰਗ ਵੱਜੇ ਨਾ, ਇਹ ਮਿਰਜ਼ਾਈਆਂ ਦੇ ਮੁੰਡੇ ਤੇ ਚੜ ਕੇ ਜਾ ਕੇ ਆਈਏ ਤੇ ਤੁਸੀਂ ਇੰਨਾ ਵੀ ਸ਼ਿਕਵਾ ਕਰਦੇ ਹੋ ਨਾ ਕਿ ਉਹ ਤਬਲੀਗ ਸਹੀ ਨਹੀਂ ਕਰਦਾ, ਕਰਵਾਉਂਦਾ ਪਿਆ ਫਲਾਣਾ ਬੰਦਾ ਤੇ ਉਹਦਾ ਤਰੀਕਾ ਢਿੱਲਾ ਮੱਠਾ ਹੈ। ਇਹਨਾਂ ਤੋਂ ਇਹ ਵੀ ਬਈਦ ਨਹੀਂ ਆਇਆ ਕਿ ਇਹ ਤੁਹਾਡੇ ਕੋਲੋਂ ਜ਼ਖਮ ਖਾ ਕੇ ਜਾ ਕੇ ਮਿਰਜ਼ਾਈਆਂ ਨਾਲ ਰਲ ਕੇ ਤੁਹਾਡੀ ਮੰਜੀ ਠੋਕਣਗੇ। ਐਸੇ ਵੀ ਆਪਣੇ ਆਪ ਨੂੰ ਮੁਸਲਮਾਨ ਕਹਿਲਵਾਉਣ। ਬਹਰਹਾਲ ਮੈਂ ਤੁਹਾਨੂੰ ਸਹੀ ਸਭ ਨੂੰ ਦੱਸ ਦੇਵਾਂ, अहले इस्लाम ਨਾਲ ਤਾਰੀਫ ਕੋ ਦੇ, ਅਗਰ ਪਿੱਛੇ ਹੋ ਜਾਈ। ਸਹੀ ਗੱਲ ਤੇ ਮਕੂਲ ਗੱਲ ਹੈ ਇਹ ਕਿ ਇਹੋ ਜਿਹੇ ਬੰਦਿਆਂ ਦਾ ਨਜ਼ਰ पे ਆਉਂਦਾ कि गलत पे कराए मैं अख्तियार ਕੱਪੀ ਜਾ ਰਹੀ ਹੈ, ਬੜੀ ਹਾਈਪਰੇਟ ਕੀਤੀ ਜਾ ਰਹੀ। ਉਹ ਰਾਤੀ ਨਾ ਮੈਨੂੰ ਚੜਿਆ ਵੱਟ ਤੇ ਮੈਂ ਚੜ ਗਿਆ ਮੁਹੰਮਦ ਭਾਈ ਹੈ ਉਹਨਾਂ ਦੀ ਬਰਾੜ ਤੇ ਨਾ। ਕੇਰ ਮੁਹੰਮਦ ਭਾਈ 1 ਮਿੰਟ ਜ਼ਰਾ ਮਾਈਕ ਮਿਊਟ ਕਰਿਆ ਜੀ। ਤਾਂ ਆਵਾਜ਼ ਡਬਲ। ਉਹ ਨਾ ਮੈਂ ਰਾਤੀ ਚੜ ਗਿਆ ਬਰਾੜ ਤੇ। ਮੈਂ ਕਿਹਾ ਤੁਸੀਂ ਕੀ ਲੱਗੇ ਹੋ? ਉਹ ਇੰਜ ਸ਼ਾਹ ਸਾਹਿਬ ਨੇ ਸਮਝਾਇਆ, ਫਲਾਂ ਨੇ ਸਮਝਾਇਆ, ਸਾਰੇ ਵੇਖ ਰਹੇ ਨੇ। ਇੱਕ ਬੰਦਾ ਮੁਸਲਸਲ ਉਹ ਕਰ ਰਿਹਾ ਜੈਨਜੀਓ ਬਰਾੜ ਖਤਮ ਕਰਦਾ, ਤੁਸੀਂ ਉਹਨੂੰ ਸ਼ੇਅਰ ਕਰਦੇ ਹੋ, ਥੱਲੇ ਤੁਸੀਂ ਰਿਕਾਰਡਿੰਗਾਂ ਚਲਾਈਆਂ ਨੇ, ਰਿਕਾਰਡ ਕਰਦੇ ਹੋ। ਇੰਜ ਕਿਉਂ ਕੀਤਾ ਤੂੰ, ਉਂਝ ਕਿਉਂ ਕੀਤਾ? ਸਾਡਾ ਮੌਕਫ ਮੈਂ ਨਹੀਂ ਲੈਂਦਾ ਤੁਹਾਨੂੰ ਕਾਲ ਤੇ, ਨਹੀਂ ਕਿਸੇ ਨੂੰ ਗੱਲ ਕਰਨ ਦਿੰਦਾ। ਉਹ ਉੱਥੇ ਨਾ ਜਾਓ। ਕਿਉਂ ਤੁਸੀਂ ਇਹਨੂੰ ਮੈਂ ਇਸਲਾਮ ਦਾ ਕੰਮ ਨਹੀਂ ਕੀਤਾ? ਜੋ ਹੁੰਦਾ ਤੁਹਾਡੇ ਕੋਲ ਜਾਓ, 10-15 ਹਵਾਲੇ ਪੜ੍ਹ ਦੇਣੇ ਸੀ, ਉਹੀ ਤੂੰ ਕਿਸੇ ਦੀ ਸਲਾਹ ਕਰ ਦੇਣੀ ਸੀ। ਕੋਈ ਫਾਇਦਾ ਨਹੀਂ ਆ ਕੰਮ ਕਰਨ ਦਾ। ਉਹ ਸਾਰੇ ਭਰਾਵਾਂ ਨੇ ਮੇਰੀ ਗੱਲ ਦੀ ਲਾਜ ਰੱਖੀ, ਉਹਨਾਂ ਨੇ ਉਹਨੂੰ ਥੱਲੇ ਲਾਇਆ, ਗੱਲ ਖਤਮ ਕੀਤੀ। ਉਹ ਆਪਣੇ ਥਾਈਂ, ਇਹ ਸਾਰੇ ਆਪਣੇ ਥਾਈਂ। ਉਹ ਆ ਕੇ HKB ਦੇ ਕਹਿ ਰਿਹਾ ਤੂੰ ਕਜ਼ਾਬ ਦਾ ਜਾਲ, ਉਹ ਕਹਿ ਰਿਹਾ ਤੂੰ ਕਜ਼ਾਬ ਦਾ ਜਾਲ, ਉਹ ਕਹਿ ਰਿਹਾ ਤੂੰ ਕਜ਼ਾਬ ਦਾ ਜਾਲ, ਉਹ ਕਹਿੰਦਾ ਤੂੰ ਕਜ਼ਾਬ ਦਾ ਜਾਲ। ਉਹਨੂੰ ਕਹਿਣ ਲੱਗਿਆ ਕਿ ਤੂੰ ਮੇਰੇ ਕੋਲ ਤੇ ਹਵਾਲਾ ਮੰਗਦਾ ਆਪਣੇ ਕਜ਼ਾਬ ਦਾ ਜਾਲ ਹੋਣ ਦਾ, ਤੇ ਉੱਥੇ ਮਿਰਜ਼ਾ ਕਾਦੀਆਨੀ ਦੇ ਮੁਤਲਕ ਇਹ ਗੱਲਾਂ ਕੀਤੀਆਂ ਗਈਆਂ, ਤੂੰ ਦੇ ਉੱਥੇ ਹਵਾਲੇ ਕੋਈ ਨਹੀਂ ਮੰਗੇ। ਉਹ ਕਹਿੰਦਾ ਮੇਰੀ ਮਰਜ਼ੀ ਲੋ। ਉਹ ਕਹਿੰਦਾ ਫਿਰ ਠੀਕ ਹੈ ਮੇਰੀ ਵੀ ਮਰਜ਼ੀ, ਮੈਂ ਵੀ ਤੈਨੂੰ ਕਜ਼ਾਬ ਦਾ ਜਾਲ ਕਹਿੰਦਾ। ਫਾਇਦਾ ਕੀ ਹੋਇਆ? ਉਹ ਥੱਲੇ ਕਾਦੀਆਨੀ ਹੱਸਣ, ਥੱਲੇ ਕਾਦੀਆਨੀ ਬੈਠੇ ਹੱਸਣ, ਥੱਲੇ ਕਾਦੀਆਨੀ ਰਿਕਾਰਡਿੰਗਾਂ ਕਰਨ, उन्होंने जाके शाबाश देनी है। अच्छा उस्मान भाई एक मौजू चेंज करना है। आमिर भाई मेरे को एक नवी गल है। करो जी चेंज करो मौजू। आमिर भाई सुनते पे हो? जी जी मैं सुन रहा। राती पाकिस्तान ਦੇ ਹਿਸਾਬ ਨਾਲ ਸਵੇਰ ਦੇ 8 ਦਾ ਟਾਈਮ ਸੀ ਤੇ ਤੁਹਾਡੇ ਕੈਨੇਡਾ ਯੂਰਪ ਦੇ ਹਿਸਾਬ ਨਾਲ ਰਾਤ ਦਾ 1-2 ਦਾ ਟਾਈਮ ਸੀ। ਵਰਿਆਮ ਦੀ ਬਰਾੜ ਤੇ ਗੱਲ ਹੋਈ ਹੈ ਨਾਸਿਰ ਮੁਰੱਬੀ ਨਾਲ ਮੇਰੀ ਤੇ ਉਸ ਦੀ ਮਿਰਜ਼ਾ ਕਾਦੀਆਨੀ ਦੇ ਸਦਾਕਤ ਤੇ ਉਹਦੀ ਕਿਤਾਬਾਂ ਤੇ ਗੱਲ ਕਰਨੀ। ਉਹ ਮੈਂ ਉਹਨਾਂ ਆਖਿਆ ਠੀਕ ਹੈ ਜੀ। ਮੈਂ ਆਖਿਆ ਜੀ ਇਸ ਬੁਨਿਆਦ ਤੇ ਉਹਨਾਂ ਦੀ ਮੇਰੀ ਗੱਲ ਤੈਅ ਹੋ ਗਈ। ਇੱਕ ਤੇ ਇਹ ਹੈ ਜੀ, ਦੂਈ ਉਸ ਲਈ ਮੈਂ ਸੁਣ ਰਿਹਾ ਸਾਂ ਵੀ ਤੁਹਾਨੂੰ ਯਾਦ ਫਰਮਾ ਰਹੇ ਸਨ। ਮੈਂ ਤਾਂ ਚਲਾ ਗਿਆ ਸਾਂ। ਉੱਥੇ ਕੋਈ ਬੰਦਾ ਆਇਆ ਤਾਂ ਉਸ ਆਖਿਆ ਜੀ ਆਮਿਰ ਨਜ਼ੀਰ ਸਾਹਿਬ ਨਾਲ ਤੁਸੀਂ ਗੱਲ ਕਰੋ। ਤੇ ਉਹਨਾਂ ਨੇ ਕਿਹਾ ਕਿ ਬਈ ਹਫ਼ਤੇ ਐਤਵਾਰ ਨੂੰ ਕੋਈ ਰੱਖੋ। ਪਤਾ ਨਹੀਂ ਹੁਣ ਉਸ ਬੰਦੇ ਦਾ ਤੁਹਾਡੇ ਨਾਲ ਰਾਬਤਾ ਹੋਇਆ ਕਿ ਨਹੀਂ ਹੋਇਆ। ਕੋਈ ਗੱਲ ਤੁਹਾਡੀ ਕਰ ਰਹੇ ਸਾਂ ਵੀ ਰੂਹਾਨੀ ਖਜ਼ਾਨ ਤੇ ਗੱਲ ਕਰਨੀ।
तो ਉਹਲੇ ਮੁਨਾਸਿਰ ਮੁਰੱਬੀ ਨੇ ਕਿਹਾ ਕਿ ਆਮਿਰ ਨਜ਼ੀਰ ਨਾਲ ਮੇਰੀ ਗੱਲ ਹੋਈ, ਉਹਨੂੰ ਇਤਨਾ ਇਲਮ ਨਹੀਂ ਰੂਹਾਨੀ ਖਜ਼ਾਨੇ ਦੇ ਬਾਰੇ। तो उन्होंने कहा कि नहीं उन्होंने बड़ा पता है, उस आखे नहीं इतना नहीं पता है। बल इस तरह की गुफ्तगू हो रही सी, तुसी डिस्कस हो रहे सी, पता नहीं थोड़ा टाइम हफ्ते एतवार का बनया कि नहीं बनया रूहानी खजाने ਦੇ ਉੱਤੇ। ਮੇਰੇ ਨਾਲ ਕਿਸੇ ਬੰਦੇ ਗੱਲ ਨਹੀਂ ਜੀ, ਕੀਤੀ, ਜੀ। ਤੁਹਾਡੇ ਕੋਲੇ ਮੈਂ ਸੁਣੀ। ਮੈਂ ਸਵੇਰ ਦਾ ਟਿਕਟੌਕ ਤੇ ਆਈ ਨਹੀਂ ਸੀ, ਹੁਣੀ ਥੋੜੀ ਦੇਰ ਪਹਿਲੇ ਮਲਕ ਸਾਹਿਬ ਦੀ ਬਰਾੜ जी ਦਾ जी ਨਾ। जी ਤੇ ਇਸ ਤੋਂ ਪਹਿਲੇ ਮੈਂ ਕਿਸੇ ਬਰਾੜ ਤੇ ਗਿਆ ਨਹੀਂ। ਅਲੀ ਨੇ ਮੈਨੂੰ 2-3 ਵਾਰੀ ਫੋਨ ਵੀ ਕੀਤਾ, ਬਰਾਡਾਂ ਬਰੂਡਾਂ ਵੀ ਸ਼ੇਅਰ ਕਰਦਾ ਰਿਹਾ, ਤੇ ਮੈਂ ਸਵੇਰ ਨਹੀਂ ਕਿਸੇ ਬਰਾੜ ਤੋਂ ਜੁਆਇਨ ਕੀਤਾ। ਮੈਨੂੰ ਨਹੀਂ ਪਤਾ ਕਿਹੜੇ ਬੰਦੇ ਨਾਲ ਗੱਲ ਹੋ ਰਹੀ ਸੀ ਔਰ ਉਹਨੇ ਕੀ ਗੱਲ ਜੀ, ਜੀ। ਕੀਤੀ। ਲੇਕਿਨ ਨਾਸਰ ਕੈਨੇਡਾ ਵਾਲੇ ਨੇ ਇਹ ਗੱਲ ਕੀਤੀ ਹੈ ਕਿ ਮੈਨੂੰ ਰੂਹਾਨੀ ਖਜ਼ਾਨੇ ਦਾ ਪਤਾ ਨਹੀਂ ਅਜੇ हाँ जी हाँ जी, ये गल की मैं सुनी है ना जी, ਤਾਂ तो मैं चुप मैं तुहानू शेयर कर रहा। ਬੜੀ ਅਜੀਬ ਤੇ ਗੱਲ ਹੈ। ਉੱਥੇ ਇਹ ਗੱਲ ਹੋਈ, ਮੈਂ ਆਖਿਆ ਬਈ ਉਸ ਆਖਿਆ ਤੂੰ ਕਿਉਂ ਗੱਲ ਕਰਨਾ ਚਾਹੁੰਦਾ? ਮੈਂ ਆਖਿਆ ਜੀ ਮੈਂ ਮਿਰਜ਼ਾ ਸਾਹਿਬ ਨੂੰ ਝੂਠਾ ਸਮਝਣਾ, ਕਜ਼ਾਬ ਦਜਾਲ ਸਮਝਣਾ, ਨਬੂਵਤ ਦਾ ਪੈਰੋਕਾਰ ਹੈ, ਉਹਦੀ ਕੁਰਾਨ, ਮੈਂ ਕਿਹਾ ਕੁਰਾਨ ਹਦੀਸ ਤੇ ਗੱਲ ਨਹੀਂ ਹੋਣੀ ਕਿਉਂਕਿ ਉਹਦਾ ਤਾਲੁਕ ਕੋਈ ਨਹੀਂ ਹੈ, ਗੱਲ ਉਹਦੀ ਕਿਤਾਬਾਂ ਤੇ ਹੋਣੀ ਹੈ, ਉਹਦੇ ਇੱਕ ਸਫੇ ਤੇ ਹੋਣੀ। ਉਸ ਆਖਿਆ ਗੱਲ ਕਰ ਲਓ। ਮੈਂ ਕਿਹਾ ਠੀਕ ਹੈ, ਤੈਅ ਹੋ ਗਈ। ਮੈਂ ਕਿਹਾ ਮੈਂ ਉਹਦੀ ਕਿਤਾਬਾਂ ਪੜ੍ਹਨੀਆਂ ਨੇ, ਉਹਦਾ ਤੁਸੀਂ ਸਮਝਾਉਣਾ ਵੀ ਇੱਕ ਗੱਲ ਹੋਰ ਲਿਖੀ, ਉਹ ਗੱਲ ਹੋਰ ਲਿਖੀ, ਮਤਲਬ ਦੇਸੀ ਸਾਡੀ ਆਪਣੀ ਜੰਗਲੀ ਜ਼ਬਾਨ ਇਹ ਗੱਲ ਹੁੰਦੀ ਰਹੀ। ਉਸੇ ਕਿ ਡਨ ਹੋ ਗਈ। ਇਹ ਉਹਨਾਂ ਦੀ ਤੇ ਮੇਰੀ ਗੱਲ ਹੋਈ, ਲੇਕਿਨ ਇਸ ਗੱਲ ਦੇ ਵਿੱਚ ਫਿਰ ਉਹਨਾਂ ਨੇ ਉਹ ਮਿਰਜ਼ਾਈ ਹੋਰ ਵੀ ਬੈਠਿਆਂ ਜਿਹੜੇ ਗਾਲਾਂ ਵੀ ਵਿੱਚੋਂ ਕੱਢਦੇ ਰਹੇ। ਮੈਂ ਕਿਹਾ ਤੁਸੀਂ ਆਪਣੀ ਤਾਲੀਮ ਹੀ ਜਾਰੀ ਰੱਖੋ ਤੇ ਗੱਲ ਹੀ ਮੁਕਾ ਲਓ। ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਕੱਢੀ। ਮੈਂ ਇਤਨਾ ਆਖਿਆ ਕਿ ਮਿਰਜ਼ਾ ਕਾਦੀਆਨੀ ਸਾਹਿਬ ਜਿਹੜੇ ਨੇ ਉਹ ਆਪਣੇ ਦਾਅਵਿਆਂ ਦੇ ਵਿੱਚ ਝੂਠਾ ਹੈ ਤੇ ਉਸ ਤੇ ਗੱਲ ਤਾਂ ਅਸੀਂ ਕਰ ਸਕਦੇ ਹਾਂ, ਤੇ ਉਹਦੀ ਕਿਤਾਬਾਂ ਤੇ ਹੀ ਹੋ ਸਕਦੀ ਕਿਉਂਕਿ ਨਵੀਂ ਗੱਲ ਹੈ। ਪਰ ਇਹ ਤੇ ਇੱਕ ਗੱਲ ਹੋ ਗਈ, ਠੀਕ ਹੈ, ਉਸ ਨਾਲ ਦੀ ਮੇਰੀ ਤੈਅ ਹੋ ਗਈ। ਲੇਕਿਨ ਤੁਸੀਂ ਡਿਸਕਸ ਹੋ ਰਹੇ ਸੀ ਕਿ ਵੀ ਹਫਤੇ ਐਤਵਾਰ ਨੂੰ ਵੀ ਗੱਲ ਕਰਾਓ ਤੁਸੀਂ। ਉਹ ਬੰਦੇ ਨੇ ਕਿਹਾ ਮੈਂ ਆਮਿਰ ਬਾਈ ਨੂੰ ਸੱਦਣਾ ਤੇ ਹੁਣੇ ਗੱਲ ਕਰ ਲੈਣੇ। ਉਸ ਕਿ ਟਾਈਮ ਨਹੀਂ, ਹਫਤੇ ਐਤਵਾਰ ਨੂੰ ਕਰੋ। ਉਹ ਬੰਦਾ ਕੌਣ ਸੀ ਮੁਸਲਮਾਨਾਂ ਦੀ ਤਰਫੋਂ ਜਿਹੜਾ ਗੱਲ ਕਰਦਾ ਸੀ? ਕਿਹੜਾ ਬੰਦਾ ਸੀ? ਮੈਨੂੰ ਕੀ ਜੀ ਨਾਮ ਨਹੀਂ ਉਹਦਾ ਨਾਂ ਦਾ ਆਈਡੀਆ ਪਤਾ, ਮੈਨੂੰ ਆਈਡੀਆ ਨਹੀਂ ਹੋ ਸਕਿਆ, ਲੇਕਿਨ ਇਹ ਗੱਲ ਹੋ ਰਹੀ ਸੀ, ਯਕੀਨਨ ਡੈਫੀਨਿਟਲੀ ਗੱਲ ਹੋ ਰਹੀ ਸੀ। ਠੀਕ ਹੈ, ਮੈਂ ਤੁਹਾਡੀ ਗੱਲ ਤੇ ਯਕੀਨ ਰੱਖਣਾ ਹੀ ਨਹੀਂ। ਮੈਂ ਕਹਿੰਦਾ ਪਿਆ ਕਿ ਨਹੀਂ ਹੋਈ, ਮੈਂ ਪਿਆ ਕਹਿੰਦਾ ਬੰਦਾ ਪਤਾ ਹੋਵੇ ਉਹਨੂੰ ਬੰਦਾ ਪੁੱਛ ਲੈਂਦਾ ਹੈ। ਨਹੀਂ ਜੀ, ਕੋਈ ਗੱਲ ਬਾਈ ਮੈਂ ਫਾਈਨਲ ਕੀਤੀ ਹੈ ਨਹੀਂ ਸੌਰੀ, ਕੀਤੀ? ਮੈਂ ਉਸ ਤੇ ਉਹ ਤਵੱਜੋ ਨਹੀਂ ਕੀਤੀ। ਮੈਂ ਆਖਿਆ ਜੀ ਕੋਈ ਆਮਿਰ ਤੁਹਾਡਾ ਨਾਮ ਬੜਾ ਇੱਜ਼ਤ ਇਤਰਾਮ ਨਾਲ ਲੈ ਰਿਹਾ ਸੀ। ਅਡੰਗ ਸਿੱਖੋ, ਮਾੜੀ ਜੀ ਉੱਤੋਂ ਸ਼ਟਰ ਡਾਊਨ ਕਰਕੇ ਨਾ, ਸਕਰੀਨ ਦਾ ਸ਼ਟਰ ਥੱਲੇ ਕਰਕੇ ਤੇ ਸਕਰੀਨ ਰਿਕਾਰਡਿੰਗ ਆਨ ਕਰ ਲਿਆ ਕਰੋ ਜਾਂ ਸਕਰੀਨਸ਼ਾਟ ਲਾ ਲਿਆ ਕਰੋ। ਜੀ ਕੋਈ ਜੀ ਗੱਲਾਂ ਰੈਫਰੈਂਸ ਨਾ ਕਰਨ ਦੀ ਜ਼ਰੂਰਤ ਹੁੰਦੀ, ਬਾਅਦ ਚ ਤੇ ਪਤਾ ਹੋਣਾ ਚਾਹੀਦਾ ਕਿਹੜਾ ਬੰਦਾ ਗੱਲ ਕਰ। ਹੁਣ ਪਤਾ ਨਹੀਂ ਕਿਹੜੇ ਬੰਦੇ ਗੱਲ ਕੀਤੀ ਹੋਣਾ। ਮਲਕ ਕੈਸਰ ਸਾਹਿਬ ਸੁੱਤੇ ਉੱਠ ਕੇ ਆਉਂਦੇ ਨੇ ਤੇ ਉਹਨਾਂ ਨੂੰ ਪੁੱਛਨੇ ਆ, ਇਹ ਰਾਤ ਜਾਗਦੇ ਪਏ ਨੇ, ਤੁਹਾਡਾ ਹੀ ਟਾਈਮ ਇਹਨਾਂ ਦਾ। ਨਹੀਂ, ਮੈਂ ਜਾਗ ਰਿਹਾ ਆਮਿਰ ਭਾਈ, ਮੇਰਾ ਜੰਗ ਦਾ ਟਾਈਮ ਸੀ, ਆਪਣੇ ਟਾਈਮ ਜਿਹੜਾ ਜੰਗ ਦਾ ਸਾਡੇ ਕੋਲ ਟਾਈਮ ਹੁੰਦਾ ਨਾ ਸਵੇਰ ਦਾ ਜੀ, ਤੁਹਾਡੇ ਕੋਲ ਰਾਤ ਉੱਥੇ ਯੂਰਪ ਦਾ 1-2 ਦਾ ਟਾਈਮ ਸੀ। ਮੈਂ ਤਾਂ ਆਪਣੇ ਜੰਗ ਦੇ ਹਿਸਾਬ ਨਾਲ ਗੱਲ ਕਰਨੀ ਉਹਦੇ ਨਾਲ ਜੀ। ਜੰਗ ਦੇ ਹਿਸਾਬ ਨਾਲ ਤੇ ਜਿਹੜਾ 8 ਦਾ ਟਾਈਮ ਸਵੇਰ ਦਾ ਹੋਵੇ ਤੇ ਉਹ ਇੱਥੇ 1-2 ਦਾ ਟਾਈਮ ਤੇ ਨਹੀਂ, ਇੱਥੇ ਸਵੇਰ ਦਾ 4 ਦਾ ਟਾਈਮ ਹੁੰਦਾ, ਬਲਕਿ 5 ਦਾ ਟਾਈਮ ਹੁੰਦਾ। ਮੈਂ ਕੈਨੇਡਾ ਦਾ ਟਾਈਮ ਉਸ ਵੇਲੇ, ਕੈਨੇਡਾ ਦਾ ਕਿ ਅਮਰੀਕਾ ਦਾ ਟਾਈਮ ਉਸ ਵੇਲੇ 1-2 ਦਾ ਟਾਈਮ ਸੀ ਮੇਰੇ ਖਿਆਲ। ਉਸ ਟਾਈਮ ਮੈਂ ਮੌਜੂਦ ਰਾਤ ਸੀ। 1-2 ਦਾ। ਜੀ ਜੀ ਭਾਈ ਮੈਂ ਮੌਜੂਦ ਮੈਂ ਉਸ ਲਈ ਕਿਤੇ ਅਬਜ਼ਰਵ ਕਰ ਰਿਹਾ ਸੀ। ਮੈਂ ਕਿ ਆਮਿਰ ਭਾਈ ਆ ਜਾਂਦੇ ਨੇ ਸ਼ਾਇਦ ਅੱਗੇ ਕਿਤੇ ਕਰਦੇ ਮੈਂ ਪੂਰਾ ਫਿਰਦਾ ਵਤਿਆਂ ਵੇਖਦਾ ਵਤਿਆਂ। ਮੈਂ ਮੁੜ ਤੋਂ ਹੋ ਸਕਦਾ ਉਹ ਅਲੀ ਪਿਆ ਮੈਨੂੰ ਕਹਿੰਦਾ ਸੀ ਸਵੇਰ ਦੀ ਗੱਲ ਹੈ 7:30-8 ਵਜੇ, ਹੋ ਸਕਦਾ ਉਹੀ ਟਾਈਮ ਹੋਵੇ। ਨਹੀਂ, ਉਹਨਾਂ ਨੇ ਇਹ ਗੱਲ ਵੀ ਕੀਤੀ ਵੀ ਆਮਿਰ ਭਾਈ ਆ ਜਾਂਦੇ ਨੇ। ਅਲੀ ਪਿਆ ਮੈਨੂੰ ਕਹਿੰਦਾ। ਅੱਛਾ, ਇਹ ਫਜ਼ਾਨ ਸਾਹਿਬ ਆਏ ਨੇ, 2 ਵਾਰੀ ਇਹਨਾਂ ਦੀ ਗੱਲ ਸੁਣ ਲਓ ਤੇ ਫਿਰ ਚਲੋ ਦੂਜੀ ਗੱਲ ਕਰਨਾ ਜੀ। फजान साहब अस्सलाम वालेकुम आमिर भाई। वालेकुम सलाम। आमिर भाई, गुजारिश ये है कि मामला देखें, आपने अच्छी बात की है कि जो जहाँ पे लगे हुए उसको लगे रहने दें। यही मेरा भी यही मौक़िफ़ है और इनसे मैं बार बार यही कह रहा हूँ कि भाई मैं अपना काम कर रहा हूँ, अपने तरीके से कर रहा हूँ, जिसको समझ में आता है आ जाए, नहीं आता भाई अपने लगे रहें अपने काम में। लेकिन अभी ये उस्मान रिजवी ने जो झूठ बोला यहाँ पे बैठ के मुनसिफ बन रहा है। इसने कहा कि मैंने ये कहा वो कहा। एक बंदा मुझ पे इल्ज़ाम लगा रहा है, ब्राड के ऊपर 2 बंदे बल्कि, कि ये पेड है, कादियानियों से तनख्वाह लेता है और फिर कादियानियों को सलातो सलाम पढ़ने की इजाज़त देता है, उनकी मुसलमानों को बात नहीं करने देता। इसने वहाँ पे उसको नहीं रोका। यहाँ पे ये कह रहा है कि मैंने उनको ये मशवरा दिया। तो भाई ख़त्म नबूवत का काम तुम झूठ बोल के करोगे, एक तरफ तुम दावेदार अच्छा, ऐसा हो, ना इंसाफ- करें, मेरी बात सुनिए। दूसरी दफ़ा आपने ये जो झूठ का लफ्ज़ इस्तेमाल किया है ना, इसको वापस ले लें, क्योंकि हम यहाँ पर ना तो इस एजेंडे पर हैं कि हमने किसी को लड़ाना है, ना लड़ने देना ही है किसी को। अगर यही अल्फाज सख्त वो बोलेंगे तो फिर एक महज लड़ाई है। जब उन्होंने हमारे सामने जो बात कही है ना, हम तो उसी के ज़िम्मेदार हैं। अगर उन्होंने बाद में किसी और जगह कोई और बात कही है कि ये पेड है या इस तरह की कोई बात आपके ख़िलाफ़ कही है तो कही होगी। यहाँ पर जो उन्होंने बात कही है, माकूल बात कही है और बिल्कुल सही बात है।
अगर आप अपने तरीके से करना चाहते हैं, मुसलमानों को अक्ल करनी चाहिए, शर्म करनी चाहिए, आपकी बरात की तरफ मुंह भी नहीं करना चाहिए, आपको अकेले काम करने देना चाहिए। जिसमें इतनी गैरत है वो आके दूसरी जगह पोस पोस करता है, उधर जाए ना, काम का पहले उधर जाते हैं, फिर आके इधर उधर वो है हो गया जी, वो हो गया जी, वो मैसेज उनका जा रहा है, हमारा नहीं मैसेज जा रहा है। भाई नहीं जा रहा तो ना जाओ उधर, केड़ा मैसेज चला जाएगा तो क़यामत आ जाएगी। अगर एक बंदा खुद को मुसलमान शो करके और वो आपको अपना मौक़िफ़ नहीं बयान करने देता, या आप समझते हैं कि बिल्कुल ही मुनाफिकाना सी पॉलिसी, तो पीछे हट जाएं। एक दिन में या एक रात में वहाँ पर क्या तूफान बर्पा हो जाएगा, मतलब पाकिस्तान सारा मरज़ई हो जाएगा। तो ये अपने मुसलमानों की आमिर भाई, गलती है, आपकी कोई गलती नहीं, आप जारी रखें जिस तरह। आमिर भाई बात ये है कि क्या उस्मान रिजवी के या किसी दूसरे तीसरे के जाने से ही इस्लाम का मौक़िफ़ आएगा, या बिलाल हनीफ के जाने से भी आ सकता है? आप जिसके साथ भी कंफर्टेबल हैं, जो आपके साथ कंफर्टेबल है, ना उस्मान रिजवी का नाम लें, ना बिलाल का नाम लें, आप जिससे कंफर्टेबल हैं आप उसके साथ जारी रखें। ये फिल्टरिंग सिस्टम है भाईजान, इसमें दो चार दिन बंदा कर लेता है। कंट्रोवर्शियल स्ट्रेटेजी जब बंदा अपनाता है ना, तो दूसरों की नज़र में वो क्योंकि कंट्रोवर्शियल होती है, तो जिस तरह अभी यहाँ पर उस्मान भाई कर रहे थे बात कि आखाम खाई नीचे कैमरे ऑन करके बैठे हुए हैं, रिकॉर्डिंग कर रहे हैं, भाई फिर कि फजान काबू आएगा तो उसकी हम बेइज्जती करेंगे कि देखो तुमने ये किया वो किया। ये 2-4 दिन की गेम होती है। उसके बाद एक टाइम आ जाता है कि लोगों को एहसास होना शुरू हो जाता है कि हम कुछ नहीं कर सकते, हम कुछ नहीं कर सकते। वो अपना जिस तरह चाहे करे। आप दूसरे मुसलमानों को एंगेज करें जो वहाँ जाकर बैठे हुए हैं ऐसे माहौल में, उनको बताएं कि भाई आपको कोई अक्ल मौत है, आपके सामने ये जुल्म हो रहा है, ये गलत काम हो रहा है और ये ऐसा नहीं होना चाहिए। बस उनको एंगेज कर लें। जो बंदा करवा रहा है उसके साथ झगड़ा करने की ज़रूरत क्या है। उसको एक आध बार कहा जा सकता है भाई ये देखें मुसलमानों का ये तरीका नहीं है। लेकिन अगर कोई बंदा समझता है कि नहीं मुसलमान सारे तो खुद मुसलमान है, मैं समझदार हूँ सबसे ज़्यादा, तो उसको करने देना चाहिए। अपना तजर्बा वो कर ले, चेक कर ले, कोई मसला नहीं है। अच्छा अमर भाई, इसमें कौन सी अच्छा अमर भाई, मैं तो इनको जानता ही नहीं हूँ, ना मैंने ही आपकी मैंने बात कोई का जवाब मैसेज दे से नहीं लिया। दिया। आपके जवाब की तो नहीं, जरूरत है, खाम खाई। वो ये बात कर रहे थे कि HKB ने ये कहा, मैंने तो कोई बात की नहीं। मैंने कहा HKB इनको कह रहे थे, मैं उनको रोक रहा था कि भाई छोड़ दो, और ऊपर आके ये कोई एक जगह पे भी हमने तो कोई इसको डिस्कस ही नहीं किया। HKB ने इनको कहा, इन्होंने उनको कहा, मैंने कहा भाई छोड़ दो, उन्होंने मेरी बात मानी, छोड़ दी, इतनी सी बात है। इसके अलावा कोई ऐसी बात ही नहीं है। मैंने कौन सी कोई गलत कोई झूठी कोई बात नहीं की। चलें, कोई नहीं बात अगर कही भी है। यहाँ आपने जो बात कही है बिल्कुल माकूल बात कही है, और मैं रियली अप्रिशिएट कर रहा था उसको कि आपने बिल्कुल माकूल बात की है। ये खाम खा का जो है ना दर्द सर अपने दिमाग को दही बनाने वाली बात है। उन्हें किया क्या तो उन्हें किया क्या। अपने मुसलमानों को इतनी अक्ल होनी चाहिए, शऊर होना है। हर बंदा दावा ये करता है मैं खत्म नबूवत का मुजाहिद हूँ, मैं नबी पाक के दर का चौकीदार। ठीक है, मोहब्बत है नबी पाक सल्लल्लाहु अलैहि वसल्लम से हर बंदे की, लेकिन अगर अकल नहीं है तो वो मोहब्बत तो आपकी काम आ जाएगी, लेकिन आप किसी काम नहीं आएंगे। अगर आप में अकल नहीं है ना तो आप किसी काम नहीं आएंगे, आपकी मोहब्बत आपके काम आ जाएगी। वो ठीक है बात, जो नबी पाक से मोहब्बत करता है वो ज़रूर उसको अजर मिलेगा, सिला मिलेगा। लेकिन जिस बंदे में इतनी भी सेंस नहीं है, इतना भी शऊर नहीं है कि कौन सा माहौल सही है, कौन सा माहौल गलत है, कहाँ पर सही बात हो रही है, कहाँ पर गलत बात हो रही है, वो कहे कि मैंने 19 साल हो गए ने तबलीग कर दें तो मैंने 20 साल हो गए ना, जो मर्जी मारता फिर यारियाँ। अगर आप में सलाहियत है तो वो नज़र आ जाएगी, नहीं है ऐसे ही शुगर लगाना लाई रखो, कोई मसला नहीं है। मैंने कहा ये फ़िल्टर लगा हुआ है, चंद दिन की बात है। अगर पहले भी ऐसे मसले मसाइल होते हैं कि कई बंदों के साथ, ये विधायक साहब आए उनके साथ इतना झगड़ा हुआ, किसी और के साथ झगड़ा तो नाम भी नहीं याद, जो भी बंदा आता है झगड़े होते हैं, नए लोगों के साथ भी होते हैं। हर बंदा अपनी अक्ल से अपनी स्ट्रैटेजी से चलना चाहता है, लेकिन उसके बाद थोड़ा टाइम गुजर जाता है तो लोगों को भी पता चल जाए, उसको भी कोई एहसास हो जाता है कि शायद वो रुजू कर ले या वो रुजू कर लेगा या लोग पीछे हट जाएंगे। लेकिन ये मैं आपको बता दूं कि जितना जहर मिर्जाइयों के अंदर मुसलमानों के बारे में भरा हुआ है, ये जब सामने आ जाता है कोई मुसलमान उनके बारे में नरम गोशा रख सकता ही नहीं। ना नरम गोशा पैदा किया जा सकता है, ना नरम गोशा रखा जा सकता है। ये जहर आखिर इसने बाहर आना, और अब तो दिन दुगनी रात चुगनी तरक्की हो रही है ना वो जहर उगलवाने में। अब तो माड़ी से मुक्की मारो तो मिर्जाई उल्टियां करनी शुरू हो जाते हैं। जो भी बात मिर्जा कादियानी को कहोगे वो लुटा के नबी पाक को कहेंगे।
तो कौन सा मुसलमान ऐसा बेगैरत और बेहया हो जाएगा, और कितने दिन तक हो जाएगा, कि वो अगर सही नबी पाक से मोहब्बत करता है और वो मुसलमान है, मोमन है, उसके दिल में जाती तौर पर किसी दूसरे मुसलमान का बुग़्ज़ हो सकता है, लड़ाई हो सकती है, लेकिन अगर उसकी उस लड़ाई का ये नतीजा है कि वो उस लड़ाई की वजह से, अपने उस बुग़्ज़ और हसद की वजह से कोई इस तरह की उल्टी सीधी हरकत, तो भी कुछ नहीं होता, तो भी क़यामत नहीं आने वाली यार, कुछ नहीं होगा। 2-4 दिन के बाद मैंने कहा कि मुसलमान सारे जाग रहे हैं, नफरत पैदा हो रही है, हर गुजरने वाले दिन के साथ इस मिर्जाइयत से लोगों को और नफरत पैदा हो रही है। इतनी नफरत हो रही है कि जब से ये सोशल मीडिया आया है, आप जाके उसका ग्राफ चेक करें, लेवल चेक करें, हर गुजरने वाले साल के साथ ये ग्राफ ऊपर को जा रहा है। अब वहां पर मैं, जहां मैं 37 साल गुजार के आया हूँ, जहां पर हम मिर्जाइयों के साथ बैठ के, वहां उनके बरादरी के अंदर बैठ के गपशप उकाशो का चल रहा होता था, अब वो दरवाजा ही बंद होता है, वहां बंदा, वो किसी के आ जा नहीं सकते, नफरत पैदा होगी। क्यों? सोशल मीडिया की वजह से लोगों को पता चला है कि ये मुंह से तो हमें सलाम अलैकुम कहते हैं, ऐसा कहते हैं, वैसा कहते हैं, लेकिन इनके अंदर ये कायदे और नजरियात। भाई आप कितना बचा लोगे उनको? अगर कोई बंदा बचाना भी चाहेगा ना, उन मिर्जाइयों को बचाना भी चाहेगा ना मुसलमानों के गैज़ो गजब से, अल्लाह की कसम नहीं बचा सकता। कैसे बचा सकता है? वो गैज़ो गजब का सबब मुसलमान नहीं है, उस गैज़ो गजब का सबब खुद मिर्जाई लिटरेचर है और मिर्जाइयों का रवैया है। 2 चीजें, मौजूदा मिर्जाइयों का रवैया सोशल मीडिया पर और लिटरेचर, ये है गैज़ो गजब का नतीजा। तो कोई बंदा मुसलमानों के गैज़ो गजब से मिर्जाइयों को बचा नहीं सकता। चलने दो, जिस तरह का कोई करता है करने दो, कुछ नहीं होता यार। खाम खा के ये लड़ाइयाँ डाली हुई हैं, वो ऐसे नहीं कर रहा तो वैसे कर रहा है, वो दरूद पढ़ा रहा है तो वो बातें लंबी, ज्यादा मुनाजरे का शौक, करने दो जिसको मुनाजरे का शौक उसको भी करने दो, जिसको अपनी हिकमत अमली आजमाने का ख्याल है उसको भी आजमाने दो, कुछ नहीं होता। बातें बिल्कुल इत्तेफाक के काबिल हैं, मैं इत्तेफाक करता हूँ, आप ऐसे ही है, लेकिन ये कहाँ का इंसाफ है कि मिर्ज़ाइयों की बराड़ पे जाके सलातो सलाम सुनना और इधर उनको मौका नहीं मिल रहा। देख, एक तरफ बाइकाट करते हैं, थूकते हैं, फिर बराड़ पे आने की कोशिश करते हैं, उसको चाटते हैं। ये कहाँ का इंसाफ है? ये मुसलमानों के खिलाफ, मतलब रद्द मिर्ज़ाइयत ये कर रहे हैं, लेकिन मुसलमानों रद्द इंसानियत भी शुरू कर दिया, रद्द मिर्ज़ाइयत करते करते। मेरे मोहतरम, ये जो आप बात कर रहे हैं ना कि वहाँ पर वो इस्लाम पढ़ें अपनी बराडों पर या सैनी साहब की बराड पर, तो हमारे मुसलमानों की बराड पर ना पढ़ें, ये एक ऐसी बात है कि मैं इस पर इन्ना लिल्लाह ही पढ़ सकता हूँ। आपका दिल करता है आप ट्राई कर लें यार, पढ़वा लें, कुछ नहीं होता। मैं तो खिलाफ नहीं हूँ आपकी, पढ़ाएं जाके, खुद भी पढ़ना चाहें तो खुद भी पढ़ लें, मेरा तो कोई एतराज़ नहीं है। आपका ईमान, आपकी जो मोहब्बत है वो आपके लिए है, मेरी मेरे लिए है। मैं तो अपने मुसलमानों को कहूँगा कि अक्ल कर लो, शर्म कर लो, हया कर लो, गौर कर लो, सोच लो, देख लो। ये तुम्हारा लालच, ये तुम्हारा हिर्स कि जहां जिथे वेखी तवा परात उत्थे गुजारी सारी रात, जहां 100 बंदा देखा इकट्ठा हो गया तो कहा भी हट जाओ, पिछा मैं गल करनी जरूर, पीछे हट जाओ। अगर वहां माहौल अच्छा नहीं है, कंट्रावर्शियल सूरत हाल चल रही है ना, आपका किसी ने आपको निशाने अदर नहीं देना। आप जाके 10-20 बंदों में जाके बैठ के बात कर लो, कुछ नहीं होता। आपने अगर अल्लाह की रजा के लिए करनी है, अपने नबी के हौज़े कौसर से पानी का प्याला पीने के लिए करनी है, तो ये दिल से लालच छोड़ दो कि जहां देखते हैं बराड़ थोड़ी को 100 बंदा इकट्ठा हो गया तो जिद करते हैं भाई मैंने भी बात करनी है, मैंने भी बात करनी है, जबरदस्ती छड्डो परा। जो मुसलमान ऐसा करना चाहता है भाई करे, मेरा कोई एतराज नहीं है, मैं किसी को कोई डिक्टेट करने वाला नहीं है। अगर आपको ये कोई लगता है कि ये बेइंसाफ़ी है, तो जो आपके साथ ये बेइंसाफ़ी करते हैं आप जाने और वो जाने, मेरा कोई इतराज़ नहीं। आप जाने, वो जाने जो आपके साथ झगड़ा करते हैं। मैं तो जो झगड़ा करेगा उसको मना करूंगा, भाई हमारे पास बैठ के ना किसी का करो, उधर जाके करना, लगे रहो, अपना टाइम लगाना, लगाए जाओ। चलें ठीक है भाई, अब्दुल वड़ैच ਨੂੰ ਲੈ ਲਓ, ਮੈਂ ਥੱਲੇ ਲੈ ਲਓ ਅਬਦੁਲ ਵੜੈਚ ਨੂੰ ਸਾਹਿਬ ਨੂੰ ਲੈ ਲਓ। अच्छा एक मिनट जरा, ਇਹ ਜਿਹੜਾ ਮੌਕਫ ਹੈ ਨਾ ਅਖੀਰ ਅਮੀਦ ਦਾ ਵਾ, ਪਤਾ ਨਹੀਂ ਆਖਰੀ ਗੱਲ ਕੀ ਹੋਈ ਹੈ। ਉਧਰ ਗੱਲ ਤੇ ਇੰਨੀ ਹੋ ਰਹੀ ਸੀ, ਸਿਰਫ ਮੈਂ ਆਪਣੀ ਗੱਲ ਕਰ ਦਿੰਦਾ ਕਿ ਉਹ ਕਹਿੰਦਾ ਜੀ ਕੁਰਾਨ ਤੋਂ ਮਿਰਜ਼ਾ ਕਾਦੀਆਨੀ ਦਾ ਫੈਸਲਾ ਕਰਨਾ। ਮੈਂ ਕਿਹਾ ਕੁਰਾਨ ਤੋਂ ਕਦੋਂ ਕਰਨਾ ਹੈ? ਕਰਾਂਗੇ ਤੇ ਮਿਰਜ਼ਾ ਕਾਦੀਆਨੀ ਦੀ ਕਿਤਾਬ ਤੋਂ ਕਰਾਂਗੇ। ਮੈਂ ਉਹਨੂੰ ਕਿਤਾਬ ਤੇ ਲੈ ਕੇ ਆਇਆ, ਉਹ ਇੰਨੀ ਗਲੀ ਤੇ ਅਤਾਲ ਮਨਾਉਣ ਵਿੱਚ ਆ ਕੇ ਕੁੱਦ ਪਿਆ, ਉਹ ਜੀ ਤੁਸੀਂ ਸਾਨੂੰ ਇਦਾਂ ਕੀਤਾ। ਮੈਂ ਕਿਹਾ ਭਾਈ ਤੁਸੀਂ ਨਾ ਕਰੋ ਤੇ ਅਸੀਂ ਵੀ ਨਹੀਂ ਕਰਦੇ। ਜਿਹੜਾ ਸਾਡੇ ਨਬੀ ਦੇ ਬਾਰੇ ਗੱਲ ਕਰੇਗਾ, ਮਿਰਜ਼ਾ ਕਾਦੀਆਨੀ ਨੇ ਕਿਹਾ ਵੀ ਹਰਾਮਜ਼ਾਦਾ, ਰਿਕਾਰਡਿੰਗ ਚੁੱਕ ਕੇ ਵੇਖੋ ਮੈਂ ਗੱਲ ਕੀਤੀ ਕਿ ਨਹੀਂ ਕੀਤੀ।
ਮੈਂ ਕੋਈ ਨਹੀਂ ਕਿਹਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ, ਨਾ ਮੈਨੂੰ ਕਿਹਾ ਕਿ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਸ਼ੌਕ ਹੈ। ਦੂਸਰੀ ਗੱਲ ਬਲਾਲ ਭਾਈ ਤੁਸੀਂ ਯਾਰ ਬਲਾਲ ਅੱਲਾ ਦੇ ਭਾਈ ਨਬੀ ਤੁਸੀਂ ਦੀ ਸਹੀ ਰਾਤ ਗੱਲ ਬੜੀ ਕਰ ਰਹੇ ਵੱਡੀ ਹੈ ਨਾ ਲਾਵਾ ਸਾਹਿਬ, ਇੱਕ ਰੁਪਏ ਉਹਨੇ ਸਿਰਫ ਇੰਨੀ ਗੱਲ ਕੀਤੀ ਸੀ ਉਦੋਂ ਫਜ਼ਾਨ ਦੀ ਬਰਾੜ ਤੇ ਕਿ ਸਲਮਾਨ ਰੁਸ਼ਦੀ ਦੀ ਮਿਸਾਲ ਚ ਉਹਨੇ ਸੈयद ਜ਼ਫਰੁल्लाह ਸ਼ਾਹ ਸਾਹਿਬ ਨਾਲ। ਮੈਂ ਕਿਹਾ ਹੁਣ ਤੂੰ ਅਗਰ ਸੈयद ਜ਼ਫਰੁल्लाह ਸ਼ਾਹ ਸਾਹਿਬ ਦੁਆਰੇ ਗੱਲ ਕੀਤੀ ਤਾਂ ਫਿਰ ਅਸੀਂ ਤੈਨੂੰ ਮੁਸਲਮਾਨ ਗਜ਼ਾਬ ਦੇ ਤਰਕ ਰੱਖਾਂਗੇ। ਇਹ ਵੀ ਉੱਥੇ ਗੱਲ ਹੋਈ, ਲੇਕਿਨ ਇਹ ਗੱਲ ਕੋਈ ਬੰਦਾ ਨੋਟ ਨਹੀਂ ਕਰਦਾ। ਪਤਾ ਨਹੀਂ ਕਿਉਂ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਪਿੱਛੇ ਆਏ ਨੇ ਆ। ਤੁਹਾਨੂੰ ਇੱਕ ਬੰਦਾ ਨਹੀਂ ਪਸੰਦ ਪਈ ਤੁਸੀਂ ਨਾ ਜਾਓ, ਇੰਨੀ ਗੱਲ। ਲੇਕਿਨ ਆਪਣੇ ਕੋਲ ਉਹਦੇ ਬਾਰੇ ਗੱਲਾਂ ਨਾ ਕਰੋ, ਉਹਦੇ ਦਿਲ ਆਪਣੇ ਦਿਲ ਦੇ ਵਿੱਚ ਉਹਦੇ ਵਾਸਤੇ ਐਸੀ ਨਫ਼ਰਤ ਪੈਦਾ ਨਾ ਕਰੋ ਜਿਹਦਾ ਤੁਹਾਡੇ ਕੋਲ ਸਬੂਤ ਕੋਈ ਨਹੀਂ ਹੈ। ਇੰਨੀ ਗੱਲ, ਇਹ ਰਿਕੁਐਸਟ ਮੇਰੀ। ਮੈਂ ਤਾਂ ਕਹਿੰਦਾ ਜੇ ਤੁਸੀਂ ਚੰਗਾ ਪੇ ਕੰਮ ਕਰਦੇ ਹੋ, ਜੇ ਤੁਸੀਂ ਕੋਈ ਐਸੀ ਗਲਤ ਪਾਲਿਸੀ ਤੇ ਅਮਲ ਨਹੀਂ ਪੇ ਕਰਦੇ, ਤੁਹਾਨੂੰ ਸਫਾਈਆਂ ਦੇਣ ਦੀ ਕੀ ਜ਼ਰੂਰਤ ਹੈ? ਸਲਾਮਾ ਸਾਹਿਬ ਮੈਨੂੰ ਕੋਈ ਸ਼ੌਕ ਨਹੀਂ ਆ ਸਫਾਈ ਦੇਣ ਦਾ, ਨਾ ਮੈਂ ਕਿਸੇ ਨੂੰ ਸਫਾਈ ਦੇਣ ਦੀ ਮੈਨੂੰ ਖਵਾਇਸ਼ ਹੈ, ਨਾ ਮੈਂ ਸਮਝਦਾ ਮੈਂ ਕਿਸੇ ਨੂੰ ਸਫਾਈ ਦਵਾਂਗਾ। ਲੇਕਿਨ ਨਾਮ ਲੈ ਕੇ ਇਹ ਕੰਮ ਨਹੀਂ ਕਰਨੀ। ਅਸੀਂ ਮਨਾ ਕਰਾਂਗੇ ਜਿਹੜਾ ਤੁਹਾਡਾ ਨਾਮ ਲੈ ਕੇ ਇੱਥੇ ਗੱਲ ਕਰੇਗਾ, ਜਿਸ ਤਰ੍ਹਾਂ ਫਜ਼ਾਨ ਸਾਹਿਬ ਦਾ ਨਾਮ ਲਿਆ ਗਿਆ ਤੇ ਮੈਂ ਮਨਾ ਕੀਤਾ ਵੀ ਨਾ ਉਹਨਾਂ ਨੂੰ ਮਸ਼ਹੂਰ ਕਰੋ, ਐਡਾ ਤੋਂ ਬੰਦਾ ਕੋਈ ਨਹੀਂ ਹੈ, ਮੈਂ ਤੁਹਾਨੂੰ ਜਾਣਦਾ ਨਹੀਂ ਹੈ। ਲੇਕਿਨ ਅਗਰ ਉਹ ਬੰਦਾ ਕੋਈ ਗਲਤ ਤਰੀਕੇ ਨਾਲ ਕਰਦਾ ਪਿਆ ਤੁਹਾਨੂੰ ਕਰ ਲੈਣ ਦਿਓ, 2-4 ਦਿਨ ਬਾਅਦ ਫਿਲਟਰ ਲੱਗਾ आपे ही लोगों दी अखां खुल जांदियां ने या वो बंदे नूं आप एहसास हो जाता है। अच्छा आमिर भाई मैं यहाँ पे इख्तिलाफ करूंगा थोड़ा सा आपसे। देखें आप ये कह रहे हैं ना कि उसका नाम इसलिए ना लो कि वो मशहूर हो जाएगा। यार जो ज्यादती कर रहे हैं, झूठ बोल रहे हैं, इस पे आप इनको मना नहीं कर रहे, आप मशहूरी से रोकने के लिए मना कर रहे हैं। यार ये भी ज्यादती। आमिर भाई आप बड़े आदमी हैं, कम से कम इसका तो ख्याल करें। आप तो ये इनके आइडियल हैं। पहले भाई मैंने तो पहले कहा कि जो आप नाम ले लेके ये नाम ले लेके झूठ बोल रहे हैं, झूठ बोल रहे हैं ये लोग, आप झूठ से मना नहीं कर रहे। ओ भाई साहब मेरे सामने तो किसी ने झूठ नहीं ना बोला, मेरे सामने तो जो उन्होंने बात की मैं तो उसको बयान कर रहा हूँ। मुझे नहीं पता कि पीछे क्या बात हुई है। मैं ये कह रहा हूँ कि अगर किसी बंदे ने आपके साथ कोई झगड़ा किया है तो गलत किया है, खाम खा आपको मशहूर कर रहा है, जरूरत ही कोई नहीं है झगड़ा करने की। इसमें क्या गलत बात मैं कह रहा हूँ? आप कंट्रोवर्शियल वे से कोई बात करना चाहते हैं तो कर लें, मुसलमानों को खुद यार जगाओ, हाँ अपनी कौम को जगाओ। आप में इतनी अगर हिम्मत है, ताकत है, आपकी बात में जान है, आपके पास दलाइल हैं, तो आपकी बात से लोग कन्विंस हो जाएंगे, ऐसी जगह पर नहीं जाएंगे। तो जाते हैं तो जाने दो, आप अपना काम करो, इसमें कोई गलत बात तो मैंने नहीं कही है। वडायत साहब खुश आमदेद करो गल जी। अस्सलाम वालेकुम किबला मोहतरम, कैसे हैं? वालेकुम अस्सलाम, अल्हम्दुलिल्लाह, अल्लाह का करम। माशाल्लाह। अच्छा मुबारक हो सब मुसलमानों को, एक मरजाई ने एक बाले मरजाइयत कर लिया है। ओ दफा करो जी, ਉਹਦਾ ਨਾਮ ਹੀ ਨਾ ਲਓ ਯਾਰ, ਕੋਈ ਕਰਾਓ ਤੇ ਆਪਣੇ ਰੋਲੇ ਨਹੀਂ ਮੁੱਕਣ ਦੇ। जो उसने देखे दजल फैलाया, लोगों को गुमराह कौन ਰਹਿਣ ਦੋ ਪਤਾ ਨਹੀਂ ਕੌਣ ਹੈ, ਮੈਂ ਨਹੀਂ ਜਾਣਦਾ। ਤੁਸੀਂ ਕਿਹਦੀ ਗੱਲ ਕਰ ਰਹੇ ਹੋ, ਲੇਕਿਨ ਰਹਿਣ ਦੋ, ਕੋਈ ਹੋਰ ਗੱਲ ਕਰ ਰਹੇ। आमिर भाई जैसे आप कह रहे थे ना, मुख्तलिफ फितने खड़े होते हैं, और ये बात बड़ी आपने माशाल्लाह खूबसूरत की, क्योंकि सच और हक की बात यही है कि सच ने ही प्रिवेल करना है। आखिर में जो मर्जी है इंसान कर ले, जो मर्जी स्कीमा हासिल ला लिए, अल्लाह ताला दा जेड़ा इंसाफ और सच है प्रिवेल होने ही करना। कोई इंसान इन्ना माई दा लाल नहीं कि वो फॉरएवर लोगों को बेवकूफ बना सके। सो ये वे कि हर किसी की नीयत जेड़ी है वो खुद ही आश्कार हो जाएगी और उन्होंने अमल भी जो ज़ाहिर सामने आ जाएगा। तो इस वास्ते मैं थोड़ी गल बिल्कुल बजा और सही है अपना है मौकफ कि जो कोई जिस अपने असलूब नाल अपना काम करना चाहता है वो उन्होंने वाकई करन दिता जाए, उन्होंने कम से कम इन्ना गुंजाइश या रूम दिता जाए कि वो जो अचीव करना चाहते हैं वो कर दें। तो मेरा ख्याल है एक उसने इन्ना ते बढ़कर बस ये कि जेड़ा गलत करदा होवे ਉਹਨੂੰ ਸਪੋਰਟ ਨਹੀਂ ਕਰਨਾ ਚਾਹੀਦਾ। हर मुसलमान ਨੂੰ ਚਾਹੀਦਾ ਕਿ ਉਹ ਸਮਝੇ ਕਿ ਕਿੱਥੇ ਗਲਤ ਹੋ ਰਿਹਾ, ਕਿੱਥੇ ਸਹੀ ਹੋ। ਜਿੱਥੇ ਗਲਤ ਹੋ ਰਿਹਾ ਉੱਥੇ ਜਾ ਕੇ ਆਪਣੀ ਪ੍ਰੈਜ਼ੈਂਸ ਸ਼ੋ ਕਰਕੇ ਤੁਸੀਂ ਉਹਨਾਂ ਨੂੰ ਸਪੋਰਟ ਕਰਨ ਦਾ ਸਬਬ ਬਣਦੇ ਹੋ। ਆਪਣੀ ਪ੍ਰੈਜ਼ੈਂਸ ਨਾ ਸ਼ੋ ਕਰੋ। ਇਹ ਤੇ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ ਕਿ ਐਸੀ ਜਗ੍ਹਾ ਦੇ ਉੱਤੇ ਆਪਣੀ ਪ੍ਰੈਜ਼ੈਂਸ ਨਾ ਸ਼ੋ ਕਰੋ, ਪਿੱਛੇ ਰਹੋ। ਫਾਰ ਯੂ ਤੇ ਬੈਕ ਦੇਖ ਲਓ 2 ਮਿੰਟ ਕੀ ਗੱਲ ਕਰਦੇ ਪਏ। ਮੈਂ ਤੁਹਾਨੂੰ ਇੱਥੇ ਦੱਸਣਾ ਵਾ, ਇਸ ਬਰਾੜ ਤੋਂ ਜਦੋਂ ਮੈਂ ਆਇਆ 2 ਘੰਟੇ ਪਹਿਲੇ, ਇੱਥੇ ਇੱਕ ਮਿਰਜ਼ਾਈ ਇੱਕ ਨਵੇਂ ਜਿਹੇ ਮੁਸਲਮਾਨ ਦੇ ਨਾਲ ਉਹ ਬਹਿਸ ਵਿੱਚ ਉਲਝਿਆ ਸੀ ਤੇ ਉਹ ਉਹਨੂੰ ਨਾ ਬਾਰ-ਬਾਰ ਸਾਡੇ ਖੁਲਾਫਾਏ ਰਾਸ਼ਦੀਨ ਦੇ ਬਾਰੇ ਕੋਈ ਗੱਲਾਂ ਕਰ ਰਿਹਾ ਸੀ, ਖਿੱਚ ਕੇ ਉਧਰ ਲੈ ਕੇ ਜਾ ਰਹੇ। ਉਹ ਮੌਲਾ ਅਬਾਸ ਨਾਂ ਦੀ ਜਿਹੜੀ ਆਈਡੀ ਮਿਰਜ਼ਾਈ ਤੇ ਬਾਰ-ਬਾਰ ਕਹਿ ਰਿਹਾ ਸੀ ਹਜ਼ਰਤ ਅਬੂ ਬਕਰ ਸਦੀਕ ਜਦੋਂ ਖਲੀਫਾ ਹੋਏ ਤੇ ਕੀ ਹੋਇਆ, ਹਜ਼ਰਤ ਉਮਰ ਜਦੋਂ ਖਲੀਫਾ।
ਉਹ ਮੁਸਲਮਾਨ ਉਹਨੂੰ ਇਹਨਾਂ ਦੇ ਬਨੌਟੀ ਖਲੀਫਿਆਂ ਦੇ ਬਾਰੇ ਪੁੱਛਣਾ ਚਾਹੁੰਦਾ ਸੀ, ਉਹ ਬਾਰ-ਬਾਰ ਉਧਰ ਜਾਂਦਾ ਸੀ। ਮੁਸਲਮਾਨ ਨੇ ਸਿਰਫ ਇੰਨਾ ਆਖ ਦਿੱਤਾ ਕਿ ਯਾਰ ਜਿਹੜਾ ਤੁਹਾਡਾ ਮਿਰਜ਼ਾ ਮਸਰੂਰ ਹੈ ਜਿਹੜਾ ਖਲੀਫਾ, ਉਹਦੀ ਗੱਲ। ਇੱਥੇ ਐਸੇ ਬਰਾੜ ਦੇ ਉੱਤੇ ਇੱਕ ਮਿਰਜ਼ਾਈ ਨੇ ਬੋਲ ਕੇ ਆਖਿਆ, ਤਮੀਜ਼ ਸੇ ਨਾਮ ਲੋ, ਹਮਾਰੇ ਖਲੀਫਾ का ਤਮੀਜ਼ ਸੇ ਨਾਮ ਲੋ। ਮੇਰੇ ਆਨ ਦੀ ਗੱਲ ਐ ਮੈਂ ਆਪਣੇ ਕੰਨਾਂ ਨਾਲ ਐਸੇ ਬਰਾੜ ਦੇ ਉੱਤੇ ਸੁਣੇ 2 ਘੰਟੇ ਪਹਿਲੇ। ਮੇਰਾ ਇਹ ਮਿਸਾਲ ਮੈਂ ਤਾਂ ਦਿੱਤੀ ਤੁਹਾਨੂੰ ਕਿ ਜਿਹੜਾ ਮਿਰਜ਼ਾਈਆਂ ਦਾ ਰਵੱਈਆ ਹੈ ਨਾ, ਉਹ ਤੇ ਜਿਹੜਾ ਮਿਰਜ਼ਾਈਆਂ ਦਾ ਲਿਟਰੇਚਰ ਹੈ, ਉਹ ਇਹ 2 ਚੀਜ਼ਾਂ ਐਸੀਆਂ ਨੇ ਕਿ ਮਿਰਜ਼ਾਈਆਂ ਨੂੰ ਮੁਸਲਮਾਨਾਂ ਦੇ ਗੈਜ਼ੋ ਗਜ਼ਬ ਤੋਂ ਬਚਾ ਸਕਦੀਆਂ ਹੀ ਨਹੀਂ। ਜਿੰਨਾ ਮਰਜ਼ੀ ਕੋਈ ਮੁਸਲਮਾਨ ਉਹਨਾਂ ਨਾਲ ਰਲ ਕੇ ਕਰਨਾ ਚਾਹੇਗਾ ਰਲ ਕੇ ਕਰ ਲਵੇ, ਉਹਨਾਂ ਨੂੰ ਵੈਸੇ ਝੋਲੀ 'ਚ ਬਾਣਾ ਚਾਹੇ ਝੋਲੀ 'ਚ ਬਾਲ ਕੇ ਤੱਕ ਲਵੇ, ਵੈਸੇ ਬੇਵਕੂਫੀ ਆਪਣੇ ਕਿਸੇ ਮੁਸਲਮਾਨ ਨਾਲ ਉਹਦੀ ਲੜਾਈ ਹੈ ਤੇ ਉਹਦੀ ਵਜ੍ਹਾ ਤੋਂ ਆਪਣਾ ਉਹ ਕੋਈ ਹਰਕਤ ਕਰਨਾ ਚਾਹੁੰਦਾ ਉਹ ਕਰਕੇ ਵੇਖ ਲਵੇ। ਇਨ ਦਾ ਐਂਡ ਰਿਜ਼ਲਟ ਇਹ ਹੀ ਹੋਏਗਾ, ਲਿਖ ਲਓ ਪੱਥਰ ਦੇ ਉੱਤੇ, ਕਿ ਮਿਰਜ਼ਾਈਆਂ ਦਾ ਲਿਟਰੇਚਰ ਔਰ ਮਿਰਜ਼ਾਈਆਂ ਦਾ ਰਵੱਈਆ ਉਹ ਇਸ ਨਫ਼ਰਤ ਦਾ ਸਬਬ ਹੈ, ਜਿਹੜੀ ਨਫ਼ਰਤ ਹਰ ਗੁਜ਼ਰਨ ਵਾਲੇ ਦਿਨ ਨਾਲ ਵੱਧ ਰਹੀ ਹੈ ਔਰ ਵਧੇਗੀ ਮਜ਼ੀਦ। ਜੂੰ ਕਮਲੀ ਭਿਜੇਗੀ ਤੇ ਤੂੰ ਭਾਰੀ ਹੋਵੇਗੀ। ਇਹ ਜੂੰ ਇਹਨਾਂ ਦਾ ਲਿਟਰੇਚਰ ਬਾਹਰ ਆਵੇਗਾ ਤੇ ਜੂੰ ਇਹਨਾਂ ਦੇ ਰਵੱਈਏ ਨੂੰ ਤੁਸੀਂ ਦੇਖੋਗੇ, ਮੁਸਲਮਾਨ ਦੇਖਣਗੇ ਨਫ਼ਰਤ ਹੀ ਕਰਨੀ ਮੁਸਲਮਾਨਾਂ ਨੇ। ਇੱਕ ਬੰਦੇ ਦੀ ਗਲਤੀ ਨਾਲ 2 ਬੰਦਿਆਂ ਦੀ ਗਲਤੀ ਨਾਲ ਕੁਝ ਨਹੀਂ ਹੁੰਦਾ, ਕਰਨ ਦਿਓ, ਕੋਈ ਨਹੀਂ ਹੁੰਦਾ। ਕੱਲ ਜਦੋਂ ਤੁਸੀਂ ਆਏ ਸਨ ਨਾ, ਉਦੋਂ ਹੁਸੈਨੀ ਸਾਹਿਬ ਦੇ ਬਰਾੜ ਤੇ ਤੁਸੀਂ ਗਲਬਨ ਲੇਟ ਆਏ ਸੀ ਤੇ ਤੁਹਾਨੂੰ ਲੱਗਾ ਸ਼ਾਇਦ ਮੈਂ ਲੜਨ ਦਿਆਂ। ਮੈਂ ਲੜਨ ਕੋਈ ਨਹੀਂ ਸੀ ਦਿਆਂ, ਮੈਂ ਉਹਦੇ ਸਿਰ 'ਚ ਇਹੀ ਛਿੱਤਰ ਮਾਰਨ ਦਿਆਂ ਸੀ ਵੀ ਜਦੋਂ ਮੁਸਲਮਾਨ ਤੁਹਾਡੇ ਨਿਜ਼ਾਮ ਦੇ ਬਾਰੇ ਗੱਲ ਕਰਦਾ ਹੈ, ਤੁਸੀਂ ਨੱਸ ਕੇ ਕਹਿੰਦੇ ਹੋ ਕਿ ਹਾਂ ਵੀ ਮੁਸਲਮਾਨ ਹੈ, ਤੇ ਜਦੋਂ ਚੀਮਾ ਕੋਈ ਗੱਲ ਕਰੇ ਤਾਂ ਉਹਨੂੰ, ਤੇ ਫਿਰ ਤੂੰ ਸਾਡੇ ਬਾਰੇ ਜਾਂ ਗੱਲ ਨਹੀਂ ਕਰਨੀ ਤੇ ਜਾਂ ਚੀਮਾ ਵੀ ਗੱਲ ਕਰੇਗਾ ਤਾਂ ਉਹਨੂੰ ਰੋਕੀ ਦਿਖਾਉਣ ਤੇ ਸਿਰ ਛਿੱਤਰ। ਇਹ ਗੱਲ ਕਰ ਰਿਹਾ ਸੀ ਮੈਂ, ਅਸੂਲੀ ਗੱਲ ਕਰ ਰਿਹਾ ਸੀ। ਤਾਂ ਤੁਸੀਂ ਸ਼ਾਇਦ ਲੇਟ ਆਏ ਤੇ ਤੁਹਾਨੂੰ ਲੱਗਾ ਵੀ ਜਦ ਕੋ ਮੈਂ ਲੜ ਰਿਹਾ। ਨਹੀਂ, ਮੈਂ ਤੁਹਾਨੂੰ ਕੋਈ ਗਲਤ ਨਹੀਂ ਕਿਹਾ, ਮੈਂ ਤੁਹਾਨੂੰ ਟੋਕਿਆ ਤੇ ਨਹੀਂ, ਸਹੀ ਤੁਸੀਂ ਗੱਲ ਕਰ ਰਹੇ ਸੀ, ਬਿਲਕੁਲ ਸਹੀ ਹੋ ਰਹੀ ਸੀ ਗੱਲ। ਉਹਨਾਂ ਦਾ ਇਲਾਜ ਇਹ ਹੀ ਹੈ, ਨਾ ਸਿਰਫ ਇਹ ਕਿ ਉਹਨਾਂ ਨੂੰ ਪਹਿਲਾਂ ਦਲਾਇਲ, ਉਹਦੇ ਬਾਅਦ ਜਿਸ ਹੁਜਤ ਤਮਾਮ ਹੋਣ ਤੋਂ ਬਾਅਦ ਨਾ ਆਵਣ। ਮਿਰਜ਼ਾਈਆਂ ਦੀ ਠਕਾਈ ਕਰਨੀ ਚਾਹੀਦੀ, ਬਿਲਕੁਲ ਕਰਨੀ ਚਾਹੀਦੀ। ਜੋ ਤੁਸੀਂ ਕਰ ਰਹੇ ਸੀ ਸਹੀ ਕਰ ਰਹੇ, ਮੈਂ ਤਾਂ 100% ਉਹਦੇ ਨਾਲ ਮੁਤਫਿਕ, ਮੈਂ ਤੁਹਾਨੂੰ ਗਲਤ ਨਹੀਂ ਕਿਹਾ। ਇਹ ਹੁਣ ਮੈਂ ਇੱਥੇ ਵੀ ਇਹ ਗੱਲ ਕੀਤੀ, ਇੱਥੇ ਵੀ ਕੋਈ ਮਿਰਜ਼ਾਈ ਆਇਆ ਸੀ, ਜਿਹੜੇ ਅਲਫਾਜ਼ ਟੋਨੀ ਨੇ ਬੋਲੇ ਨੇ MSR ਨੂੰ, ਮੈਂ ਤੈਨੂੰ ਅਲਫਾਜ਼ ਬੋਲ ਕੇ ਦੱਸਣ ਲੱਗਾ ਕਿ ਤੁਹਾਡੀ ਜੁਰਤ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਾਡੇ ਖੁਲਫਾ ਦਾ ਨਾਂ ਆਪਣੀ ਗੰਦੀ ਜ਼ੁਬਾਨ ਨਾਲ ਲਵੋ, ਆਪਣੀਆਂ ਗੰਦੀਆਂ ਜ਼ੁਬਾਨਾਂ ਨਾਲ ਸਾਡੇ ਪਾਕ ਹਸਤੀਆਂ ਦਾ ਨਾਮ ਹੀ ਨਾ ਲਵੋ। ਤੁਸੀਂ ਆਪਣੀ ਤਲੀਮ ਪੇਸ਼ ਕਰੋ, ਜੋ ਤੁਹਾਡੀ ਤਲੀਮ, ਤੁਸੀਂ ਆਪਣਾ ਮਜ਼ਹਬ ਪੇਸ਼ ਕਰੋ। ਇਹ ਟੋਨੀ ਨੇ ਲਫ਼ਜ਼ ਕਹਿੰਦੇ ਆਈ, ਮੈਂ ਕਹਿ ਰਿਹਾ, ਮੈਂ ਨਹੀਂ ਇੱਥੇ ਕਹਿ ਰਿਹਾ ਸੀ ਜਿਹੜੀ ਤੁਸੀਂ ਰਾਤੀ ਗੱਲ ਕਰ ਰਹੇ ਸੀ। ਮਤਲਬ ਇਹ ਹੈ ਕਿ ਐਸੀ ਬਦਮਾਸ਼ੀ ਇਸ ਕੌਮ ਦੀ ਹੈ ਕਿ ਮੁਸਲਮਾਨ ਜਿਹੜੇ ਦੁਨੀਆ ਦੇ 2 ਅਰਬ ਮੁਸਲਮਾਨ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਅਸੀਂ ਵੀ ਮੁਸਲਮਾਨ ਆ ਤੇ ਹਮਾਰਾ ਵੀ ਇਸਲਾਮ ਹੈ, ਤੇ ਸਾਡਾ ਹੱਕ ਹੈ ਮੁਸਲਮਾਨਾਂ ਦੇ ਫਿਰਕਿਆਂ ਦੇ ਬਾਰੇ ਗੱਲ ਕਰਨ ਦਾ, ਮੁਸਲਮਾਨਾਂ ਦੇ ਪਾਕਿਸਤਾਨ ਦੇ ਬਾਰੇ ਕੰਮ ਕਰਨ ਦਾ। ਤੇ ਜੇ ਕੋਈ ਇਹਨਾਂ ਦੇ ਜਵਾਬ ਨੇ ਉਹ ਸਿਰ 'ਚ ਪਿਆ ਹੋਇਆ ਵਾ, ਉਹ ਚਿੱਟੜਾ ਚਮੜਿਆ ਹੋਇਆ ਵਾ ਸੀਮਾ ਇਹਨਾਂ ਨੂੰ, ਉਹਨੂੰ ਕਹਿੰਦੇ ਨੇ ਸਾਡੇ ਨਿਜ਼ਾਮ ਦੇ ਬਾਰੇ ਗੱਲ ਨਾ ਕਰੋ, ਤੁਸੀਂ ਬਦਮਾਸ਼ ਜੇ, ਤੇ ਤੁਹਾਡੇ ਸਿਰ 'ਚ ਛਿੱਤਰ ਹੀ ਮਾਰ ਦੇਣਾ ਅਸੀਂ ਅੱਗ ਥੱਕ ਕੇ। ਵੱਜਣੇ ਚਾਹੀਦੇ ਨੇ ਚਿੱਤਰ ਵੱਜਣੇ ਚਾਹੀਦੇ ਨੇ। ਜੋ ਤੁਸੀਂ ਰਾਤੀ ਮਾਰ ਰਹੇ ਸੀ ਬਿਲਕੁਲ ਠੀਕ ਮਾਰ ਰਹੇ ਸੀ, ਬਿਲਕੁਲ ਠੀਕ ਮਾਰ ਰਹੇ ਸੀ। ਬਸ ਉਹ ਬਾਅਦ ਵਿੱਚ ਮੈਂ ਵੇਖਿਆ ਮਲਕ ਕੈਸਰ ਸਾਹਿਬ ਦਾ ਤੇ ਸ਼ਾਨ ਭਾਈ ਦਾ, ਉਹ ਥੋੜੀ ਜਿਹੀ ਇਹਨਾਂ ਨੇ ਨਾ ਜ਼ਿਆਦਤੀ ਕੀਤੀ ਹੈ। ਮੇਰੀ ਗੱਲ ਸੁਣੋ, ਸੁਣਦੇ ਪਏ ਮਲਕ ਕੈਸਰ ਸਾਹਿਬ, ਜਾਗਦੇ ਪਏ ਹੋ? ਤੇ ਸ਼ਾਨ ਭਾਈ ਵੀ ਦੋਵੇਂ, ਜਿੰਨੀ ਗੱਲ ਕੋਈ ਕਰੇ ਨਾ ਓਨੀ ਹੀ ਕਰਨੀ ਚਾਹੀਦੀ ਹੈ, ਉਹਦੇ ਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ। ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖਣਾ ਚਾਹੀਦਾ ਹੈ। ਗਾਲ ਆਪਣੇ ਮੂੰਹ 'ਚ ਨਾ ਕੱਢੋ, ਨਾ ਪਹਿਲ ਕਰੋ। ਹਾਂ, ਉਹ ਜਿਹੜੀਆਂ ਗਾਲਾਂ ਕੱਢਦੇ ਨੇ, ਜੋ ਕੋਈ ਉਹਨੇ ਕਿਹਾ ਇਹ ਐਸੇ ਬੇਸ਼ਰਮ ਹੈ, ਇਹ ਐਸੇ ਬੇਗੈਰਤ ਹੈ, ਸਾਰੇ ਲਫ਼ਜ਼ ਉਹਨਾਂ ਦੇ ਮੂੰਹ ਤੇ ਮਾਰੋ। ਇਨਮਾ ਨਰੁੱਦੁ ਸੱਬ ਸਾਬੀਨਾ ਅਲੂਹਿਮ, ਇਹਨਾਂ ਦੇ ਮੂੰਹ ਤੇ ਮਾਰੋ ਜੋ ਕੋਈ ਇਹਨਾਂ ਬਕਵਾਸਾਂ ਕੀਤੀਆਂ। ਲੇਕਿਨ ਥੋੜਾ ਜਿਹਾ ਤੁਸੀਂ ਐਗਜ਼ੈਜਰੇਟ ਕਰ ਗਏ ਦੋਵੇਂ, ਜਜ਼ਬਾਤ ਵਿੱਚ ਆ ਕੇ ਨਾ, ਤੇ ਗੁੱਸੇ 'ਚ ਆ ਕੇ ਤੇ ਟਾਇਰਡ ਖੁੱਲਣਾ ਨਹੀਂ ਚਾਹੀਦਾ, ਜ਼ਬਤ ਹੋਣਾ ਚਾਹੀਦਾ। ਆਪਣੀ ਗੁਫ਼ਤਗੂ, ਆਪਣੇ ਕਲਾਮ ਦੇ ਵਿੱਚ ਕੰਟਰੋਲ ਰੱਖੋ, ਡੱਕ ਕੇ ਰੱਖੋ ਆਪਣੇ ਆਪ ਨੂੰ। ਇਹ ਮੈਂ ਲਫ਼ਜ਼ ਕਹਿਣਾ, ਇਹ ਮੈਂ ਨਹੀਂ ਕਹਿਣਾ, ਗਾਲ ਮੈਂ ਨਹੀਂ ਕੱਢਣੀ। ਜੋ ਉਹਨੇ ਲਫ਼ਜ਼ ਕਹਿਣੇ ਉਹ ਮੈਨੂੰ ਜ਼ਰੂਰ ਕਹਿਣੇ ਕਿ ਮੈਂ ਥੱਲੇ ਬੈਠਾ ਸਾਂ ਤੇ ਤੂੰ ਉੱਤੇ ਬਕਵਾਸ ਕਰਨ ਲੱਗਾ ਸੈਂ, ਤੇ ਜੋ ਤੂੰ ਕੀਤੇ ਨੇ ਉਹ ਮੈਂ ਹੁਣ ਤੈਨੂੰ ਕਹਿਣੇ ਨੇ, ਸੁਣ ਲੈ। ਠੋਕੋ ਬੇਸ਼ੱਕ, ਕਾਂ ਦਾ ਪਿਆਰ ਤੇ ਕਾਂ ਦੀ ਹਮਦਰਦੀ ਇਹਨਾਂ ਨਾਲ। ਇਹਨਾਂ ਨੂੰ ਰਵਾਲ ਮੌਕਾ ਮਿਲੇ। ਹੁਸੈਨੀ ਸਾਹਿਬ ਜਿਸ ਵਿੱਚ ਮੈਂ ਚਲਾ ਜਾਣਾ ਨਾ, ਤੇ ਹੁਸੈਨੀ ਸਾਹਿਬ ਪੂਰਾ ਪੈਨਲ ਮਿਰਜ਼ਾਈਆਂ ਦਾ ਇਕੱਠਾ ਕਰ ਲੈਂਦੇ ਨੇ,
ਤੇ 5-10 ਮਿੰਟ ਦੇ ਵਿੱਚ ਇਹ ਉਲਟੀਆਂ ਕਰਨ ਸ਼ੁਰੂ ਹੋ ਜਾਂਦੇ ਨੇ, ਗਾਲਾਂ ਕੱਢਣ ਸ਼ੁਰੂ ਹੋ ਜਾਂਦੇ ਨੇ। ਉਹਦੇ ਬਾਅਦ ਮੈਨੂੰ ਵੀ ਪਤਾ ਕਿ ਹੁਸੈਨ ਸਾਹਿਬ ਪਿੱਛੋਂ ਇੱਕ ਅੱਧੇ ਬੰਦੇ ਨੂੰ ਲੈਂਦੇ ਨੇ ਵੀ ਲੈ ਬਾਈ ਦੇ ਲੈ ਜਵਾਬ। ਉਹ ਨੋਟ ਕਰੋ ਗੱਲਾਂ ਜੋ ਉਹਨਾਂ ਕਹੀਆਂ ਨੇ। ਉਹ ਮੈਂ ਸਭ ਮੁਸਲਮਾਨਾਂ ਨੂੰ ਕਹਾਂਗਾ, ਇਹ ਨਹੀਂ ਸਿਰਫ 2 ਬੰਦਿਆਂ ਨੂੰ, ਲੇਕਿਨ ਇਹਨਾਂ 2 ਭਾਈਆਂ ਦੀ ਰਾਤੀ ਮੈਂ ਮਹਿਸੂਸ ਕੀਤਾ ਕਿ ਜ਼ਿਆਦਤੀ ਇਹਨਾਂ ਨੇ ਇਹ ਕੀਤੀ ਕਿ ਉਹ ਜਿਹੜੇ ਲਫ਼ਜ਼ ਇਹਨਾਂ ਨੇ ਬਾਅਦ ਚ ਕਹੇ ਨੇ ਉਹਦੀ ਕੋਈ ਜ਼ਰੂਰਤ ਨਹੀਂ ਹੈ। ਜਿੰਨੇ ਉਹਨਾਂ ਨੇ ਕਹੇ ਨੇ ਉਹਨੇ ਉਹਨਾਂ ਦੇ ਮੂੰਹ ਚ ਤੁੰਨ ਦਿਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਬਰਾਡਾਂ ਲਾਈਵ ਚੱਲ ਰਹੀਆਂ ਹੁੰਦੀਆਂ ਨੇ। ਫਰਜ਼ ਕਰੋ ਕਿ ਬੰਦਾ ਮੁਸਲਮਾਨ ਤੁਹਾਡੇ ਪੈਨਲ ਤੇ ਨਹੀਂ ਵੀ ਹੈ ਨਾ, ਹੋ ਸਕਦਾ ਬਾਹਰ ਬਹਿ ਕੇ ਸੁਣਦਾ ਜਾਂ ਥੱਲੇ ਬਹਿ ਕੇ ਸੁਣਦਾ ਪਿਆ ਹੋਵੇ। ਜੇ ਤੁਸੀਂ ਉਹਨੂੰ ਗਾਲਾਂ पे ਕੱਢ ਦਿਓ, ਇਹ ਸਾਰੇ ਬੇਗੈਰਤ ਹੈ, ਇਹ ਸਾਰੇ ਬੇਸ਼ਰਮ ਹੈ, ਜੋ ਕੋਈ ਤੁਸੀਂ ਬਕਵਾਸਾਂ ਕੀਤੀਆਂ ਨੇ ਉਹ ਤੁਹਾਡੇ ਮੂੰਹ ਚ ਤੁਰਨੀਆਂ। ਬਸ ਦਿਓ ਉਹਨਾਂ ਨੂੰ ਬੇਸ਼ੱਕ ਜਵਾਬ, ਜਿਹੜਾ ਮੁਸਲਮਾਨ, ਲੇਕਿਨ ਗਾਲਾਂ ਗੋਲਾਂ ਨਾ ਕੱਢੋ, ਕੰਟਰੋਲ ਰੱਖੋ ਆਪਣੇ ਆਪ। ਇਹ ਕੋਈ ਨਾ ਹੋ ਗਏ ਨੇ ਉਹ ਜ਼ੀਮ ਬੱਟ ਨਾਲ ਹੀ ਤੁਹਾਡਾ ਮੁਨਾਜ਼ਰਾ ਹੁੰਦਾ ਤੇ ਉਹ ਜ਼ੀਮ ਬੱਟ ਵੀ ਆ ਗਿਆ, ਕਹਿੰਦਾ ਜੀ ਉਸਮਾਨ ਸਾਹਿਬ ਕਰਨੀ ਹੈ ਮੈਂ ਗੱਲ। ਅੱਛਾ ਉਹਨੂੰ ਮੈਂ ਪਹਿਲੇ ਵਾਰਨਿੰਗ ਦਿੱਤੀ, ਮੈਂ ਕਿਹਾ ਗੱਲ ਸੁਣੀ। ਉਹਨਾਂ ਨੇ ਬਿਲਕੁਲ ਹੀ ਕਹਾਣੀ ਫੇਰ ਦਿੱਤੀ ਸੀ ਹੁਸੈਨੀ ਸਾਹਿਬ ਦੀ ਬਰਾੜ ਤੇ ਨਾ, ਉਹ ਬੰਬਾਸਟਿਕ ਤੇ ਹੱਥੋਂ ਬਾਹਰ ਹੋ ਜਾਂਦਾ ਹੈ। ਕੱਲ ਉਸਨੇ ਮੇਰੇ ਕੋਲ ਛਿੱਤਰ ਵੀ ਬੜੇ ਟੈਟ ਖਾਦੇ ਨੇ। ਵੈਸੇ ਤੁਸੀਂ ਹੁਣ ਉੱਠ ਕੇ ਆਇਓ, ਮੈਂ ਗੱਲ ਜਿਹੜੀ ਕੀਤੀ ਤੁਸੀਂ ਸੁਣੀ ਨਹੀਂ ਹੈ। ਤੁਸੀਂ ਅਗਰ ਮਲਕ ਕੈਸਰ ਸਾਹਿਬ ਉੱਤੇ ਚੜ ਕੇ ਜਿਹੜੀ ਗੱਲ ਕੀਤੀ ਹੈ ਨਾ, ਅਗਰ ਤੁਸੀਂ 3 ਮਿੰਟ ਬੋਲੇ ਹੋ ਤੇ ਪਹਿਲੇ 2 ਮਿੰਟ ਤੁਸੀਂ ਬਿਲਕੁਲ ਸਹੀ ਬੋਲੇ ਨੇ ਲਫ਼ਜ਼, ਆਖਰੀ ਮਿੰਟ ਜਿੰਨੇ ਲਫ਼ਜ਼ ਤੁਸੀਂ ਬੋਲੇ ਨੇ ਉਹ ਗਲਤ ਸਨ, ਉਹ ਨਹੀਂ ਸੀ ਬੋਲਣੇ ਚਾਹੀਦੇ। ਸ਼ਾਨ ਭਾਈ ਨੇ ਵੀ ਪਹਿਲੇ ਗੱਲ ਠੀਕ ਸ਼ੁਰੂ ਕੀਤੀ ਹੈ, ਬਾਅਦ ਚ ਮੈਂ ਅਵੇਸ ਥੋੜਾ ਫੋਨ ਤੋਂ ਦੂਰ ਸਾਂ, ਮੇਰਾ ਖਿਆਲ ਹੈ ਕਿ ਪਹਿਲੇ ਗੱਲ ਸਹੀ ਸ਼ੁਰੂ ਕੀਤੀ ਹੈ, ਲਫ਼ਜ਼ ਸਹੀ ਬੋਲੇ ਨੇ, ਬਾਅਦ ਵਿੱਚ ਜ਼ਾਹਿਰ ਹੈ ਕਿ ਉਹ ਫਿਰ ਤੂੰ ਤਕਰਾਰ ਸ਼ੁਰੂ ਹੋ ਜਾਂਦੀ, ਉਹ ਵੀ ਬੋਲਣ ਸ਼ੁਰੂ ਹੋ ਜਾਂਦੇ ਨੇ, ਤੇ ਫਿਰ ਉਸ ਵੇਲੇ ਟਾਇਰਡ ਖੁੱਲਣ ਦਾ ਡਰ ਤੇ ਹੁੰਦਾ ਹੈ ਉਸ ਵੇਲੇ। ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਟਾਇਰਡ ਨਾ ਖੁੱਲੇ। ਮੁਸਲਮਾਨ ਨੂੰ ਜ਼ੇਬ ਨਹੀਂ ਦਿੰਦਾ ਕਿ ਮੁਸਲਮਾਨ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢੇ। ਹਾਂ, ਜੋ ਕੋਈ ਇਹ ਬਕਵਾਸਾਂ ਕਰਦੇ ਨੇ ਇੱਕ ਬਿਸ਼ੱਕ ਇਹਨਾਂ ਦੇ ਮੂੰਹ ਚ ਤੁੰਨੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਿਰਜ਼ਾਈ ਕਿਹੜੇ ਲਹਿਜੇ 'ਚ ਗੱਲ ਕਰਨਾ ਚਾਹੁੰਦੇ ਨੇ, ਔਰ ਅਸੀਂ ਉਹਨਾਂ ਨੂੰ ਉਸੇ ਹੀ ਲਹਿਜੇ ਜਵਾਬ ਦੇਣੇ। ਔਰ ਅਸੀਂ ਨਾ ਤਾਂ ਕੋਈ ਇਜ਼ਾਫਾ ਕਰਨੇ, ਨਾ ਅਸੀਂ ਉਹਨਾਂ ਨਾਲ ਕੋਈ ਜ਼ੁਲਮ ਜ਼ਿਆਦਤੀ ਕਰਨਾ ਚਾਹੁੰਦੇ। नहीं करो गल वड़ैच साहब, करो गल वड़ैच। खाना यार अज सफर बड़ा किया है। मैं गया सी पहले दौरा में, तो फिर वलेंसिया वापस आया वा, तो खाना कोई नहीं, कोई नहीं, शोफी भैया शोफी दूध ਉਹ ਪੀਤੀ ਹੈ, ਦੁੱਧ ਪੀਤਾ ਹੈ। ਅੱਛਾ ਚਲੋ 1 ਮਿੰਟ, ਮੈਂ ਜ਼ਰੂਰੀ ਗੱਲ ਕਰਨੀ ਵੜੈਚ ਸਾਹਿਬ ਨਾਲ। ਵੜੈਚ ਸਾਹਿਬ, ਮੈਂ ਡਿਕਟੇਸ਼ਨ ਤੇ ਨਹੀਂ ਕਿਸੇ ਨੂੰ ਦੇ ਸਕਦਾ, ਮੈਂ ਆਪਣਾ ਤਜਰਬਾ ਬਿਆਨ ਕਰਨ ਲੱਗਾ ਕਿ ਸੋਸ਼ਲ ਮੀਡੀਆ ਹੈ ਭਾਈਜਾਨ, ਜਿਹੜੇ ਵੀ ਬੰਦੇ ਨਵੇਂ ਆਉਂਦੇ ਨੇ, ਜਿਹੜੇ ਇੱਥੇ ਆ ਕੇ ਸਾਨੂੰ ਮਿਲਦੇ ਨੇ ਨਾ, ਸਾਨੂੰ ਫੌਰਨ ਉਹਨਾਂ ਤੇ ਇਤਬਾਰ ਨਹੀਂ ਲੈਣਾ ਚਾਹੀਦਾ। ਅਗਰ ਕੋਈ ਬੰਦਾ ਆ ਕੇ ਸਾਨੂੰ ਆਪਣਾ ਤਾਰਫ ਕਰਾਂਦਾ ਕਿ ਮੈਂ ਮੁਸਲਮਾਨ, ਹੋ ਸਕਦਾ ਮੁਸਲਮਾਨ ਨਹੀਂ ਹੋਵੇ, ਹੋ ਸਕਦਾ ਮੁਸਲਮਾਨ ਨਾ ਹੋਵੇ, ਕਿਉਂਕਿ ਮਿਰਜ਼ਾਈ ਆਪਣੇ ਆਪ ਨੂੰ ਪਾਕਿਸਤਾਨ 'ਚ ਵੀ ਕੈਮੋਫਲਾਜ ਕਰਕੇ ਰੱਖਦੇ ਨੇ, ਇੱਥੇ ਆ ਕੇ ਵੀ ਸੋਸ਼ਲ ਮੀਡੀਆ ਉੱਤੇ ਵੀ ਉਹ ਵਾਰਦਾਤਾਂ ਕਰਦੇ ਨੇ ਤੇ ਆਪਣੇ ਆਪ ਨੂੰ ਉਹ ਮੁਸਲਮਾਨ ਸ਼ੋਅ ਕਰਦੇ ਨੇ, ਲੇਕਿਨ ਦਰ ਹਕੀਕਤ ਉਹ ਮੁਸਲਮਾਨ ਨਹੀਂ ਹੁੰਦੇ। ਅੱਗੇ ਵੀ 2-3 ਵਾਕਿਆਤ ਐਸੇ ਹੋ ਚੁੱਕੇ ਨੇ। ਐਮਜ਼ੀ ਦੇ ਬਰਾੜ ਦੇ ਤੇ ਮੇਰੇ ਸਾਹਮਣੇ ਦਾ ਵਾਕਿਆ ਹੈ, ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ। ਉਹ ਬੰਦੇ ਨੇ ਆਖਿਆ ਜੀ ਮੈਂ ਪਤਾ ਨਹੀਂ ਸੁੰਨੀ ਆ ਕਿ ਬਰੇਲਵੀ ਆ, ਤੇ ਕੋਈ ਹਫ਼ਤਾ ਜਾਂ 2 ਹਫ਼ਤੇ ਗੁਜ਼ਰੇ ਤੇ ਕਹਿੰਦਾ ਜੀ ਮੈਂ ਬੈਤ ਕਰ ਆਇਆ ਵਾਂ। ਤੇ ਇਹ ਜਿਹੜੇ ਬੰਦੇ ਦਾ ਤੁਸੀਂ ਜ਼ਿਕਰ ਕਰਨ ਲੱਗੇ ਸੋ, ਉਹਦਾ ਵੀ ਮੈਂ ਨਾਂ ਲਿਓ ਬਗੈਰ ਹੀ, ਮੈਂ ਉਹਦੇ ਨਾਲ ਗੱਲ ਤੇ ਜੇ ਤਾਈਂ ਸ਼ਰਫ ਨਹੀਂ ਹਾਸਲ ਹੋਇਆ ਗੱਲ ਕਰਨ ਦਾ, ਲੇਕਿਨ ਮੈਂ ਸੁਣਿਆ ਹੈ ਸ਼ਾਹ ਸਾਹਿਬ ਨੇ 1-2 ਵਾਰੀ ਜ਼ਿਕਰ ਕੀਤਾ ਕਿ ਉਹ ਬੰਦਾ ਮਿਰਜ਼ਾਈ ਹੈ ਤੇ ਆਪਣੇ ਆਪ ਨੂੰ ਸ਼ੋਅ ਮੁਸਲਮਾਨ ਕਰਦਾ। ਲੇਕਿਨ ਅਗਰ ਕੋਈ ਬੰਦਾ ਇਸ ਤਰ੍ਹਾਂ ਦਾ ਹੋਵੇ ਭਾਈਜਾਨ, ਸਾਰੇ ਭਰਾਵਾਂ ਵਾਸਤੇ ਮੈਂ ਰਿਕੁਐਸਟ ਕਰਨਾ ਕਿ ਐਸੇ ਬੰਦੇ ਨੂੰ ਕਦੇ ਵੀ ਆਪਣਾ ਭਰਾ ਨਾ ਆਖੋ, ਨਾ ਮੰਨੋ, ਨਾ ਉਹਦਾ ਮੱਥਾ ਚੁੰਮੋ। ਹਾਂ, ਉਹ ਗੱਲ ਕਰਨਾ ਚਾਹੁੰਦਾ, ਜੋ ਵੀ ਕਰਨਾ ਚਾਹੁੰਦਾ ਕਰੇ, ਉਹਨੂੰ 1 ਮੀਟਰ ਦੇ ਫਾਸਲੇ ਤੇ ਰੱਖੋ, ਔਰ ਉਹਨੂੰ ਇਸ ਤਰ੍ਹਾਂ ਹੀ ਟਰੀਟ ਕਰੋ ਕਿ ਜਿਸ ਤਰ੍ਹਾਂ ਤੁਸੀਂ ਉਹਦੇ ਤੇ ਇਤਬਾਰ ਨਹੀਂ ਕਰ ਰਿਹਾ ਹੈ ਔਰ ਤੁਹਾਨੂੰ ਨਹੀਂ ਯਕੀਨ ਕਿ ਉਹ ਮੁਸਲਮਾਨ। ਕਤੋਂ ਉਹਨੂੰ ਆਪਣਾ ਮੁਸਲਮਾਨ ਭਰਾ ਨਾ ਆਖੋ ਜਦ ਤੱਕ ਉਹਦਾ ਇਸਲਾਮ, ਉਹਦਾ ਰਵੱਈਆ, ਉਹਦਾ ਲਿਟਮਸ ਟੈਸਟ ਉਹ ਪਾਸ ਉਹ ਨਹੀਂ ਕਰ ਲੈਂਦਾ। ਵਰਨਾ ਫਿਰ ਬਾਅਦ ਵਿੱਚ ਇਹੋ ਜਿਹਾ ਗੁੱਸਾ ਹੀ ਬੰਦੇ ਨੂੰ ਆਉਂਦਾ ਕਿ ਲੈ ਵੀ ਕੱਲ ਤੱਕ ਤਾਂ ਕਹਿੰਦਾ ਸੀ ਮੈਂ ਮੁਸਲਮਾਨ ਹਾਂ, ਅੱਜ ਇਹ ਡਰਾਮਾ ਪਿਆ ਕਰਦਾ। ਪਤਾ ਤਾਂ ਤੁਹਾਨੂੰ ਵੀ ਹੈ ਕਿ ਡਰਾਮਾ ਹੀ ਪਿਆ ਕਰਦਾ ਸੀ, ਲੇਕਿਨ ਜ਼ਾਹਿਰ ਫਿਰ ਵੀ ਗੁੱਸਾ ਤੇ ਆਉਂਦਾ ਜੇ ਤੁਸੀਂ ਉਹਦੇ ਨਾਲ ਕਦੇ ਪਿਆਰ ਨਾਲ 1-2 ਵਾਰੀ ਗੱਲ ਨਹੀਂ। ਇਸ ਮੌਜੂਦ ਤੇ ਗੱਲ ਬਿਲਕੁਲ ਐਵੇਂ ਕਿ ਸਿਰਫ ਇੰਨਾ ਕੀਤਾ ਹੈ ਕਿ ਚੂੰਕਿ ਵੇਖੋ ਤੁਹਾਨੂੰ ਪਤਾ ਹੈ ਮੈਂ ਆਲਮ ਆਪ ਹੈ ਨਹੀਂ, ਮੇਰਾ ਇਹ ਕੰਮ ਨਹੀਂ, ਲੇਕਿਨ ਜਿਨ੍ਹਾਂ ਆਲਮਾਂ ਦੇ ਨਾਲ ਮੈਂ ਬਹਿਨਾ ਵਾਂ, ਉਹ ਤੁਸੀਂ ਉਹ ਅਮਰ ਹਕ ਸਾਹਿਬ ਹੋਣ, ਸੀਕਰ ਸਾਹਿਬ ਹੋਣ,
ਸੀਕਰ ਸਾਹਿਬ ਨਾਲ ਚੁੱਕੇ ਐਕਟਿਵਲੀ ਮੈਂ ਇੰਡਲਜਡ ਹਾਂ। ਉਹਨਾਂ ਨੇ ਇੱਕ ਸਟ੍ਰੈਟਜੀ ਉਸ ਦੇ ਉੱਤੇ ਹੀ ਅਸੀਂ ਚੱਲ ਰਹੇ ਸਾਂ ਕਿ ਇਸ ਬੰਦੇ ਦੇ ਜ਼ਰੀਏ ਅਸੀਂ ਇੱਕ ਨੈਰੇਟਿਵ ਨੂੰ ਚਲਾ ਰਹੇ ਸਾਂ, ਪੈਗਾਮ ਪਹੁੰਚਾਉਣ ਦਾ ਨੈਰੇਟਿਵ। ਇਹਦੇ ਬਾਰੇ 'ਚ ਸਾਨੂੰ ਕੋਈ ਡਾਊਟ ਨਹੀਂ। ਅਸੀਂ ਆਪਸ 'ਚ ਪ੍ਰਾਈਵੇਟ ਕਾਲ ਤੇ ਮੈਂ ਤੇ ਇਹਨੂੰ ਆਂਦਾ ਹੀ ਜ਼ਿੰਦਗੀ ਆ। ਇਹ ਵਜ੍ਹਾ ਲੋਕ ਜਿਹੜੇ ਨੇ ਇਹ ਤੇ ਮਰਜ਼ਾਈਅਤ ਤੋਂ ਵੀ ਅੱਗੇ ਪਲੀਤਪਨ ਦਾ ਇਹ ਇੱਕ ਕੈਟਾਗਰੀ ਹੈ ਜ਼ਿੰਦਗੀ ਜਿਹੜਾ ਦੱਸਿਆ ਗਿਆ ਆਲਮਾ ਨੇ। ਤੇ ਇਹਦੇ ਜੋ ਕੁਝ ਆਪਣੀ ਜ਼ੁਬਾਨ 'ਚ ਬਕਵਾਸ ਕਰਦਾ ਰਿਹਾ, ਕੋਈ ਕਿਸੇ ਮੁਸਲਮਾਨ ਨੂੰ ਬਰਦਾਸ਼ਤ ਹੋ ਸਕਦਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਲੇਕਿਨ ਕਿਸੇ ਆਲਮ ਦੇ ਕਹਿਣ ਤੇ ਅਗੇਨ ਇਹ ਮੇਰਾ ਟੈਰੀਟਰੀ ਨਹੀਂ, ਮੇਰਾ ਜ਼ੋਨ ਨਹੀਂ, ਔਰ ਮੈਂ ਕਦੀ ਵੀ ਕਲੇਮ ਨਹੀਂ ਕਰਾਂਗਾ ਕਿਉਂਕਿ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਸਕ। ਅਗਰ ਮੇਰੇ ਕੋਲ ਕੋਈ ਦੀਨ ਦਾ ਦਾਈ ਮੌਜੂਦ ਹੈ ਜਿਹੜਾ ਬਿਹਤਰੀਨ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਹੈ, ਤੇ ਮੈਂ ਉਸ ਬੰਦੇ ਨੂੰ ਸਿਰਫ ਇੰਨਾ ਹੈ ਕਿ ਜੋ ਮੇਰੀ ਤਾਈਦ, ਜਿੰਨੀ ਮੇਰੀ ਮਦਦ ਕੁਮਕ ਮੈਂ ਦੇ ਸਕਣਾ, ਉਹ ਜ਼ਾਹਿਰ ਐਜ਼ ਏ ਮੁਸਲਮਾਨ ਮੇਰਾ ਫਰਜ਼ ਹੈ ਕਿ ਉਹ ਮੈਂ ਕਰਾਂ। ਮੈਂ ਤੁਹਾਡੇ ਕੋਲ ਆ ਕੇ ਬੈਠਾ, ਮੈਂ ਤੁਹਾਨੂੰ ਮੁਹੱਈਆ ਕਰਾਂਗਾ। ਸੀਕਰ ਦੇ ਨਾਲ ਬਹਿਣਾ, ਅਮਰ ਹਕ ਸਾਹਿਬ ਨੇ, ਇਮਤਿਆਜ਼ ਸਾਹਿਬ ਨੇ, ਨਾਈਟ ਹੈਡ, ਕੋਈ ਵੀ ਹੋ ਜਿਹੜੇ ਸਾਡੇ ਮੁਬਲਿਗੀਨ ਨੇ, ਉਹ ਜਿਹੜਾ ਵੀ ਮੇਰੇ ਕਰੀਬ ਹੈ, ਮੈਂ ਬਿਲਕੁਲ ਆਪਣੀ ਪੂਰੀ ਤਨ ਮਨ ਧਨ ਉਸ ਬੰਦੇ ਦੇ ਪਿੱਛੇ ਲਾ ਦਿੰਦਾ। ਮੇਰਾ ਸਿਰਫ ਇਹੀ ਇੰਨਾ ਹੀ ਰੋਲ ਹੈ। ਆਬਵੀਅਸਲੀ ਅਗੇਨ ਸਾਡੇ ਕੁਝ ਲੋਕ ਨੇ ਉਹ ਕਨਫਿਊਜ਼ ਹੁੰਦੇ ਨੇ ਇਸ ਗੱਲ ਤੋਂ, ਉਹ ਔਰ ਤਕਲੀਫ ਵੀ ਉਹਨਾਂ ਨੂੰ, ਤਕਲੀਫ ਸਿੱਧੂ ਜੱਟ ਨੂੰ ਕੱਲਿਆ ਨਹੀਂ ਹੁੰਦੀ। ਸਿੱਧੂ ਜੱਟ ਤੇਰੇ ਨਾਲੋਂ ਜ਼ਿਆਦਾ ਮੈਨੂੰ ਤਕਲੀਫ ਹੁੰਦੀ ਕਿਉਂਕਿ ਮੈਂ ਉੱਥੇ ਸੈਂਟਰ ਦੇ ਵਿੱਚ ਆ। ਲੇਕਿਨ ਵੇਖੋ ਇਹ ਜਿਹੜਾ ਇਹ ਸ਼ਿਕਾਰ ਨਿਕਲਣਾ ਸੀ, ਨਹੀਂ ਨਿਕਲ ਗਿਆ, ਔਰ ਉਹਨੇ ਮੋਢੇ ਤੇ ਵੀ ਮੇਰੇ ਤੇ ਹੀ ਰੱਖਿਆ। ਉਹ ਮੈਨੂੰ ਕਿਸੇ ਬਜ਼ੁਰਗ ਨੇ ਦੱਸਿਆ ਸੀ ਕਿ ਉੱਥੇ ਉਹਨਾਂ ਦੀ ਬਦਜ਼ੁਬਾਨੀ ਕਰ ਰਹੇ ਨੇ। ਮੈਂ ਉੱਥੇ ਸਿਰਫ ਉਸ ਦਾ ਰਿਕਾਰਡ ਦਾ ਹਿੱਸਾ ਬਣਨ ਵਾਸਤੇ ਗਿਆ ਕਿ ਤੁਸੀਂ ਇਹ ਬਕਵਾਸ ਕਰ ਰਹੇ ਹੋ, ਹੁਣ ਜਦੋਂ ਅਸੀਂ ਜਵਾਬ ਦਿਆਂਗੇ ਕਿ ਫਿਰ ਤੁਹਾਡੀਆਂ ਚੀਕਾਂ ਨਾ ਨਿਕਲਣ। ਮੈਂ ਥੱਲੇ ਇੰਨਾ ਹੀ ਕਮੈਂਟ ਕਰਨ ਗਿਆ ਤੇ ਉਹ ਮੈਨੂੰ ਵੇਖ ਕੇ ਉਹਨੇ ਉਹ ਇਸ ਗੱਲ ਦਾ ਉਸ ਲਈ ਐਲਾਨ ਕੀਤਾ ਕਿ ਜੀ ਮੈਂ ਕਾਦੀ ਅਹਿਮਦੀਅਤ ਨੂੰ ਕਬੂਲ ਕਰਨਾ, ਕਾਦੀਆਨੀਅਤ ਨੂੰ। ਉਹ ਸਾਨੂੰ ਪਹਿਲਾਂ ਹੀ ਪਤਾ ਤੂੰ ਹੈ ਹੀ ਮਰਜ਼ਾਈ। ਮੈਂ ਉੱਥੇ ਹੀ ਮੈਸੇਜ ਥੱਲੇ ਲਿਖਿਆ ਕਿ ਮਰਜ਼ਾਈਅਤ ਮੁਬਾਰਕ ਹੋਵੇ, ਮਰਜ਼ਾਈ ਨੇ ਇਕਬਾਲੇ ਮਰਜ਼ਾਈਅਤ ਕਰ ਲਈ। ਤੇ ਇਹਦੇ ਇਲਾਵਾ ਆਮਰ ਭਾਈ ਕਤਨ ਕੋਈ ਗੱਲ ਨਹੀਂ, ਸਿਰਫ ਇੱਕ ਸਟ੍ਰੈਟਜੀ ਦਾ ਪਾਰਟ ਇਹ ਸੀ ਕਿ ਇਸ ਜ਼ਿੰਦਗੀ ਦੇ ਪਿੱਛੇ ਹੋਰ ਵੀ ਜ਼ਿੰਦਗੀ ਆਉਂਦੇ ਨੇ। ਲਓ ਹੋਰ ਖੋਲ ਕੇ ਮੈਂ ਗੱਲ ਕਰ ਦੇਣਾ, ਸਿੱਧੂ ਜੱਟ ਸਾਹਿਬ ਜਿਹੜੇ ਜ਼ਿੰਦਗੀ ਆਉਂਦੇ ਨੇ। ਅਮਰ ਭਾਈ ਪਿਛਲੇ 7 ਦਿਨ ਵਿੱਚ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲullah ਪੜ੍ਹ ਕੇ ਕਹਿ ਰਿਹਾ। ਇੱਕ ਨੌਨ ਮਿਰਜ਼ਾਈ ਨੇ ਮੈਨੂੰ ਪਰਸਨਲ 'ਚ ਰਾਬਤਾ ਕਰਕੇ ਕਿਹਾ ਕਿ ਜਿਹੜੇ ਤੁਸੀਂ ਇਹ ਪ੍ਰੋਗਰਾਮ ਹੋਸਟ ਕੀਤੇ ਨੇ, ਇਹਦੇ ਨਾਲ ਮੈਨੂੰ ਜ਼ਾਤੀ ਤੌਰ ਤੇ ਫਾਇਦਾ ਹੋਇਆ। ਮੈਂ ਇਹਨਾਂ ਮੌਜ਼ੂਆਤ ਤੇ ਰਿਸਰਚ ਕਰ ਰਿਹਾ, ਮੈਨੂੰ ਹੈਲਪ ਦੀ ਜ਼ਰੂਰਤ ਹੈ। ਮੈਂ 4-5 ਨਾਂ ਉਹਨੂੰ ਸੁਜੈਸਟ ਕੀਤੇ ਨੇ। ਮੈਂ ਕਿਹਾ ਵੇਖ ਮੈਂ ਕੁਆਲੀਫਾਈਡ ਨਹੀਂ, ਮੇਰੀ ਔਕਾਤ ਉਨੀ ਹੈ ਜਿੰਨੀ ਹੈ, ਤੇ ਇੱਕ ਰੱਤੀ ਬਰਾਬਰ ਮੈਂ ਉਹਦੇ 'ਚ ਮੁਬਾਲਗਾ ਨਹੀਂ ਕਰਦਾ। ਇਹ ਨਾਂ ਨੇ, ਉਹਨਾਂ ਨਾਲ ਤੂੰ ਰਾਬਤਾ ਕਰ, ਮੈਂ ਤੇਰਾ ਰਾਬਤਾ ਕਰਾ ਦੇਣਾ। ਉਹਨਾਂ ਕੋਲ ਗਾਈਡੈਂਸ ਜਿਹੜੀ ਹੈ, ਜੋ ਵੀ ਰਿਸਰਚ ਹੈ ਉਹ ਤੁਸੀਂ ਲਓ। ਵੇਖੋ ਅਮਰ ਭਾਈ ਅੱਲਾ ਜਾਣਦਾ ਹੈ ਕਿ ਇਹਦਾ ਕਿਸੇ ਵੀ ਕੰਮ ਦਾ ਕੀ ਨਤੀਜਾ ਹੋਣਾ, ਕਿਸੇ ਦਾ ਇੱਥੋਂ ਨੁਕਸਾਨ ਹੋਣਾ ਹੈ ਜਾਂ ਫਾਇਦਾ ਹੋਣਾ, ਇਹ ਰੱਬ ਦੀ ਜ਼ਾਤ ਜਾਣਦੀ ਹੈ। ਲੇਕਿਨ ਚੂੰਕਿ ਸੀਕਰ ਦੀ ਔਰ ਮੇਰੀ ਨੀਅਤ ਮਹਿਜ਼ ਇਹ ਸੀ ਕਿ ਇੱਕ ਜ਼ਿੰਦਗੀ ਸਾਡੇ ਕੋਲ ਆਉਂਦਾ ਹੈ ਖੁਦ ਚੱਲ ਕੇ ਜ਼ਿੰਦਗੀ, ਔਰ ਇਸ ਜ਼ਿੰਦਗੀ ਦੇ ਜ਼ਰੀਏ ਅਗਰ ਹੋਰ ਕੁਫਾਰ ਤੱਕ ਸਾਡਾ ਕੋਈ ਪੈਗਾਮ ਪਹੁੰਚਦਾ ਹੈ, ਕੋਈ ਨਰਮ ਦਿਲ ਉਹਦਾ ਹੁੰਦਾ ਹੈ, ਉਹਦੇ ਦਿਲ 'ਚ ਅੱਲਾ ਦਾ ਪੈਗਾਮ ਉਤਰ ਜਾਏ, ਇਹਦੇ ਇਲਾਵਾ ਸਾਡਾ ਕਤਨ ਕੋਈ ਮਤਵਾ ਨਜ਼ਰ ਨਹੀਂ। ਉਹਦੇ ਨਤਾਇਜ ਵੀ ਸਾਹਮਣੇ ਨੇ। ਤੇ ਇਸ ਵਾਸਤੇ ਮੁਸਲਮਾਨ ਇੰਨੇ ਮੇਰੇ ਵੀਰ ਭਰਾ, ਯਾਰ ਖੁਦਾ ਦੀ ਕਸਮ ਤੁਹਾਨੂੰ ਗੁੱਸਾ ਆਉਂਦਾ ਤੇ ਮੈਨੂੰ ਤੁਹਾਡੇ ਤੇ ਪਿਆਰ ਆਉਂਦਾ, ਕਿਉਂਕਿ ਤੁਹਾਨੂੰ ਗੁੱਸਾ ਆਉਂਦਾ ਦੇਨੀ ਗੈਰਤ ਦੇ ਵਿੱਚ, ਤੇ ਮੈਨੂੰ ਤੁਹਾਡੇ ਤੇ ਨਹੀਂ ਗੁੱਸਾ ਆਉਂਦਾ। ਸਿੱਧੂ ਜੱਟ ਤੂੰ ਮੇਰੇ ਨਾਲ 70,000 ਵਾਰੀ, ਮੈਂ ਮੁਸਲਮਾਨਾਂ ਨੂੰ ਇਹੀ ਕਿਹਾ, ਉਹ ਮੈਂ ਲੜਾਂਗਾ ਇਹਨਾਂ ਨਾਲ ਜ਼ਰੂਰ, ਲੇਕਿਨ ਮੈਂ ਇਹਨਾਂ ਦਾ ਬਾਈਕਾਟ ਨਹੀਂ ਕਰਾਂਗਾ। ਤੁਸੀਂ ਤੁਹਾਨੂੰ ਗੁੱਸਾ ਜਾਇਜ਼ ਗੱਲ ਤੇ ਆਉਂਦਾ, ਕਿਸੇ ਨਜਾਇਜ਼ ਤੇ ਆਇਆ ਨਹੀਂ। ਤੇ ਇਸ ਵਾਸਤੇ ਕੋਈ ਕਤਨ ਮੈਨੂੰ ਤੁਹਾਡੇ ਨਾਲ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਊਂਚ ਨੀਚ ਅਗੇਨ ਫਿਰ ਵੀ ਹੋਏਗੀ। ਲੇਕਿਨ ਇਹ ਅੰਡਰਸਟੈਂਡ ਕਰੋ, ਹੁਣ ਅਮਰ ਭਾਈ ਨੇ ਜਾਂ ਅਮਰ ਹਕ ਨੇ ਜਾਂ ਇਮਤਿਆਜ਼ ਸਾਹਿਬ ਨੇ, ਕਿਆ ਅਸੀਂ ਇਹਨਾਂ ਨੂੰ ਅਜ਼ਮਾਉਣ ਵਾਸਤੇ ਬੈਠੇ ਹਾਂ? ਇਹਨਾਂ ਦਾ ਪੂਰਾ ਲਾਈਫ ਰੈਕਡ ਸਾਡੇ ਸਾਹਮਣੇ ਨਹੀਂ ਕਿ ਕੌਣ ਨੇ ਕੀ ਕਰ ਰਹੇ ਨੇ। ਤੇ ਇੱਕ ਬੰਦੇ ਨੂੰ ਠੋਕ ਵਜਾ ਲਈਦਾ, ਜਦੋਂ ਇੱਕ ਠੋਕ ਵਜਾ ਲਿਆ, ਨਤੀਜਾ ਕੱਢਿਆ ਕਿ ਇਹ ਬੰਦਾ ਸਹੀ ਹੈ ਗਲਤ ਹੈ, ਇਸਲਾਮ ਦੇ ਰਾਹ ਤੇ ਚੱਲ ਰਿਹਾ ਨਹੀਂ ਚੱਲ ਰਿਹਾ, ਜਾਂ ਮਹਿਜ਼ ਨੁਕਸਾਨ ਪਹੁੰਚਾ ਰਿਹਾ, ਇੱਕ ਫੈਸਲਾ ਕਰੋ। ਜੇ ਤੁਸੀਂ ਸਮਝੋ ਕਿ ਮੈਂ ਨੁਕਸਾਨ ਪਹੁੰਚਾ ਰਿਹਾ, ਮੈਂ ਵੋਲੰਟੈਰੀਲੀ ਇਸ ਅਕਾਊਂਟ ਨੂੰ ਡੀਐਕਟੀਵੇਟ ਕਰਕੇ ਮੈਂ ਟਵਿੱਟਰ ਤੋਂ ਛੱਡ ਨਹੀਂ ਦਿੱਤਾ। ਟਵਿੱਟਰ ਮੈਂ ਕਦੀ ਗਿਆ ਉੱਥੇ, ਮੈਨੂੰ ਕਦੀ ਵੇਖਿਆ ਜੀ। ਮੈਂ ਇਸ ਪਲੇਟਫਾਰਮ, ਇਹ ਪਲੇਟਫਾਰਮ ਤੇ ਇਹਦਾ ਤੇ ਨੜੀ ਡੱਟਾ ਹੀ ਕੋਈ ਨਹੀਂ ਇਸ ਪਲੇਟਫਾਰਮ ਦਾ। ਇਸ ਵਾਸਤੇ ਤੁਸੀਂ ਅਗਰ ਮੈਨੂੰ ਆਖੋ ਕਿ ਮੈਂ ਅਕਾਊਂਟ ਨੂੰ ਡੀਐਕਟੀਵੇਟ ਕਰ ਦਿਆਂ, ਮੈਂ ਚੁੱਕ ਕੇ ਨੂੰ ਪਰਾਂ ਮਾਰ ਦਿਆਂਗਾ। ਲੇਕਿਨ ਪਲੀਜ਼ ਇੰਨਾ ਕਰੋ, ਬਜ਼ੁਰਗ ਬੈਠੇ ਨੇ, ਅਮਰਜੀਤ ਸਾਹਿਬ ਨੇ, ਇਹ ਵੇਖੋ ਮੇਰੇ ਇਹ ਭਰਾ ਨੇ, ਮੇਰੇ ਤੇ ਮੈਂ ਇਹਨਾਂ ਨੂੰ ਅਗਲੇ 50 ਸਾਲ ਨਾ ਮਿਲਾਂ ਨਾ ਵੇਖਾਂ, ਲੇਕਿਨ ਇਹ ਮੇਰੇ ਦਿਲ ਦੇ ਵਿੱਚ ਹਰ ਵਕਤ ਮੌਜੂਦ ਨੇ। ਅਮਰ ਹਕ ਨੇ, ਇਮਤਿਆਜ਼ ਸਾਹਿਬ ਨੇ, ਕੋਈ ਵੀ ਨਾਈਟ ਰਾਈਡਰ ਹੂਐਵਰ, ਕੋਈ ਇੱਕ ਮੈਨੂੰ ਹੁਕਮ ਕਰਨ ਮੈਂ ਪਾਉਂਦਾ, ਸਈਦ ਜ਼ਫਰੁੱਲਾ ਸ਼ਾਹ ਸਾਹਿਬ ਨੇ ਹੁਕਮ ਕਰਨ, ਮੈਂ ਉਹਨਾਂ ਦੇ ਹੁਕਮ ਦਾ ਪਾਬੰਦਾ। ਉਹਨਾਂ ਕੋਲ ਹੁਣ ਕਾਲ ਕਰਕੇ ਪੁੱਛ ਲਓ, ਮੁਕੰਮਲ ਤਾਈਦ ਹੈ ਮੇਰੀ ਉਹਨਾਂ ਦੇ ਪਿੱਛੇ, ਔਰ ਉਹ ਬਿਲਕੁਲ ਠੀਕ ਹੈ, ਮੇਰੇ ਨਾਲ ਇਖਤਲਾਫ ਕਰਦੇ ਨੇ, ਐਡਵਾਈਸ ਕਰਦੇ ਨੇ, ਨਸੀਹਤ ਕਰਦੇ ਨੇ, ਮੈਂ ਉਹਨਾਂ ਦੀ ਨਸੀਹਤ ਲੈਣਾ ਵਾ 100%। ਉਹਨਾਂ ਨੂੰ ਹੁਣ ਪੁੱਛੋ।
ਇਸ ਵਾਸਤੇ ਇੰਜ ਨਾ ਯਾਰ ਛੋਟੀ ਹਰ ਗੱਲ ਦੇ ਉੱਤੋਂ ਅਸ਼ਕਾਲ ਨਹੀਂ ਕਰੀਦਾ, ਅਸ਼ਕਾਲ ਚ ਨਾ ਪਾਓ ਪਲੀਜ਼। ਨਹੀਂ ਸਿੱਧੂ ਨੇ ਕੋਈ ਗੱਲ ਕੀਤੀ ਹੈ? ਮੇਰਾ ਨਹੀਂ ਖਿਆਲ, ਮੈਂ ਡਰਾਈਵ ਕਰ ਰਿਹਾ, ਮੈंने ਦੇਖਿਆ ਕਿ ਸਿੱਧੂ ਨੇ ਕੋਈ ਗੱਲ ਕੀਤੀ। ਉਹ ਕਰਦੇ ਨੇ ਥੋੜੀ ਜਿਹੀ ਇਧਰ ਉਧਰ सजे कवे, लेकिन कोई नहीं कुछ बात नहीं। आमिर भाई अस्सलाम वालेकुम। आमिर भाई मेरा वड़ैच साहब ने 4-5 दफ़ा नाम लिया है, अगर तो मुझे है इसको रिस्पॉन्ड करने की तो बता दें, नहीं तो फिर मैं कहीं और पे रिस्पॉन्ड कर दूंगा। पंगा पंगा नहीं पाना है, तो रिस्पॉन्ड भरावां करो जो मर्जी करो, लेकिन पंगा पंगा नहीं पाना। चले मैं पंगा नहीं डालता। वड़ैच साहब देखिए, बात ये है कि पहली तो बात मैं आपको बताऊं कि ये जो दीन इस्लाम का जो मामला है ना, मेरे पास यहाँ पे इस टाइम पैनल पे जितने भी लोग बैठे हैं ना, उसकी समझना आप सब लोगों से सबसे कम है, सही है। बट एक बात है कि ये दीन इस्लाम का मामला और नबी पाक सल्लल्लाहु अलैहि वसल्लम से जो मोहब्बत है ना, वो किसी के बाप की विरासत नहीं है, ठीक है। कि कोई बंदा अगर ये कहे ना कि जी मैं पहले अपने इश्काल दूर करूंगा फिर सर्टिफिकेट दूंगा, तो फिर वो बंदा सही होगा या गलत होगा, ठीक है। ये चीज़ जो थोड़ी सी है ना, इसको आप अगर थोड़ा सा अंडरस्टैंड कर सकते हैं तो करें। अब जो बात आपने की है ना, मैं आपको ये चैलेंज करता हूँ और ये दावे से कहता हूँ, शाम को आप उन्हीं लोगों के साथ दोबारा बैठे होंगे, सही है। अभी आप यहाँ पे जो बात कर रहे हैं, आपकी स्टेटमेंट टोटली डिफरेंट है। शाम को आप उन्हीं लोगों को दोबारा अपनी ब्रॉड पे भी लेंगे, उन्हीं लोगों के साथ भी बैठे होंगे, और फिर वो जो कर रहे होंगे खामोशी से उसकी तायीद भी कर रहे होंगे। इसलिए मैं गुस्सा आता है। आपने आमिर भाई का नाम लिया ना, आमिर हक भाई का नाम लिया, जफरुल्लाह शाह साहब का नाम लिया, मेरे साथ भी जफरुल्लाह शाह साहब की बात हुई है, और उन्होंने बिल्कुल उन लोगों का बाइकआउट किया हुआ है जिनके साथ आप कल बैठे हुए थे और आज शाम को भी बैठेंगे। ये वाला जो आप काम करते हैं ना, ये गलत है, ठीक है। और फिर उसके मुकाबले में आप उन लोगों को, मैं नाम नहीं लेना चाहता, वो जिसकी ब्रॉड लगी होती है, मैं नहीं लेता नाम उस बंदे का, उन लोगों के मुकाबले में आप हमारा जो भाई है शार्प शूटर, इंक्लूडिंग माई सेल्फ, बहुत सारे ऐसे लोग जो खलूस नियत से काम कर रहे हैं, मैं ला इलाहा इल्लल्लाह मोहम्मद रसूलुल्लाह कसम खा के कहता हूँ कि कल आपकी ब्रॉड पे मरज़ई पहले शार्प शूटर को गालियां दे रहे थे, सही है। शार्प शूटर ने रिस्पॉन्ड किया, इन रिटर्न आपने पता क्या किया, आपने कमेंट भी म्यूट किए और ऊपर शार्प शूटर का नाम लिया, मरज़इयों का नहीं लिया। मैंने आपके सामने कलमा पढ़ा है। तो ये जो काम है ना वड़ैच साहब, ये थोड़ा सा जो है ना फिर मुसलमानों को वो देता है, पेन देता है कि भाई ये क्या हो रहा है, सही है। बाकी आप भी हमारे मुसलमान भाई हैं, हमें किसी भी बंदे से कोई कल, अच्छा आपने कल कहा कि मैं कल उनकी ब्राड पे गया था, मैंने उनकी उनकी ब्राड का 5 दिन से बाइकआउट किया हुआ था। सैयद जफरुल्लाह साहब से बात हुई थी, उनके मशवरे से मैं वहां गया था। मुसलमानों, खुदा दे बंदे को इतमाद करना यार शुरू कर लो। सैयद जफरुल्लाह शाह साहब के मशवरे से मैं उस बराड में कल गया था। सिद्धू जट साहब तुसी देखो ना अपने तौर पे, अगर मैं ना भाईजान, सैयद जफरुल्लाह शाह साहब ने तो खुद बाइकआउट किया हुआ है। आपको क्या लगता है कि वो सिर्फ आपसे ही बात करते हैं? तो मैं इनका मतलब फिर झूठ बोल रहे हैं कि मैं मतलब नहीं तो मैं झूठ बोल रहे हैं। ਆਜੋ ਤੁਸੀਂ ਮੈਨੂੰ ਕਰ ਲਓ ਕਾਲ, ਸ਼ਾਹ ਸਾਹਿਬ ਨੂੰ ਕਾਲ ਤੇ ਉਹਨਾਂ ਦੀ ਕਾਲ ਤੋਂ ਬਾਅਦ ਮੈਂ ਮੇਰੀ ਜਾਨ, ਮੈਂ ਉਹਨਾਂ ਦੀ ਕਾਲ ਤੋਂ ਬਾਅਦ ਗਿਆ ਉੱਥੇ। ਇੱਕ ਗੱਲ ਅੰਡਰਸਟੈਂਡ ਕਰੋ, ਮੈਂ ਤਾਂ ਉਹਨਾਂ ਦਾ ਬਾਈਕਾਟ ਕੀਤੇ ਹੈ, ਤੁਹਾਨੂੰ ਪਤਾ ਹੈ ਮੈਂ ਬਾਈਕਾਟ ਕੀਤੇ। ਚਲੋ ਠੀਕ ਹੈ, ਮੈਂ ਤੇ ਟਵਾਣੇ ਦੀ ਬਾਈਕਾਟ, ਟਵਾਣੇ ਦੀ ਬਰਾੜ ਦਾ ਮੈਂ ਬਾਈਕਾਟ 5 ਦਿਨ ਤੋਂ ਮੈਂ ਨਹੀਂ ਗਿਆ ਉਹਦੀ ਬਰਾੜ ਤੇ। ਚਲੋ ਠੀਕ ਹੈ ਵੜਾਈ ਸਾਹਿਬ। ਸੈਯਦ ਜ਼ਫਰੁल्लाह ਸ਼ਾਹ ਸਾਹਿਬ ਦੇ ਨਾਲ ਗੱਲ ਹੋਣ ਤੋਂ, ਉਹਨਾਂ ਨਾਲ ਕਾਲ ਤੇ ਗੁਫ਼ਤਗੂ ਹੋਣ ਤੋਂ ਬਾਅਦ ਉਹਨਾਂ ਦੀ ਤਾਈਦ ਦੇ ਨਾਲ ਮੈਂ ਉੱਥੇ ਵਾਪਸ ਗਿਆ, ਵਰਨਾ ਮੈਂ ਤਾਂ ਬਿਲਕੁਲ। ਤੇ ਜੱਟ ਸਾਹਿਬ ਹੁਣ ਵੇਖੋ, ਹਰ ਗੱਲ ਅਗਰ ਤੁਹਾਨੂੰ ਨਹੀਂ ਇਲਮ ਤੇ ਐਵੇਂ ਨਾ ਕਰਿਆ ਕਰੋ। ਇਹ ਅਗੇਨ ਮੈਂ ਕਿਹਾ ਕਿ ਇੱਕ ਗੱਲ ਦਾ ਫੈਸਲਾ ਕਰ ਲਓ ਕਿ ਇਹ ਬੰਦਾ ਕੁਫਰ ਦੇ ਨਾਲ ਹੈ ਜਾਂ ਇਸਲਾਮ ਦੇ ਨਾਲ ਹੈ। ਜਦੋਂ ਇਹ ਫੈਸਲਾ ਹੋ ਗਿਆ ਕਿ ਇਹ ਬੰਦਾ ਇਸਲਾਮ ਦੇ ਨਾਲ ਹੈ। ਮੇਰੀ ਗੱਲ ਸੁਣੋ ਨਾ ਵੜਾਈ ਸਾਹਿਬ, ਤੁਹਾਨੂੰ ਜਿੰਨਾ ਕੋ ਇਲਮ ਹੈ ਨਾ, ਹੋ ਸਕਦਾ ਮੈਨੂੰ ਉਸ ਤੋਂ ਜ਼ਿਆਦਾ ਹੀ ਹੋਏ। ਤੁਸੀਂ ਇੰਜ ਕਰੋ ਕਿ ਤੁਸੀਂ ਜ਼ਫਰੁल्लाह ਸ਼ਾਹ ਸਾਹਿਬ ਨੂੰ ਨਾ ਕਾਲ ਮਿਲਾ ਲਓ ਤੇ ਨਾਲ ਮੈਨੂੰ ਐਡ ਕਰ ਲਓ WhatsApp ਤੇ, ਉੱਥੇ ਕਲੀਅਰ ਕਰ ਲੈਣਾ। ਇੱਕ ਤੁਸੀਂ ਜੇ ਉਹਨਾਂ ਦੀ ਇਜਾਜ਼ਤ ਦੇ ਨਾਲ ਗਏ ਹੋ, ਇਹ ਗੱਲ ਮੈਂ ਨਹੀਂ ਕਰ ਰਿਹਾ। ਮੈਂ ਇੱਕ ਗੱਲ ਦਾ ਐਲਾਨ ਇੱਥੇ ਕਰ ਦਿੱਤਾ ਹੈ, ਇੱਕ ਮਿੰਟ ਸੁਣ ਲਓ। ਮੈਂ ਇੱਕ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਮੈਂ ਕੱਲ ਟਵਾਣਾ ਦੀ ਬਰਾੜ ਦੇ ਉੱਤੇ ਸੈਯਦ ਜ਼ਫਰੁल्लाह ਸ਼ਾਹ ਸਾਹਿਬ ਦੇ ਕਾਉਂਸਲ ਕਰਨ ਤੋਂ ਬਾਅਦ ਗਿਆ, ਉਸ ਤੋਂ ਪਹਿਲਾਂ ਮੈਂ ਨਹੀਂ ਗਿਆ। ਅੱਛਾ ਸੁਣ ਲਓ ਨਾ, ਬਸ ਮੈਂ ਆਖਰੀ ਗੱਲ ਕਰਾਂਗਾ। ਉਹ ਐ ਵੇ ਮੇਰੀ ਇਹ ਸਟੇਟਮੈਂਟ ਕਿ ਹਰ ਬੰਦੇ ਦਾ ਨਾ ਟਿਕਟੌਕ ਤੇ ਤੁਸੀਂ ਨਹੀਂ ਠੇਕਾ ਚੁੱਕਿਆ ਆ, ਤੁਸੀਂ ਜਾਂ ਹੋਰ ਵੀ ਜਿਨ੍ਹਾਂ ਤੇ 2-3 ਲੋਕਾਂ ਦੇ ਤੁਸੀਂ ਨਾਂ ਲੈਂਦੇ ਹੋ ਨਾ,
ਕਿ ਜੀ ਉਹ ਸਰਟੀਫਿਕੇਟ ਦੇਣਗੇ ਤੇ ਉਹ ਬੰਦੇ ਠੀਕ ਨੇ, ਜੇ ਉਹ ਸਰਟੀਫਿਕੇਟ ਦੇਣਗੇ ਤੇ ਉਹ ਬੰਦੇ ਗਲਤ ਨੇ। ਸਹੀ ਹੈ, ਇਹ ਸਿਰਫ ਤੁਸੀਂ ਮਿਹਰਬਾਨੀ ਕਰੋ। नहीं नहीं ਇਹਦਾ ਐਸੀ ਮੈਂ ਕਤਨ ਕੋਈ ਗੱਲ ਨਹੀਂ ਕੀਤੀ ਕਿਸੇ ਸਰਟੀਫਿਕੇਟ ਦੀ, ਮੈਂ ਹਰਗਿਜ਼ ਕੋਈ ਗੱਲ ਨਹੀਂ ਐਸੀ ਕਰ ਰਿਹਾ। ਤੁਸੀਂ ਉਹ ਗਲਤ ਤਰਜਮਾ ਕਰ ਰਹੇ ਹੋ, ਗਲਤ ਅੰਡਰਸਟੈਂਡ। ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਟਵਾਣਾ ਦੀ ਅੱਜ ਕੱਲ ਸਿਚੁਏਸ਼ਨ ਜ਼ਾਹਿਰ ਉੱਠੀ ਹੈ। ਟਵਾਣਾ ਮੇਰਾ ਪੁਰਾਣਾ ਵਾਕਫ ਹੈ, ਐਵਰੀਬਾਡੀ ਨੋਜ਼। ਮੈਂ ਉਹਦੀ ਬਾਰੇ ਸਾਰਾ ਤਾਰਫ ਪੇਸ਼ ਕਰ ਦਿੱਤਾ ਹੈ। ਮੈਂ ਉਹਦੀ ਬਰਾੜ ਤੇ ਨਹੀਂ ਜਾ ਰਿਹਾ। ਮੈਂ ਸਮਝਣਾ ਕਿ ਇੱਕ ਡਿਸਟਰਕਟਿਵ ਜਿਹਾ ਕੰਮ ਹੋ ਰਿਹਾ। ਗੋ ਕਿ ਉੱਥੇ ਸਾਡੇ ਨੋਨ ਅੱਛੇ ਲੋਕ ਜਿਨ੍ਹਾਂ ਦਾ ਪੁਰਾਣਾ ਹਿਸਟਰੀ ਕਰੈਕਟਰ ਨੋਨ ਹੈ ਕਿ ਦੇ ਆਰ ਨਾਈਸ ਗੁੱਡ ਪੀਪਲ, ਅੱਛਾ ਕੰਮ ਕਰਦੇ ਨੇ। ਬਲਾਲ ਹਨੀਫ ਦੇ ਬਾਰੇ 'ਚ ਹੁਣ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਉਹ ਕੋਈ ਕੁਫਾਰ ਦਾ ਸਾਥ ਦੇ ਰਿਹਾ। ਨੋਨ ਬੰਦਾ ਹੈ, ਬੋਨਾਫਾਈਡ ਬੰਦਾ ਹੈ, ਸਿੱਕਾਬੰਦ ਬੰਦਾ ਹੈ। ਹੁਣ ਇਹ ਉੱਥੇ ਹੁੰਦਾ ਹੈ ਆਪਣੀ ਉਹ ਇੱਕ ਸਟ੍ਰੈਟਜੀ ਉਸ ਬੰਦੇ ਦੀ ਇੰਡਲਜ ਕਰਨ ਦੀ ਇੱਕ ਪਾਲਿਸੀ ਹੈ। ਮੈਂ ਅਪਰੀਸ਼ੀਏਟ ਕਰਨਾ ਉਸ ਬੰਦੇ ਨੂੰ, ਲੇਕਿਨ ਥੋੜਾ ਜਿਹਾ ਮੈਂ ਅਗੇਨ ਮੈਂ ਐਬਸਟੇਨ ਕਰਨ ਦਾ ਇੱਕ ਪਾਲਿਸੀ ਤੇ ਸ਼ੁਰੂ ਕੀਤਾ ਸੀ ਅੱਜ 4-5 ਦਿਨ ਪਹਿਲਾਂ ਕਿ ਯਾਰ ਮੈਂ ਮੇਰੇ ਹੈਂਡਲ ਕਰਨ ਤੋਂ ਬਾਹਰ ਕੰਮ, ਤੇ ਮੈਂ ਘਰ ਬਹਿ ਗਿਆ, ਮੈਂ ਉਧਰ ਨਹੀਂ ਜਾਂਦਾ ਰਿਹਾ। ਅਗੇਨ ਕੱਲ ਸਿਚੁਏਸ਼ਨ ਐਸੀ ਅਰਾਈਜ਼ ਹੋਈ ਸੀ, ਸੈਯਦ ਜ਼ਫਰੁੱਲਾ ਸ਼ਾਹ ਸਾਹਿਬ ਨਾਲ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਦੀ ਤਾਈਦ ਔਰ ਕਾਉਂਸਲ ਤੋਂ ਬਾਅਦ ਮੈਂ ਉੱਥੇ ਗਿਆ। ਤੇ ਇਹ ਸਿੱਧੂ ਜੱਟ ਸਾਹਿਬ ਪਲੀਜ਼ ਇਹ ਨਾ ਕਰੋ ਔਰ ਲੋਕਾਂ ਨੂੰ ਇੰਨੀ ਕੁ ਆਜ਼ਾਦੀ ਦਿਓ ਕਿ ਵੰਸ ਇਹ ਅਗਰ ਫੈਸਲਾ ਹੋ ਗਿਆ ਹੈ ਕਿ ਇਹ ਬੰਦਾ ਕੁਫਰ ਔਰ ਇਸਲਾਮ ਦੇ ਵਿੱਚ ਬਿਲਕੁਲ ਕਲੀਅਰ ਕੱਟ ਹੋਣਾ ਚਾਹੀਦਾ। ਅਗਰ ਕਿਸੇ ਬੰਦੇ ਦੇ ਬਾਰੇ 'ਚ ਇਹ ਹੈ ਕਿ ਇਹ ਬੰਦਾ ਕੁਫਰ ਦੀ ਤਾਈਦ ਵਿੱਚ ਉਹਨਾਂ ਦਾ ਮਦਦਗਾਰ ਹੈ, ਉਸ ਬੰਦੇ ਦਾ ਕਲਾ ਕੁਮ ਹੋਣਾ ਚਾਹੀਦਾ, ਉਹ ਹੂ ਐਵਰ ਇਟ ਇਜ਼। ਲੇਕਿਨ ਅਗਰ ਇੱਕ ਵਾਰੀ ਇਹ ਫੈਸਲਾ ਹੋ ਜਾਏ ਕਿ ਇਹ ਬੰਦਾ ਇਸਲਾਮ ਦੇ ਉੱਤੇ ਔਰ ਇਸਲਾਮ ਦੇ ਨਾਲ ਹੈ ਔਰ ਤਨ ਮਨ ਧਨ ਇਹਦਾ ਉਸੇ ਕੰਮ ਵਾਸਤੇ, ਫਿਰ ਉਸ ਬੰਦੇ ਨੂੰ ਵੇਖਣਾ। ਆਪਣਾ ਫੈਜ਼ਾਨ ਹੈ, ਫੈਜ਼ਾਨ ਦਾ ਇੱਕ ਰੈਕਡ ਹੈ ਪਾਕਿਸਤਾਨ ਤੋਂ, ਉਹ ਫੀਲਡ ਦੇ ਵਿੱਚ ਉਹ ਬੰਦਾ ਤਬਲੀਗ ਕਰਦਾ ਰਿਹਾ। ਮੇਰੀ ਇੱਕ ਬੰਦੇ ਨਾਲ ਗੱਲ ਹੋਈ ਹੈ ਜਿਹੜਾ 2003 ਦੇ ਵਿੱਚ ਆਮਰ ਭਾਈ ਜਿਹਨੇ ਮਰਜ਼ਾਈਅਤ ਕਬੂਲ ਕਰ ਲਈ ਸੀ, 2009 ਦੇ ਵਿੱਚ ਉਹ ਵਾਪਸ ਇਸਲਾਮ ਉਹਨੇ ਕਬੂਲ ਕੀਤਾ। ਇਸ ਦੌਰਾਨ ਉਹ ਬੰਦਾ ਜਮਾਤ ਦੇ ਅਹੁਦਿਆਂ ਦੇ ਉੱਤੇ ਰਿਹਾ। ਮੇਰੀ ਉਹਦੇ ਨਾਲ ਤਕਰੀਬਨ 4 ਘੰਟੇ ਗੱਲ ਹੋਈ ਹੈ WhatsApp ਤੇ, 4 ਘੰਟੇ। ਉਸ ਫੀਲਡ ਦੇ ਵਿੱਚ ਇੰਨਾ ਕੁ ਐਕਸਟੈਂਸਿਵ ਕੰਮ ਕੀਤਾ ਹੈ ਕਿ ਜਿਹੜੇ ਲੋਕ ਉਸ ਮਰਜ਼ਾਈਅਤ ਦੇ ਦੌਰ 'ਚ ਉਹਦੀ ਵਾਕਫ ਬਣੇ ਨੇ, ਬੀਇੰਗ ਮਰਬੀ ਜਾਂ ਬੀਇੰਗ ਉਹਨਾਂ ਦਾ ਅਹੁਦੇਦਾਰ ਔਰ ਐਟਸੈਟਰਾ, ਉਹਨਾਂ ਦੇ ਅੰਦਰ ਪੈਨੀਟ੍ਰੇਟ ਕਰਕੇ ਉਹ ਬੰਦਾ 350 ਤੋਂ 400 ਲੋਕਾਂ ਦੀ ਫੈਮਲੀਆਂ ਨੂੰ ਹੁਣ ਤੱਕ ਉਹ ਮੁਸਲਮਾਨ ਕਰ ਚੁੱਕਿਆ ਹੈ। ਔਰ ਇਹ ਫੈਜ਼ਾਨ ਸਾਹਿਬ ਉਸ ਦੇ ਨਾਲ ਫੀਲਡ ਦੇ ਵਿੱਚ ਜ਼ਮੀਨ ਦੇ ਉੱਤੇ ਕੰਮ ਕਰ ਚੁੱਕੇ ਨੇ। ਹੁਣ ਇੱਕ ਬੰਦੇ ਦਾ ਅਗਰ ਜ਼ਮੀਨੀ ਡਾਇਰੈਕਟ ਔਨ ਫੁੱਟ ਮਤਲਬ ਤਬਲੀਗ ਦਾ ਤਜਰਬਾ ਹੈ, ਅਗਰ ਉਹ ਸਮਝਦਾ ਮੈਂ ਕੰਮ ਕਰ ਰਿਹਾ, ਉਹ ਹੁਣ ਮੇਰਾ ਖਿਆਲ ਹੈ ਕਿ ਮੈਂ ਕੁਆਲੀਫਾਈਡ ਨਹੀਂ ਕਿ ਮੈਂ ਉਸ ਬੰਦੇ ਨੂੰ ਇਹ ਆਖਾਂ। ਹਾਂ, ਮੈਨੂੰ ਸਮਝ ਨਹੀਂ ਆ ਰਹੀ ਉਸ ਉੱਥੇ ਜੋ ਕੁਝ ਮਨੂਵਰਿੰਗ ਹੋ ਰਹੀ ਹੈ ਟਵਾਣਾ ਸਾਹਿਬ ਦੀ ਸਰਬਰਾਹੀ 'ਚ, ਉਹ ਮੇਰੇ ਚੁੱਕੇ ਪਾਣੀ ਸਿਰ ਤੋਂ ਉੱਤੇ ਹੋ ਗਿਆ ਤੇ ਮੇਰੇ ਵਾਸਤੇ ਬਾਰੇ ਮੈਂ ਘਰ ਬਹਿ ਗਿਆ। ਮੈਂ ਉਹ ਬਿਲਕੁਲ ਐਬਸਟੇਨ ਕੀਤਾ, ਯਾਨੀ ਕਿ ਪਰਹੇਜ਼ ਕੀਤੀ ਉਸ ਕੰਮ ਤੋਂ 4-5 ਦਿਨ। ਤੇ ਲੇਕਿਨ ਜ਼ਰੂਰੀ ਨਹੀਂ ਕਿ ਹਰ ਕੰਮ ਦੀ ਅਗਰ ਮੈਨੂੰ ਸਮਝ ਨਹੀਂ ਆਉਂਦੀ ਤੇ ਮੈਂ ਉਹਨਾਂ ਦੇ ਅੱਗੇ ਰੋੜੇ ਅਟਕਾਣੇ ਸ਼ੁਰੂ ਕਰ ਦਿਆਂ। ਮੈਂ ਇਹ ਗੱਲ ਬੜੀ ਇੰਪੋਰਟੈਂਟ ਹੈ ਜਿਹੜਾ ਨਿਚੋੜ ਮੈਂ ਇੱਥੇ ਦੇ ਰਿਹਾ। ਫੈਜ਼ਾਨ ਦੀ ਅਗਰ ਮੈਨੂੰ ਸਮਝ ਨਹੀਂ ਆ ਰਹੀ ਤੇ ਮੈਂ ਰੋੜੇ ਨਹੀਂ ਅਟਕਾਉਂਗਾ, ਜਾਂ ਮੈਂ ਉਹਨੂੰ ਇਹ ਨਹੀਂ ਕਹਾਂਗਾ ਕਿ ਉਹ ਮਰਜ਼ਾਈ ਹੋ ਗਿਆ ਜਾਂ ਉਹ ਤਨਖਾਹ ਤੇ ਚੱਲ ਰਿਹਾ ਜਾਂ ਉਹਨਾਂ ਦੀ ਉਹ ਤਾਈਦ ਕਰ ਰਿਹਾ। ਮੇਰਾ ਅਜੇ ਵੀ ਉਹ ਈਮਾਨ ਹੈ ਕਿ ਉਹ ਦੀਨ ਇਸਲਾਮ ਦੀ ਖਿਦਮਤ ਕਰ ਰਿਹਾ ਆਪਣੀ ਸਮਝ ਬੂਝ ਦੇ ਮੁਤਾਬਕ। ਅਗਰ ਬਲਾਲ ਹਨੀਫ ਉੱਥੇ ਜਾ ਰਹੇ ਨੇ, ਉਹਨਾਂ ਦੇ ਨਾਲ ਨੇ, ਇਟਸ ਫਾਈਨ, ਹੀ ਇਜ਼ ਅ ਨੋਨ ਪਰਸਨ। ਤੇ ਇਸ ਵਾਸਤੇ ਇਹ ਮੇਰਾ ਖਿਆਲ 'ਚ ਸਿੱਧੂ ਜੱਟ ਸਾਹਿਬ ਥੋੜਾ ਜਿਹਾ ਲੋਕਾਂ ਨੂੰ ਟਰਸਟ ਕਰਕੇ ਤੇ ਉਹਨਾਂ ਨੂੰ ਸਾਨੂੰ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ। ਹਾਂ, ਪ੍ਰੋਵਾਈਡਡ ਕਿ ਉਹਨਾਂ ਦੇ ਬਾਰੇ 'ਚ ਇਸ ਡਾਊਟ ਨਹੀਂ ਕਿ ਇਹ ਇਸਲਾਮ ਤੇ ਨਾਲ ਨੇ ਜਾਂ ਕੁਫਰ ਦੇ ਨਾਲ ਨੇ। ਇਹ ਬਿਲਕੁਲ ਇੱਕ ਲਿਟਮਸ ਟੈਸਟ ਹੈ ਔਰ ਇਹ ਹਰ ਬੰਦੇ ਦੇ ਬਾਰੇ 'ਚ ਹੋਣਾ ਚਾਹੀਦਾ। ਮੇਰਾ ਵੀ ਠੋਕ ਵਜਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਮੇਰਾ ਮਾਜ਼ੀ ਕੀ ਹੈ, ਮੇਰਾ ਏਜੰਡਾ ਕੀ ਹੈ, ਮੈਂ ਕਿਹਦੇ ਨਾਲ ਹਾਂ। ਇਹ ਤੇ ਬਿਲਕੁਲ ਹੋਣਾ ਚਾਹੀਦਾ ਨਾ, ਇਹ ਤੇ ਹਰ ਬੰਦੇ ਦੇ ਬਾਰੇ 'ਚ ਹੋਣਾ ਚਾਹੀਦਾ। ਵਨਸ ਇਟ ਇਜ਼ ਡਿਸਾਈਡਡ ਕਿ ਇਹ ਬੰਦਾ ਮੁਸਲਮਾਨ ਹੈ, ਰਾਸਖੁਲ ਅਕੀਦਾ ਮੁਸਲਮਾਨ ਹੈ, ਈਮਾਨਦਾਰ ਹੈ, ਸਿੰਸੀਅਰ ਹੈ ਔਰ ਇਸ ਮਕਸਦ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ 0% ਵੀ, ਤੇ ਫਿਰ ਉਸ ਬੰਦੇ ਨੂੰ ਥੋੜਾ ਜਿਹਾ ਉਹਦਾ ਲੀਵੇ ਦੇ ਦਿਓ। ਹਰ ਬੰਦੇ ਦਾ ਸਟਾਈਲ ਡਿਫਰੈਂਟ ਹੁੰਦਾ ਹੈ ਜ਼ਾਹਿਰ। ਥੈਂਕ ਯੂ। ਇਹ ਤੇ ਮੀਰ ਸਾਹਿਬ ਲੱਗਦਾ ਮੈਂ ਸਵਾਲ ਦਿੱਤਾ ਸਾਰਿਆਂ ਨੂੰ। ਤੰਦੂਰ ਬੰਦ ਤੇ ਨਹੀਂ ਆਈ ਹੋਇਆ, ਆਪਣੀਆਂ ਕਨਾਲੀਆਂ ਨੇੜੇ ਕਰੋ, ਰੋਟੀਆਂ ਲਵਾ ਲਓ ਜਿਹਦੀ ਰਹਿ ਗਈ ਹੈ। ਥੱਲੇ ਉੱਤਰਿਆ ਸੀ, ਮੈਂ ਗੱਲ ਤੇ ਕਰਨਾ ਚਾਹੁੰਦਾ ਸੀ ਪਰ ਮੈਂ ਆ ਗਿਆ। ਮੈਂ ਕਿਹਾ ਵਡੈਸ ਸਾਹਿਬ, ਕਈ ਲਿਟਮਸ ਟੈਸਟ ਸਿਰਫ ਅਸੀਂ ਤੇ ਸਾਡੇ ਮੁਸਲਮਾਨਾਂ ਨੂੰ ਸਿਰਫ ਇੰਨਾ ਹੀ ਪਤਾ ਵੀ
ਮਰਜ਼ਈ ਆਵੇ ਨਾ ਛੁਪਿਆ ਤੇ ਉਹਦਾ ਲਿਟਮਸ ਟੈਸਟ ਹੈ ਵੀ ਤੁਸੀਂ ਪੁੱਛੋ ਵੀ ਮਿਰਜ਼ੇ ਖਜ਼ਾਨੇ ਤੇ ਲਾਂਤ ਪਾਉਂਦਾ ਕਿ ਨਹੀਂ ਪਾਉਂਦਾ। ਹੋਰ ਵੀ ਲਿਟਮਸ ਟੈਸਟ ਹੁੰਦੇ ਨੇ। ਤੁਹਾਡੇ ਨਾਲ ਪਹਿਲੇ ਦਿਨ ਜਿਸ ਦਿਨ ਗੱਲ ਹੋਈ ਸੀ ਨਾ, ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ। ਪਹਿਲੇ ਦਿਨ ਹੀ ਕੋਈ ਕੰਟਰੋਵਰਸੀ ਲੈ ਕੇ ਤੁਸੀਂ ਆਏ ਹੋ, ਪਤਾ ਨਹੀਂ ਕਿਸੇ ਹੋਰ ਬਰਾੜ ਦੇ ਕੋਈ ਹੋਇਆ ਸੀ ਮਸਲਾ, ਮੈਨੂੰ ਯਾਦ ਨਹੀਂ ਐਗਜ਼ੈਕਟ ਉਹ ਵਾਕਿਆ ਪੂਰਾ, ਲੇਕਿਨ ਕੋਈ ਕੰਟਰੋਵਰਸੀ ਹੈ ਸੀ ਤੇ ਤੁਹਾਡੇ ਨਾਲ ਜਿਸੇ ਗੱਲ ਹੋਈ ਤੇ ਤੁਸੀਂ ਮੈਨੂੰ ਆਖਿਆ ਅਮਰ ਮੇਰਾ ਫਲਾਣਾ ਪਿੰਡ ਹੈ ਗੁਜਰਾਤ ਤੇ ਮੈਂ ਫਲਾਣਾ ਮੇਰਾ ਮਤਲਬ ਕਬੀਲਾ ਹੈ। ਅੱਛਾ, ਮੈਂ ਦਿਲ ਨਾਲ ਮੰਨ ਲਿਆ ਕਿ ਇਹ ਬੰਦਾ ਝੂਠ ਨਹੀਂ ਬੋਲਦਾ। ਇਹ ਵੀ ਇੱਕ ਲਿਟਮਸ ਟੈਸਟ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਇੱਕਦਮ ਕੁੜਤਾ ਲਾ ਕੇ ਤੇ ਆਂਦਾ ਵੀ ਇਹ ਮੈਂ ਹੂੰ ਤੇਰੇ ਸਾਹਮਣੇ, ਇਹਦਾ ਮਤਲਬ ਹੈ ਕਿ ਉਹ ਸੱਚਾ ਝੂਠ ਨਹੀਂ ਪਿਆ ਬੋਲਦਾ। ਉਹਦੇ ਬਾਵਜੂਦ ਤੁਹਾਡੇ ਨਾਲ ਕਿੰਨੇ ਬਾਅਦ ਵਿੱਚ ਇਖਤਲਾਫਾਤ ਵੀ ਹੋਏ ਨੇ, ਚੰਗਾ ਮਾੜਾ ਵੀ ਇੱਕ ਦੂਜੇ ਨੂੰ ਚਲੋ ਬੋਲਿਆ ਵਦਾਸੀ ਨਜਾਇਜ਼ ਵੀ ਲਫ਼ਜ਼, ਲੇਕਿਨ ਇਹ ਜਿਹੜੀ ਸੱਚਾਈ ਹੁੰਦੀ ਹੈ ਨਾ, ਇਹ ਬਾਹਰ ਆ ਕੇ ਰਹਿੰਦੀ ਹੈ। ਇਹ ਸੱਚ ਹੈ, ਇਹ ਇੱਕ ਹਕੀਕਤ ਹੈ ਔਰ ਇੱਕ ਲਿਟਮਸ ਟੈਸਟ ਹੈ ਕਿ ਜਦੋਂ ਬੰਦਾ ਮੁਸਲਮਾਨ ਹੋਏਗਾ ਨਾ ਤੇ ਉਹ ਇੰਜ ਆਪਣਾ ਆਪ ਬਿਆਨ ਕਰੇਗਾ, ਮੇਰਾ ਫਲਾਣੇ ਥਾਂ ਘਰ ਜੇ, ਫਲਾਣਾ ਬੂਆ ਜੇ, ਫਲਾਣੇ ਦਾ ਮੈਂ ਪੁੱਤਰ ਜੇ, ਫਲਾਣਾ ਮੇਰਾ ਖਾਨਦਾਨ। ਜਿਹੜਾ 2 ਨੰਬਰ ਬੰਦੇ ਇੱਥੇ ਆ ਕੇ ਨਾ ਆਪਣਾ ਨਾਂ ਅਸਲ, ਨਾ ਆਪਣੀ ਫੋਟੋ ਅਸਲ, ਤੇ ਆਮਦਿਆਂ ਆ ਕੇ ਗਿੱਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ। ਸੁਣਿਆ ਜੀ ਮਿਰਜ਼ਾ ਕਾਦੀਆਨੀ ਦੀ ਤਫਸੀਰ ਬੜੀ ਅੱਲਾ ਹੈ, ਪਤਾ ਨਹੀਂ ਕੀ ਤੇ ਅਬੂ ਬਕਰ ਭਾਈ के 3 पॉइंट पे बयान करते हैं कि वो बंदे च ओदी तहरीर च कोई कजी नहीं मैं वेखी है, अजीम शख्सियत सी। ते एक होर भी नुकता तरीजा भी हुण इहो जिहियां गिल्लियां करन वाले गल्लां सानू की पता ये बंदा मुसलमान है कि मरजाई है, और उल्टा यही शक पैंदा कि मरजाई होना चाहिए, इहनूं मुसलमान ते नहीं होना चाहिए। इहो जिहियां गल्लां करन वाला मुसलमान ते नहीं हो सकदा। हाँ, मुसलमान अनजान हो सकदा है, नावाकिफ हो सकदा है कि मुसलमान आके आखे भी मैं नहीं जानता यार, मैं फलाने सूबे चो आया, फलाने जिले चो आया, ते मैं जिहदा तुसीं नाम पे लैंदे हो मिर्जा कादियानी नूं मैं नहीं जानता है, यह हो सकता है। लेकिन जे मुसलमान मिर्जा कादियानी नूं जानदा है ते ओहदा तारीफ ओहदे मूँह चों निकल नहीं सकदी है, ओहदी कोई खूबी ओहनूं नज़र नहीं आ सकती। खूबी ओहदे च है ही नहीं। ये नहीं कि असीं ਜ਼ਹਿਰੀਲਾ ਪ੍ਰੋਪੇਗੈਂਡਾ ਕੀਤੇ ਹੈ कि ਉਹਦੇ 'ਚ ਖੂਬੀ ਨਹੀਂ। ਅਸੀਂ ਅੱਜ ਵੀ ਦਾਅਵਾ ਕਰਦੇ ਉਹਦੀ ਖੂਬੀ ਸਾਡੇ ਸਾਹਮਣੇ ਬਿਆਨ ਤੇ ਕਰੋ ਕਿ ਬੰਦਾ ਲਿਆਓ ਉਹਨੂੰ ਸਾਡੇ ਸਾਹਮਣੇ, ਉਹਦੇ 'ਚ ਖੂਬੀ ਹੈ ਹੀ ਨਹੀਂ। ਮੈਂ ਨਾਲ ਕਿਤਾਬਾਂ ਭਰੀਆਂ ਨੇ, ਸਾਰੀਆਂ ਤਫਸੀਰਾਂ ਭਰੀਆਂ ਨੇ। ਤੋ ਜਿਹੜਾ ਬੰਦਾ ਆ ਕੇ ਇੱਥੇ ਉਹਦੀਆਂ ਤਾਰੀਫਾਂ ਕਰਨ ਸ਼ੁਰੂ ਹੋ ਜੇ ਤੇ ਨਾ ਉਹਦੀ ਆਈਡੀ ਦਾ ਪਤਾ, ਨਾ ਉਹਦੇ ਨਾਂ ਦਾ ਪਤਾ, ਨਾ ਉਹਦੇ ਖਾਨਦਾਨ ਦਾ ਪਤਾ, ਨਾ ਉਹਦੇ ਪਿੰਡ ਦਾ ਪਤਾ, ਨਾ ਉਹਦੇ ਜ਼ਿਲ੍ਹੇ ਦਾ ਪਤਾ, ਮੈਂ ਸਮਝਣਾ ਕਿ ਉਹਦੇ ਤੇ ਤਬਾਰ ਕਰਨਾ ਜਾਂ ਉਹਨੂੰ ਸਮਝਣਾ ਜਾਂ ਉਹਨੂੰ ਸਰਟੀਫਿਕੇਟ ਜਾਰੀ ਕਰਨਾ ਕਿ ਸਾਡਾ ਮੁਸਲਮਾਨ ਭਰਾ ਹੈ, ਨਾਦਾਨੀ ਹੈ, ਅਕਲਮੰਦੀ ਨਹੀਂ ਹੈ। ਬਹੁਤ ਸਾਰੇ ਬੰਦੇ ਇੱਥੇ ਆਉਂਦੇ ਨੇ, ਵੱਲਾ ਕਈ ਵਾਰੀ ਇੱਥੇ ਐਸੇ ਵੀ ਆਉਂਦੇ ਨੇ ਬੰਦੇ ਆ ਕੇ ਮਰਜ਼ਈਆਂ ਨੂੰ ਚੈਲੰਜ ਕਰਦੇ ਬੰਦੇ ਨੇ, ਮਰਜ਼ਈਆਂ ਨੂੰ ਮਨਾਜ਼ਰਾ ਕਰਨ ਦੀ, ਤੇ ਮੇਰੇ ਜ਼ਿਹਨ 'ਚ ਫੌਰਨ ਆਉਂਦਾ ਕਿ ਉਹ ਡਿੰਗੇ ਵਾਲਾ ਨਬੀਨਾ ਮਰਜ਼ਈ ਨਾ ਹੋਵੇ, ਕਿ ਇਹ ਜਿਹੜਾ ਕਹਿੰਦਾ ਲਿਆਓ ਮਰਜ਼ਈ ਜਿਹਨੇ ਮੇਰੇ ਨਾਲ ਮਨਾਜ਼ਰਾ ਕਰਨਾ ਕਰਾਓ। ਤੇ ਮੈਂ ਤੇ ਉਹਦੇ ਤੇ ਵੀ ਨਹੀਂ ਐਡੀ ਜਲਦੀ ਤਬਾਰ ਕਰਦਾ। ਮੈਂ ਨਾ ਕਿ ਡਿੰਗੇ ਵਾਲਾ ਨਬੀਨਾ ਨਾ ਹੋਵੇ। ਪਤਾ ਜੀ ਕਿ ਡਿੰਗੇ ਦਾ ਨਬੀਨਾ ਮਰਜ਼ਈ ਸੀ, ਉਹ ਇੱਕ ਪਿੰਡ ਟੁਰ ਗਿਆ, ਤੇ ਉੱਥੇ ਜਾ ਕੇ ਆਂਦਾ ਵੀ ਸੁਣਿਆ ਤੁਹਾਡੇ ਪਿੰਡ ਮਰਜ਼ਈ ਨੇ ਤੇ ਤੁਹਾਡੇ ਨਾਲ ਮਨਾਜ਼ਰਾ ਸ਼ਨਾਜ਼ਰਾ ਕਰਦੇ ਨੇ ਰੋਜ਼, ਤੇ ਲਿਆਓ ਜਿਹੜਾ ਮਰਜ਼ਈ ਤੁਹਾਡੇ ਨਾਲ ਮਨਾਜ਼ਰਾ ਕਰਦਾ ਜਾਂ ਤੋਂ ਫਾਤਿਹ ਮਸੀਹ ਦੇ ਉੱਤੇ ਮੈਂ ਮਨਾਜ਼ਰਾ ਕਰਨਾ ਉਹਦੇ ਨਾਲ। ਉਹਨੇ ਆਖਿਆ ਵੀ ਦਾੜੀ ਸ਼ਾੜੀ ਰੱਖੀ ਹੈ ਤੇ ਮੁਸਾਫਰ ਹੈ ਤੇ ਬੰਦਾ ਕੋਈ ਮੌਲਵੀ ਟਾਈਪ ਹੈ, ਕੋਈ ਆਲਮ ਹੋਣਾ, ਤੇ ਉਹਨਾਂ ਬੁਲਾ ਲਏ ਮਰਜ਼ਈ। ਪਿੰਡ ਦੇ ਵਿੱਚ ਬਰਾਦਰੀ ਦੇ ਵਿੱਚ ਤੁਹਾਨੂੰ ਪਤਾ ਜੱਟਾਂ ਗੁਜਰਾਂ ਜੀ ਧਿਆਨ ਨਾਲ ਸਾਰੇ ਲੱਗੇ ਫਿਰਦੇ ਨੇ ਪੰਜਾਬ 'ਚ, ਉਹਨਾਂ ਬੁਲਾ ਲਏ। ਤੇ ਜਿਸ ਵੇਲੇ ਮਨਾਜ਼ਰਾ ਸ਼ੁਰੂ ਕੀਤਾ ਨਾ, ਉਹਨੇ 2-3 ਦਲੀਲਾਂ ਦੇਣ ਤੋਂ ਬਾਅਦ ਉਹਨੇ ਆਖਿਆ ਬਈ ਮਰਜ਼ਾਈਆਂ ਦੀ ਦਲੀਲ ਜ਼ਿਆਦਾ ਮਜ਼ਬੂਤ ਹੈ, ਈਸਾ ਅਲੈਹਿਸਲਾਮ ਵਾਕਈ ਹੀ ਫੌਤ ਹੋ ਗਏ ਨੇ। ਉਹ ਪਿੰਡ ਆਇਆਂ ਨੂੰ ਸ਼ੱਕ ਪੈ ਗਿਆ ਬਈ ਇਹ ਤੇ ਮਰਜ਼ਾਈ ਸੀ ਤੇ ਅਸਾਂ ਦੇ ਮਤਲਬ ਸਾਡੀਆਂ ਦੇ ਅੱਖਾਂ 'ਚ ਇਹਨੇ ਧੂੜ ਪਾਤੀ ਹੈ, ਜਿਸ ਤਰ੍ਹਾਂ ਇਹਨੇ ਪਾਈ ਹੈ ਜਿਹੜਾ ਜਿਹਦਾ ਅੱਗੇ ਨਾਂ ਪੇ ਲੈਂਦੇ। ਤੇ ਉਹਨਾਂ ਨੇ ਨਾ ਉਹਨੂੰ ਫੜ ਕੇ ਤੇ ਪਿੰਜਾ ਲਾਇਆ। ਇਹ ਸੀਰਤੁਲ ਮਹਿਦੀ 'ਚ ਲਿਖਿਆ ਵਾਕਿਆ। ਉਹਨਾਂ ਮੁਸਲਮਾਨਾਂ ਨੇ ਫੜ ਕੇ ਫਿਰ ਉਹਨੂੰ ਫੈਂਟੀ ਲਾਈ ਬਈ ਉਹ ਬੇਈਮਾਨ ਤੂੰ ਸਾਡੇ ਨਾਲ ਫਰਾਡ ਕੀਤਾ, ਤੂੰ ਕਹਿੰਦਾ ਹਾਂ ਤੂੰ ਮੁਸਲਮਾਨ ਹੈ, ਤੂੰ ਮਰਜ਼ਾਈ, ਤੂੰ ਤੇ ਹੈ ਹੀ ਮਰਜ਼ਾਈ ਹੈ। ਇਹ ਸੀਰਤੁਲ ਮਹਿਦੀ ਦਾ ਵਾਕਿਆ। ਉਹਨੇ ਫਰਾਡ ਨਹੀਂ ਸੀ ਕੀਤਾ, ਉਹਨੇ ਮਰਜ਼ਾਈਅਤ ਕੀਤੀ ਸੀ। ਜੋ ਅਸਲ ਮਰਜ਼ਾਈਅਤ ਇਹ ਤੇ ਮਰਜ਼ਾਈਅਤ। ਤੇ ਇਸ ਲਈ ਅੱਜ ਤੇ ਸੋਸ਼ਲ ਮੀਡੀਆ ਤੇ ਬਿਲਕੁਲ ਹੀ ਇਸ ਤਰ੍ਹਾਂ ਹੈ ਨਾ ਕਿ ਜਿਹੜਾ ਮਰਜ਼ੀ ਬੁਰਕਾ ਪਾ ਕੇ ਆ ਜੇ, ਨਾ ਆਪਣੀ ਸ਼ਕਲ ਵਿਖਾਏ, ਨਾ ਆਪਣਾ ਪਿੰਡ ਦੱਸੇ, ਨਾ ਆਪਣਾ ਖਾਨਦਾਨ ਦੱਸੇ, ਇਹ ਤਲਤ ਮਲਕ ਹੈ, ਕਾਦੀਆਨ ਨਹੀਂ ਹੈ। ਮੈਨੂੰ ਸਾਰੇ ਮਰਜ਼ਈਆਂ 'ਚ ਕਿਉਂ ਨੰਬਰ 1 ਲੱਗਦਾ ਹੈ? ਹਾਲਾਂਕਿ ਸ਼ਾਤਮੀਅਤ ਦੇ ਲਿਹਾਜ਼ ਨਾਲ ਵੀ ਮੇਰੇ ਤਫਜ਼ਾਤ ਨੇ, ਬੜਾ ਮੈਨੂੰ
ਗੁੱਸਾ ਵੀ ਰਿਹਾ, ਲੜੇ ਲੁੜੇ ਵੀ ਆ ਬੜੇ ਪੈਸੇ ਪੂਸਿਆਂ ਤੋਂ, ਕੋਈ ਇਹ ਸ਼ਰਤ ਸ਼ੁਰਤ ਅਸਾਂ ਜਿੱਤ ਲਈ ਜ਼ਿਆ ਬਾਈ ਵਾਲੀ। ਲੇਕਿਨ ਉਹਦੇ 'ਚ ਇੱਕ ਖੂਬੀ ਹੈ, ਉਹਨੇ ਆਪਣਾ ਘਰ ਬੂਆ ਸਹੀ ਦੱਸਿਆ। ਕਿਸੇ ਮਰਜ਼ਾਈ 'ਚ ਮਤ ਨਹੀਂ ਕਿ ਆਪਣਾ ਘਰ ਬੂਆ ਦੱਸਣਾ। ਆਖੋ ਕਿਸੇ ਨੇ ਦੱਸਿਆ ਮੈਂ ਹਾਫਜ਼ਾਬਾਦ ਫਲਾਣੇ ਪਿੰਡੀ ਭੱਟੀਆਂ ਰਹਿਣਾ, ਮੈਂ ਫਲਾਣੇ ਪਿੰਡ ਦਾ, ਮੈਂ ਫਲਾਣੇ ਸ਼ਹਿਰ ਦਾ ਵਾਂ। ਰਬਵੇ ਦਾ ਵੀ ਨਹੀਂ ਦੱਸ ਸਕਦੇ। ਜਿਹੜੇ ਰਬਵੇ ਸਾਰੀ ਜ਼ਿੰਦਗੀ ਗੁਜ਼ਾਰੇ, ਰਬਵੇ ਦਾ ਵੀ ਨਹੀਂ ਜ਼ਿਕਰ ਕਰਦੇ ਹਨ। ਹਾਲਾਂਕਿ ਇੰਗਲੈਂਡ ਨੇ, USA ਬੈਠੇ ਨੇ, ਕੈਨੇਡਾ ਬੈਠੇ ਨੇ, ਯੂਰਪ ਜਾ ਕੇ ਬੈਠੇ ਨੇ, ਇਹ ਵੀ ਨਹੀਂ ਗੱਲ ਸਿੱਧੀ ਦੱਸਦੇ ਵੀ ਅਸੀਂ ਕਿਹੜੇ ਪਿੰਡ ਦੇ ਆ। ਕਿਉਂ? ਹਰਾਮਜ਼ਾਦੀਆਂ ਕਰਨੀਆਂ ਹੁੰਦੀਆਂ ਨੇ ਨਾ, ਗਾਲਾਂ ਕੱਢਣੀਆਂ ਹੁੰਦੀਆਂ ਨੇ। ਜੇ ਤੂੰ ਸ਼ਾਤਮੀਅਤ ਕਰਨੀ ਹੋਵੇ ਤੇ ਨਬੀ ਪਾਕ ਨੂੰ ਗਾਲਾਂ ਕੱਢਣੀਆਂ ਹੋਣ ਤੇ ਘਰ ਕਿਉਂ ਦੱਸਣਾ ਹੈ? ਘਰ ਉਹ ਹੀ ਬੰਦਾ ਦੱਸਦਾ ਹੈ ਜਿਹੜਾ ਬੰਦਾ ਆਮਦਨ ਸ਼ਾਤਮੀਅਤ ਨਹੀਂ ਕਰਦਾ। ਉਹਦੇ ਅਕੀਦੇ 'ਚ ਚੀਜ਼ਾਂ ਇਹੋ ਪਾਈਆਂ ਜਾਂਦੀਆਂ, ਉਹਦੀ ਗਰੂਮਿੰਗ ਹੋਈ ਹੈ। ਉਹ ਸਮਝਦਾ ਵੀ ਮੈਂ ਜੋ ਮਿਰਜ਼ਾ ਕਾਦੀਆਨੀ ਦਾ ਮਕਾਮ ਹੈ ਉਹ ਹੀ ਮਾਜ਼ ਅੱਲਾ ਨਬੀ ਪਾਕ ਦਾ ਮਕਾਮ ਹੈ, ਤੇ ਉਹਨੇ ਉਹ ਹਰਕਤ ਕਰਨੀ ਹੈ। ਲੇਕਿਨ ਉਹ ਇਸ ਤਰ੍ਹਾਂ ਦੀ ਨਹੀਂ ਕਰਦਾ ਜਿਸ ਤਰ੍ਹਾਂ ਦੇ ਇਹ ਮਿਰਜ਼ਾਈਆਂ ਦੇ ਅੰਦਰ ਗੰਦ ਭਰਿਆ ਹੈ, ਕਿ ਛੁਪ ਕੇ ਆਪਣੇ ਆਪ ਨੂੰ ਕੈਮੋਫਲਾਜ ਕਰਕੇ ਤੇ ਆਪਣੇ ਆਪ ਨੂੰ ਮੁਸਲਮਾਨ ਦੱਸ ਕੇ ਇਹ ਹਰਾਮਜ਼ਾਦੀਆਂ ਕਰਨੀਆਂ, ਬਾਅਦ 'ਚ ਤੇ ਆਖਣਾ ਨਹੀਂ ਅਸੀਂ ਤਾਂ ਮੁਸਲਮਾਨ। ਸੋ ਬਸ ਮੈਂ ਇੰਨਾ ਹੀ ਕਹਿਣਾ ਸੀ ਕਿ ਇਹ ਜਿਹੜੀ ਗੱਲ ਮੈਂ ਸੁਣੀ ਹੈ ਥੋੜੀ ਬਹੁਤ, ਇਹਦੇ ਮੁਤਲਕ ਮੇਰੀ ਤੇ ਇੰਨੀ ਰਿਕੁਐਸਟ ਹੈ ਕਿ ਮਜ਼ੀਦ ਅੱਗੋਂ ਮੁਤਾਤ ਹੋ ਜਾਣਾ ਚਾਹੀਦਾ ਸਾਰੇ ਮੁਸਲਮਾਨਾਂ ਨੂੰ। ਜਿਹੜਾ ਵੀ ਨਵਾਂ ਬੰਦਾ ਆਉਂਦਾ ਹੈ ਉਹ ਆ ਕੇ ਆਪਣਾ ਤਾਰਫ ਕਰਾਉਂਦਾ ਹੈ, ਕਹਿੰਦਾ ਮੈਂ ਮੁਸਲਮਾਨ। ਹੋ ਸਕਦਾ ਮੁਸਲਮਾਨ ਹੋਵੇ, ਹੋ ਸਕਦਾ ਨਾ ਵੀ ਹੋਵੇ। ਜਦ ਤੱਕ ਉਹਦਾ ਸਾਰੇ ਉਹ ਲਿਟਮਸ ਟੈਸਟ ਪਾਸ ਨਹੀਂ ਕਰ ਲੈਂਦਾ ਔਰ ਉਹਦਾ ਇਸਲਾਮ ਤੁਹਾਡੇ ਤੇ ਬਿਲਕੁਲ ਅਯਾਨ ਨਹੀਂ ਹੋ ਜਾਂਦਾ, ਜਾਂ ਉਹਦਾ ਘਰ ਬੂਹੇ ਤੇ ਤੁਸੀਂ ਵਾਕਫ ਪਰਸਨਲੀ ਪ੍ਰਾਈਵੇਟਲੀ ਨਹੀਂ ਹੋ ਜਾਂਦੇ, ਤੁਸੀਂ ਕਿਸੇ ਨੂੰ ਸਰਟੀਫਿਕੇਟ ਇਸ਼ੂ ਨਾ ਕਰੋ ਕਿ ਸਾਡਾ ਮੁਸਲਮਾਨ ਭਰਾ ਹੈ, ਸਾਡਾ ਮੁਸਲਮਾਨ ਭਰਾ ਹੈ। ਸਾਡੇ ਇੱਕ ਬੰਦੇ ਦੇ ਸਰਟੀਫਿਕੇਟ ਇਸ਼ੂ ਕਰਨ ਨਾਲ ਵੀ ਬੜੇ ਮਸਲੇ ਹੁੰਦੇ। ਤੁਸੀਂ ਹੁਣ ਵਡਾਏ ਸਾਹਿਬ, ਤੁਹਾਡੀ ਇੱਕ ਆਵਾਜ਼ ਹੈ, ਤੁਹਾਡੀ ਇੱਕ ਇੱਜ਼ਤ ਹੈ, ਤੁਹਾਡਾ ਇੱਕ ਮਕਾਮ ਹੈ, ਤੇ ਤੁਸੀਂ ਚੰਗੀ ਭਲੀ ਮਿਹਨਤ ਵੀ ਮਾਸ਼ਾਅੱਲਾ ਕਰਦੇ ਹੋ। ਤੁਹਾਡੀ ਕਿਸੇ ਬੰਦੇ ਦੇ ਬਾਰੇ ਗਵਾਹੀ ਉਹ ਮੈਟਰ ਕਰਦੀ ਹੈ। ਮਲਕ ਸਾਹਿਬ ਤੁਸੀਂ ਮਾਈਕ ਖੋਲ ਲਿਆ, ਮਲਕ ਕੈਸਰ ਸਾਹਿਬ ਮਿਊਟ ਕਰੋ। ਤੁਹਾਡੀ ਗਵਾਹੀ ਮੈਟਰ ਕਰਦੀ ਹੈ ਨਾ? ਨਹੀਂ। ਹਾਂ, ਅਗਰ ਤੁਸੀਂ ਕਿਸੇ ਬੰਦੇ ਦੇ ਬਾਰੇ ਗਵਾਹੀ ਦੇ ਦਿਓਗੇ ਨਾ ਕਿ ਇਹ ਸਾਡਾ ਮੁਸਲਮਾਨ ਭਰਾ, ਜਿਸ ਤਰ੍ਹਾਂ ਬਿਲਾਲ ਭਾਈ ਕਿਸੇ ਦੀ ਅੱਗੇ ਦੇਣ ਲੱਗੇ ਸਨ, ਮੈਂ ਕਿਹਾ ਤੁਹਾਡੇ ਕੋਲ ਤਾਂ ਸਰਟੀਫਿਕੇਟ ਹੈ, ਸਾਡੇ ਕੋਲ ਤਾਂ ਉਹ ਵੀ ਕੋਈ ਨਹੀਂ ਹੈ। ਸਾਡਾ ਤਾਂ ਰਜਿਸਟਰ ਉੱਥੇ ਪਾਕਿਸਤਾਨ ਮੈਂ ਪੜਾਉਂਦਾ ਸੀ ਨਾ, ਤੇ ਸਰਟੀਫਿਕੇਟ ਵਾਲਾ ਇੱਕ ਰਜਿਸਟਰ ਹੁੰਦਾ ਸੀ ਤੇ ਇੱਕ ਪੰਨਾ ਪਾੜ ਕੇ ਕੋਲ ਰੱਖੀਦਾ ਤੇ ਇੱਕ ਉਹਨਾਂ ਨੂੰ ਦੇਈਦਾ ਸੀ। ਮੈਂ ਕਿਹਾ ਉਹ ਵੀ ਉੱਥੇ ਛੱਡ ਆਏ ਹੁੰਦੇ, ਸਾਡੇ ਕੋਲ ਸਰਟੀਫਿਕੇਟ ਰਜਿਸਟਰ ਵੀ ਕੋਈ ਨਹੀਂ ਭਾਈ ਹੈ, ਤੁਹਾਡੇ ਕੋਲ ਹੈ ਰਜਿਸਟਰ, ਤੁਸੀਂ ਦੇ ਲਓ। ਭਾਈ ਮੇਰੇ ਕੋਲ ਕੋਈ ਰਜਿਸਟਰ ਨਹੀਂ ਹੈ। ਮੈਂ ਉਨੀ ਦੇਰ ਕਿਸੇ ਨੂੰ ਮੁਸਲਮਾਨ ਮੰਨਾਂਗਾ ਜਿੰਨੀ ਦੇਰ ਉਹਦੇ 'ਚ ਮੈਨੂੰ ਇਸਲਾਮ ਨਜ਼ਰ ਆਵੇਗਾ ਔਰ ਅਹਿਲੇ ਇਸਲਾਮ ਨਾਲ ਉਹਨਾਂ ਦਾ ਅਟੈਚਮੈਂਟ ਨਜ਼ਰ ਆਵੇਗੀ। ਜੇ ਮੈਨੂੰ ਉਹਦੇ 'ਚ ਕੋਈ ਦੋ ਨੰਬਰੀ ਨਜ਼ਰ ਆਵੇ ਤੇ ਮੈਨੂੰ ਨਹੀਂ ਪਤਾ ਉਹ ਮੁਸਲਮਾਨ ਹੈ, ਜਾਣ ਬੁੱਝ ਕੇ ਕਰਨ ਲੱਗਿਆ ਜਾਂ ਉਹ ਹੈ ਹੀ ਛੁਪਿਆ ਮਰਜ਼ਾਈ ਹੈ। ਬਸ ਇੰਨੀ ਗੱਲ ਕਰਨੀ ਸੀ। ਮੇਰ ਸਾਹਿਬ ਤੁਸੀਂ ਅੱਗੇ ਬੋਲਣ ਲੱਗੇ ਸੋ ਗੱਲ ਕਰੋ ਪਲੀਜ਼। ਇਹ ਆਪਣਾ ਅਮਰ ਸਾਹਿਬ ਤੁਸੀਂ ਅੱਗੇ ਗੱਲ ਕੀਤੀ ਸੀ ਕਿ ਮਿਰਜ਼ਾਈ ਜਿਹੜਾ ਕੋਈ ਹੋਰ ਬੋਲਤੇ ਨਹੀਂ ਰਿਹਾ, ਮੈਨੂੰ ਆਵਾਜ਼ ਕਿਸੇ ਦੀ ਨਹੀਂ ਆ ਰਹੀ। ਬਿਸਮਿਲ੍ਲਾ ਕਰੋ। ਤੁਹਾਨੂੰ ਇੱਕ ਸਵਾਲ ਆਇਆ ਹੈ ਕਿ ਇਸਲਾਮ ਦਾ ਸਰਟੀਫਿਕੇਟ ਤਾਂ ਤੁਸੀਂ ਨਹੀਂ ਦਿੰਦੇ ਤੇ ਕਾਦੀਆਨੇ ਦਾ ਸਰਟੀਫਿਕੇਟ ਕਿਉਂ ਮੁਸਲਮਾਨ ਜਲਦੀ ਦੇ ਦਿੰਦੇ? ਇਹ ਗੱਲ ਹੈ ਲੌਜੀਕਲ ਕਿ ਪਾਕ ਹਲਾਲ ਸ਼ਈਆਂ ਦਾ ਹੀ ਸਰਟੀਫਿਕੇਟ ਦਿੱਤਾ ਜਾਂਦਾ ਹੈ, ਹਰਾਮ ਤੇ ਪਲੀਤ ਸ਼ਈਆਂ ਦਾ ਕੋਈ ਸਰਟੀਫਿਕੇਟ ਨਹੀਂ ਹੁੰਦਾ। ਮੈਂ ਉਹ ਸਵਾਲ ਮੇਰਾ ਖਿਆਲ ਹੈ ਲਾਮਾ ਸਾਹਿਬ ਦੇ रिलेटेड है। लामा साहब चलो सवाल आया है कि एक मिनट उत्तर चला गया। मैंने इस्लाम का सर्टिफिकेट नहीं देना लेकिन कादियानियत का सबको देना है, जिस पे शक हो उसको सर्टिफिकेट। मैं सुन लिया, मैं थल्ले सी सवाल अच्छा है, मकबूल सवाल है। ਜਦੋਂ मैं किसी ਨੂੰ ਇਹ ਕਹਿਣਾ ਕਿ ਵੀ ਮੈਂ ਨਹੀਂ ਜਾਣਦਾ ਕਿ ਇਹ ਬੰਦਾ ਮੁਸਲਮਾਨ ਹੈ ਜਾਂ ਨਹੀਂ, ਤੇ क्या मैं ਉਹਦੀ ਤਕਫੀਰ ਕਰ ਰਿਹਾ? क्या मैं ਉਹਨੂੰ ਮਿਰਜ਼ਾਈ ਕਹਿ ਰਿਹਾ? ਹਿੰਦੂ ਸਿੱਖ ਈਸਾਈ ਕਹਿ ਰਹੇ? ਨਹੀਂ ਕਹਿ ਰਿਹਾ ਯਾਰ। ਨਾ ਜਾਣਨ ਦਾ ਮਤਲਬ ਇਹ ਹੁੰਦਾ ਹੈ ਕਿ ਹੋ ਸਕਦਾ ਹੋਵੇ, ਹੋ ਸਕਦਾ ਨਾ ਹੋਵੇ, ਮੈਨੂੰ ਇਹਦਾ ਨਹੀਂ ਪਤਾ। ਮੈਂ ਕਦੋਂ ਆਖਿਆ ਕਿ ਮੈਂ ਕਿਸੇ ਨੂੰ ਇੱਕ ਬੰਦਾ ਦੱਸੋ ਜਿਹਨੂੰ ਮੈਂ ਕਾਦੀਆਨੀ ਦਾ ਸਰਟੀਫਿਕੇਟ ਜਾਰੀ ਕੀਤਾ ਹੋਵੇ,
ਉਹਨੂੰ ਮੈਂ ਕਾਦੀਆਨੀ ਆਖਿਆ ਹੋਵੇ ਔਰ ਉਹ ਕਾਦੀਆਨੀ ਨਾ ਹੋਵੇ, ਮੁਸਲਮਾਨ ਹੋਵੇ, ਕਿਹੜੇ ਬੰਦੇ ਨੂੰ ਆਖਿਆ? ਇੱਕ ਬੰਦਾ ਲਿਆਓ, ਮੈਂ ਉਹਦੇ ਕੋਲ ਮਾਜ਼ਰਤ ਵੀ ਕਰਾਂਗਾ, ਅੱਲਾਹ ਕੋਲੋਂ ਤੋਬਾ ਵੀ ਕਰਾਂਗਾ। ਇਸ ਗੱਲ नहीं मेरा ख्याल है इशारा ਤੁਹਾਡੇ ਵੱਲ ਨਹੀਂ ਹੈ। ਬਾਜ਼ ਐਸੇ ਸਾਥੀ ਨੇ ਕਿ ਅਗਰ ਉਹਨਾਂ ਨਾਲ ਮਾੜਾ ਜਿਹਾ ਵੀ ਕਿਸੇ ਗੱਲ ਤੇ ਡਿਸਐਗਰੀ ਹੋ ਜਾਈਏ ਤੇ ਫੌਰਨ ਬਰਾੜ ਲਾ ਕੇ ਤੇ ਲੋਕਾਂ ਨੂੰ ਕਹਿੰਦੇ ਨੇ ਪਿਆ ਤੇ ਕਰ ਦਿਆਂ ਨਹੀਂ ਸਰਟੀਫਿਕੇਟ ਨਹੀਂ ਜਾਰੀ ਕਰਨੇ ਚਾਹੀਦੇ, ਬਿਲਕੁਲ ਬੁਰੀ ਗੱਲ ਹੈ। ਕਿਉਂ ਕਿਸੇ ਨੂੰ ਸਰਟੀਫਿਕੇਟ ਦੇਣਾ? ਭਾਈ ਮੁਸਲਮਾਨ ਹੈ ਤੇ ਉਹਦਾ ਇਸਲਾਮ ਨਜ਼ਰ ਆਉਂਦਾ ਤੇ ਉਹਦੀ ਗਵਾਹੀ ਦਿਓ, ਅੱਛੀ ਗੱਲ ਹੈ। ਅਗਰ ਉਹਦਾ ਇਸਲਾਮ ਨਜ਼ਰ ਆਉਂਦਾ ਤੁਹਾਨੂੰ ਯਕੀਨ ਹੈ ਤੇ ਜਾਂ ਉਹਨੂੰ ਪਰਸਨਲੀ ਤੁਸੀਂ ਪ੍ਰਾਈਵੇਟ ਜਾਣਦੇ ਹੋ ਤੇ ਅੱਛੀ ਗੱਲ ਹੈ। ਲੇਕਿਨ ਕਿਸੇ ਦੀ ਤਕਫੀਰ ਕਰਨ ਤੋਂ ਪਹਿਲੇ 101 ਵਾਰੀ ਸੋਚੋ। ਕਿਸੇ ਨੂੰ ਕਾਦੀਆਨੀ ਨਾ ਆਖੋ, ਕਿਸੇ ਨੂੰ ਕਾਦੀਆਨੀ ਦਾ ਸਰਟੀਫਿਕੇਟ ਨਾ ਜਾਰੀ ਕਰੋ, ਨਾ ਕਰਨਾ ਚਾਹੀਦਾ ਹੈ। ਕਿਉਂਕਿ ਗਲਤ ਤਕਫੀਰ ਕੀਤੀ ਤੁਹਾਡੇ ਉੱਤੇ ਆ ਪਵੇਗੀ। ਇਹ ਤੇ ਲਿਖੀ ਪੜੀ ਗੱਲ ਹੈ ਨਾ। ਆ ਵੇਖੋ ਨਾ, ਹੁਣ ਤੁਸੀਂ ਲਾਮਾ ਸਾਹਿਬ, ਤੁਸੀਂ ਅਗਰ ਗਾਈਡ ਕੀਤਾ ਟੂ ਮੁਸਲਮ ਨੂੰ ਜਾਂ ਤੁਸੀਂ ਗਾਈਡ ਕੀਤਾ ਬਹਿਰੇਨ ਨੂੰ, ਮੁਸਲਮਾਨ ਹੀ ਸਨ, ਭਟਕ ਗਏ ਸਨ, ਸਾਈਡ ਤੇ ਚਲੇ ਗਏ ਸਨ, ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਿਸ ਤਰ੍ਹਾਂ ਵੀ ਤੁਸੀਂ ਉਹਨਾਂ ਨੂੰ, ਉਹ ਅਲਹਮਦੁਲਿਲਾ ਹੁਣ ਅੱਜ ਉਹੀ ਲੋਕ ਨੇ ਕਿ ਉਹ ਤੁਹਾਡੇ ਨਾਲ ਨੇ ਤੇ ਉਹਨਾਂ ਦੇ ਖਿਲਾਫ ਨੇ। ਬਲਕਿ ਕੱਲ ਤੋਂ ਉਹਨਾਂ ਖੀਰ ਵੀ ਖਵਾਈ ਹੈ ਬਹਿਰੇਨ ਸਾਹਿਬ ਨੇ ਤੁਹਾਨੂੰ ਆਪਣੇ ਹੱਥਾਂ ਨਾਲ। ਤੇ ਅਗਰ ਕਿਸੇ ਦੇ ਨਾਲ ਅਸੀਂ ਥੋੜਾ ਜਿਹਾ ਨਰਮ ਚੱਲੀਏ ਤੇ ਹਕਮਤ ਅਮਲੀ ਦੇ ਨਾਲ ਚੱਲੀਏ ਤਾਂ ਮੇਰਾ ਖਿਆਲ ਹੈ ਰਿਜ਼ਲਟ ਇਨਸ਼ਾਅੱਲਾ ਪੋਜ਼ਿਟਿਵ ਆ ਸਕਦਾ ਫਿਊਚਰ ਵਿੱਚ। ਅੱਲਾਹ ਕਰੇ ਕਾਮਯਾਬ ਹੋ ਜਾਣ ਔਰ ਉਹ ਜੈਨੂਅਨ ਮੁਸਲਮਾਨ, ਭਟਕੇ ਹੋਏ ਮੁਸਲਮਾਨ ਨੂੰ, ਪਹਿਲੀ ਤਾਂ ਗੱਲ ਹੈ ਕਿ ਉਹ ਮੁਸਲਮਾਨ ਜੈਨੂਅਨ ਹੋਵੇ ਔਰ ਉਹ ਭਟਕਿਆ ਵੀ ਹੋਵੇ ਔਰ ਉਹਨੂੰ ਇਹੋ ਜਿਹੀ ਕੋਈ ਠੋਕਰ ਲੱਗੀ ਹੋਵੇ ਤੇ ਤੁਸੀਂ ਵੀ ਉਹਨੂੰ ਸਮਝਾਓ ਤੇ ਉਹ ਬੰਦਾ ਸਿੱਧੀ ਰਾਹ ਤੇ ਆ ਜਾਏ ਤੇ ਅੱਲਾਹ ਤਾਲਾ ਤੁਹਾਡਾ ਵੀ ਕਬੂਲ ਕਰ ਲੇ। ਮਰਜ਼ਾਈ ਨੂੰ ਮੁਸਲਮਾਨ ਕਰਨਾ ਇੰਨਾ ਵੱਡਾ ਸਵਾਬ ਨਹੀਂ ਜਿੰਨਾ ਮੁਸਲਮਾਨ ਨੂੰ ਮੁਸਲਮਾਨ ਕਰਨ ਦਾ ਸਵਾਬ ਹੈ। ਕਈ ਮੁਸਲਮਾਨ ਵਿਗੜੇ ਜਿਹੜੇ ਨੇ ਨਾ, ਉਹਨਾਂ ਨੂੰ ਮੁਸਲਮਾਨ ਕਰਨ ਦਾ ਬਹੁਤਾ ਸਵਾਬ ਹੈ। ਅੱਛੀ ਗੱਲ ਹੈ ਜੇ ਤੁਸੀਂ, ਲੇਕਿਨ ਪਹਿਲਾਂ ਇਹ ਪੱਕ ਕਰ ਲਓ ਵੀ ਹੈ ਗੱਲ ਇੰਨੀ ਹੈ, ਬੰਦਾ ਮੁਸਲਮਾਨ ਹੈ ਤੇ ਉਹਨੂੰ ਠੋਕਰ ਲੱਗੀ ਹੈ, ਫਿਰ ਤਾਂ ਠੀਕ ਹੈ। ਤੇ ਜੇ ਉਹ ਬੰਦਾ ਹੀ 2 ਨੰਬਰ ਹੈ। ਇਹ ਡਾਰਕ ਹੋਰ ਸਾਹਿਬ ਕੌਣ ਨੇ ਜੀ? ਕਰੋ ਜਰਾ ਗੱਲ, ਜਰਾ ਜਲਦੀ ਕਰਿਓ, ਥੱਲੇ ਕਾਲਾਂ ਬੜੀਆਂ ਮੈਂ ਤਾਂ ਹੁਣ ਦੇਖਿਆ ਵੇ। ਡਾਰਕ ਹੋਰ ਸਾਹਿਬ ਕੋਈ ਗੱਲ ਕਰਨੀ ਜੀ? ਮੁਹਤਰਮ ਖੁਦਾ ਦਾ ਵਾਸਤਾ ਜੀ ਇਸ ਗੱਡੀ ਨੂੰ ਹੱਥ ਨਾ ਦਿਆ ਜੇ, ਤੁਹਾਡੀ ਮਿਹਰਬਾਨੀ ਹੈ। ਤਾਹਰ ਖਾਨ ਦੇ ਦੂਜਾ ਹੈ ਇਹ ਦੂਜਾ ਤਾਹਰ ਖਾਨ ਜੇ, ਇਹਨੂੰ ਹੱਥ ਨਾ ਲਿਆ ਦੇ ਦਿਆ ਜੇ, ਹੈ ਮੁਸਲਮਾਨ ਹੀ ਲੇਕਿਨ ਦੂਜਾ ਤਾਹਰ ਖਾਨ ਟੋਪੀ ਵਾਲਾ ਨਹੀਂ ਜਿਹੜਾ ਸੀ। ਅੱਛਾ ਨਹੀਂ, ਮੈਂ ਕਿਹਾ ਥੱਲੇ ਕਾਲਾਂ ਬੰਨੇ ਪਈਆਂ ਤੇ ਚੁੱਕੀ ਉਹਨੂੰ। मैं अर्ज कर रहा सामिर भाई कि मतलब काफी देर तो मौजू छिड़े है, ਇੰਨੀ ਅੱਛੀ ਗੱਲ ਹੋ ਰਹੀ ਸੀ, ਜਿਹੜੀ ਗੱਲ ਕਰਨ ਵਾਲੀ ਸੀ ਉਹ ਕਰਨ, ਹੁਣ ਉਦੋਂ ਦੇ ਇੱਥੇ ਪਾਣੀ 'ਚ ਮਧਾਣੀ ਪਈ ਹੈ ਤੇ ਜਿਹਦਾ ਕੋਈ ਫਾਇਦਾ ਹੀ ਨਹੀਂ ਹੈ ਐਵੇਂ। ਦੂਸਰੀ ਗੱਲ ਹੈ ਕਿ ਇਸਲਾਮ ਨੂੰ ਇਹਨੂੰ ਥੱਲੇ ਲਾਓ ਯਾਰ, ਗਾਲੀ ਬਾਜ਼ ਹੈ ਛੱਤ, ਮੈਨੂੰ ਪਤਾ ਨਹੀਂ ਕਿਹਨੂੰ ਬਾਰ-ਬਾਰ ਇਹਨੂੰ ਇਹ ਉਹੀ ਕੰਮ ਕਰਨ ਆਇਆ ਜਿਹੜਾ ਅਸੀਂ ਜਿਹਨੂੰ ਮਕਾਉਣਾ ਚਾਹ ਰਹੇ ਹਾਂ। ਮੈਂ ਰਿਕੁਐਸਟ ਕਰਨ ਆਇਆ ਵਾਂ, ਇਹੋ ਕਰਨ ਆਇਆ, ਫਿਰ ਇੱਥੇ ਭਾਈ ਰੱਖੇਗਾ ਮਧਾਣੀ। ਗੰਦਾ ਗਲੀਜ਼ ਗਾਲੀਬਾਜ਼ ਹੈ ਬੰਦਾ। ਹੁਣ ਇਹਨੂੰ ਸਰਟੀਫਿਕੇਟ ਮੈਂ ਦੇਣਾ ਸ਼ੁਰੂ ਕਰਦਾ ਕਿ ਇਹ ਮੁਸਲਮਾਨ ਹੈ, ਇਹ ਮੇਰਾ ਭਰਾ ਹੈ, ਮੁਸਲਮਾਨ ਹੈ। ਬਈ ਹੋਏਗਾ ਮੁਸਲਮਾਨ, ਮੈਂ ਮੁਸਲਮਾਨ ਨੂੰ ਉਹਨੂੰ ਚੱਟਣਾ ਜਿਹੜਾ ਮੁਸਲਮਾਨ ਦੇ ਸਾਹਮਣੇ ਖਲੋ ਕੇ ਮੁਸਲਮਾਨ ਨੂੰ ਜ਼ਲੀਲ ਕਰਦਾ ਹੋਵੇ, ਜਿਹੜਾ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਬਰਾਬਰ ਖੜਾ ਕਰੇ ਨਬੀ ਪਾਕ अलैहिस्सलातु वस्सलाम ਦੇ ਗੁੰਬਦ ਖਜ਼ਰਾ ਦੀ ਤਸਵੀਰ ਲਾ ਕੇ ਤੇ ਮਿਰਜ਼ਾ ਕਾਦੀਆਨੀ ਨੂੰ ਬਰਾਬਰ ਖੜਾ ਕਰਕੇ ਕਵੇ ਕਿ ਜੀ ਆਓ ਇਹਦੇ ਨਾਲ ਗੱਲ ਕਰੋ, ਮੈਂ ਉਹਨੂੰ ਚੱਟਣਾ ਐਸੇ ਮੁਸਲਮਾਨ ਨੂੰ, ਮੈਂ ਤੁਕਦਾ ਨਹੀਂ ਉਹਦੇ ਤੇ, ਮੇਰਾ ਪਿਸ਼ਾਬ ਉਹਦੇ ਤੋਂ ਜ਼ਿਆਦਾ ਪਾ ਕੇ। ਐਸੇ ਮੁਸਲਮਾਨ ਨੇ ਕਿ ਜਿਹੜਾ ਕਾਦੀਆਨੀ ਨੂੰ ਔਰ ਬਾਕੀ ਦੀਗਰ ਮਜ਼ਾਹਿਬ ਨੂੰ ਖੜਾ ਕਰੇ, ਲਾਈਨ ਦੇ ਵਿੱਚ ਖੜਾ ਕਰਕੇ ਵਿੱਚ ਗੁੰਬਦ ਖਜ਼ਰਾ ਦੀ ਤਸਵੀਰ ਲਾ ਕੇ ਬਰਾਬਰ ਕਰੇ ਕਿ ਜੀ ਸਭ ਬਰਾਬਰ ਨੇ, ਇਹ ਮੁਸਲਮਾਨ ਹੈ। ਮੈਂ ਇਹਨੂੰ ਸਲਾਮੀਆਂ ਪੇਸ਼ ਕਰਾਂ, ਮੈਂ ਉਹਨੂੰ ਚੱਟਾਂ ਮੁਸਲਮਾਨ ਨੂੰ, ਉਹ ਮੁਸਲਮਾਨ ਕਵੇਗਾ ਅਲਹਮਦੁਲਿਲਾ ਮੈਂ ਮੁਸਲਮਾਨ ਹਾਂ, ਮੈਂ ਨਬੀ ਪਾਕ अलैहिस्सलातु वस्सलाम ਦਾ ਉਮਤੀ ਹਾਂ, ਮੈਂ ਅੱਲਾਹ ਨੂੰ ਇੱਕ ਮੰਨਣਾ ਵਾਂ। ਲੇਕਿਨ ਮਿਰਜ਼ਾ ਗੁਲਾਮ ਕਾਦੀਆਨੀ ਦੇ ਮੰਨਣ ਵਾਲਿਆਂ ਨੇ ਦਰੂਦ ਸਲਾਮ ਪੜ੍ਹਦੇ ਨੇ, ਕੋਈ ਗੱਲ ਨਹੀਂ ਕਹਿੰਦਾ, ਮੈਂ ਚੱਟਣਾ ਇਸ ਮੁਸਲਮਾਨ ਨੂੰ। ਉਹ ਵੀ ਮੁਸਲਮਾਨ ਹੀ ਕਹਿੰਦੇ ਨੇ, ਇਹ ਜਿੰਨੇ ਮਿਰਜ਼ਾਈ ਕਾਦੀਆਨੀ ਨੇ ਸਾਰੇ ਆਪਣੇ ਆਪ ਨੂੰ ਮੁਸਲਮਾਨ ਹੀ ਕਹਿੰਦੇ ਨੇ, ਕੋਈ ਯਹੂਦੀ ਕਾਫਰ ਮੁਸ਼ਰਿਕ ਜ਼ੰਦੀਕ ਨਹੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਅਲਹਮਦੁਲਿਲਾ ਮੁਸਲਮਾਨ ਆ, ਅਲਹਮਦੁਲਿਲਾ ਅੱਲਾਹ ਨੂੰ ਇੱਕ ਮੰਨਨੇ ਆ, ਨਬੀ ਪਾਕ अलैहिस्सलातु वस्सलाम ਨੂੰ ਆਪਣਾ ਨਬੀ ਮੰਨਨੇ ਆ, ਬਾਕੀ ਦੀਗਰ ਸਾਹਬਾ ਨੂੰ ਵੀ ਮੰਨਨੇ ਆ, ਅਲਹਮਦੁਲਿਲਾ ਅਸੀਂ ਮੰਨਨੇ ਆ ਕਿ ਮਿਰਜ਼ਾ ਗੁਲਾਮ ਕਾਦੀਆਨੀ ਜਿਹੜਾ ਨਾ ਉਹ ਬਰੂਜ਼ ਹੈ ਨਬੀ ਪਾਕ अलैहिस्सलातु वस्सलाम ਦਾ, ਨਾਉਜ਼ ਬਿल्ला, ਉਹ ਮੁਸਲਮਾਨ ਹੀ ਕਹਿੰਦੇ ਨੇ ਉਹ। ਤੇ ਮੈਂ ਉਹਨੂੰ ਸਰਟੀਫਿਕੇਟ ਜਾਰੀ ਕਰਨਾ ਸ਼ੁਰੂ ਕਰ ਦਿਆਂ ਕਿ ਜੇ ਉਹਨੇ ਨਹੀਂ, ਉਹ ਮੁਸਲਮਾਨ ਹੈ, ਉਹ ਫਲਾਣਾ ਕਾਫਰ ਹੈ, ਉਹ ਯਹੂਦੀ ਹੈ। ਕਿਸੇ ਦੀ ਸ਼ਕਲਾਂ ਵੇਖੀਆਂ ਨੇ, ਅਸੀਂ ਕਿਸੇ ਦਾ ਐਡਰੈਸ ਵੇਖਿਆ, ਕਿਸੇ ਦਾ ਘਰ ਵੇਖਿਆ, ਕਿਸੇ ਦਾ ਸੀਨਾ ਚਾਕ ਕਰਕੇ ਵੇਖਿਆ ਇਹਦੇ ਵਿੱਚ ਕੀ ਹੈ।
ਕਿਸੇ ਨੇ ਕਿਸੇ ਦਾ ਫਤਵਾ ਨਹੀਂ ਲਾਇਆ ਕੋਈ ਮੁਸਲਮਾਨ ਹੈ ਬਈ ਠੀਕ ਹੈ ਜੋ ਹੈ ਪੂਰੀ ਦੁਨੀਆ ਦੇ ਵਿੱਚ ਜਿਤਨੇ ਮੁਸਲਮਾਨ ਨੇ ਸਾਰੇ ਦੇ ਸਾਰੇ ਨਾਉਜ਼ ਬਿਲਾ ਨਕਲ ਕੁਫਰ ਨਬਾਸ਼ਦ ਇਸਲਾਮ ਨੂੰ ਛੱਡ ਦੇਣ ਤਾਂ ਵੀ ਇਸਲਾਮ ਨੂੰ ਕੋਈ ਫਰਕ ਨਹੀਂ ਪੈਂਦਾ। तमाम कायनात अल्लाह रब्बुल इज्जत दी ताबे हो जावे, अल्लाह रब्बुल इज्जत ईमान ले आवे, नबी पाक अलैहिस्सलातु वस्सलाम दे इताअत करना शुरू कर दें तां भी इस्लाम नूं कोई फर्क नहीं पैंदा। जे फर्क पैंदा ते ओनू फर्क पैंदा जेड़ा इस्लाम नूं मनदा है, जे फर्क पैना ते ओनू पैना जिन्हें इस्लाम नूं छड्डिया है। सुबह तो लैके मतलब बड़ी देर हो गई मैं देख रहा था कि एक मौजू चल रहा है इत्थे काम सिर्फ मुसलमान आंदे ने कि उन्हां दा काम है कि मिर्ज़ाइयत दा कादियानियत दा चेहरा ਜਿਹੜਾ ਨਾ ਉਹ ਲੋਕਾਂ ਦੇ ਸਾਹਮਣੇ ਦਿਖਾਣਾ, ਮਿਰਜ਼ਈਅਤ ਦਾ ਝੂਠ ਲੋਕਾਂ ਦੇ ਸਾਹਮਣੇ ਇਯਾਂ ਕਰਨਾ, ਉਹਨਾਂ ਦਾ ਦਜਲ ਲੋਕਾਂ ਦੇ ਸਾਹਮਣੇ ਇਯਾਂ ਕਰਨਾ, ਉਹ ਮੌਜੂ ਚੱਲਦਾ ਪਿਆ, ਉਹਨੂੰ ਵਿੱਚੋਂ ਡੱਗ ਕੇ ਸ਼ੁਰੂ ਕਰ ਦਿੱਤਾ ਜੀ ਉਹ ਫਲਾਣੀ ਜਗ੍ਹਾ ਤੇ ਇੰਜ ਹੋ ਰਿਹਾ, ਫਲਾਣਾ ਇੰਜ ਹੋ ਰਿਹਾ, ਐ ਵੀ ਸਸਤੀ ਸ਼ੋਹਰਤ ਬਈ ਹੋ ਰਿਹਾ, ਉਹਨੂੰ ਆਉਂਦੇ ਉੱਥੇ ਤੁਹਾਡਾ ਕੀ ਲੈਂਦਾ ਦਿੰਦਾ ਹੈ? ਉੱਥੇ ਜਿਹੜਾ ਬੰਦਾ ਕਰਦਾ ਪਿਆ ਕਰੀ ਜਾਵੇ, ਆਪਣੇ ਮਾਲ ਦਾ ਆਪ ਜ਼ਿੰਮੇਦਾਰ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੈ, ਸ਼ਾਨ ਅਲ ਸ਼ਾਹ ਦੇ ਜ਼ਿਆਦਾ ਵਫਾਦਾਰ। ਹੁਣ ਉੱਥੇ ਥੱਲੇ ਆ ਕੇ ਉਹ ਕਹਿ ਰਿਹਾ ਜੀ ਫਲਾਣੇ ਨੂੰ ਫਤਵਾ कर दे तो फलाने नु भाई अपने करतूत वेखो ना, बंदा अपनी जुबान तो बचाने जाएगा ना, फतवा जिद्दे तो लगदा ज़ाहिर ते लगदा ना, जेड़ा बंदा अगर नजर आ रहा है किसी कंध अल मुंह करके सजदा करदा पिया ओदे ते यही फतवा लगना, पता नहीं इस कबर नु सजदा पिया करदा पिया, ओदे ज़ाहिर ते फतवा लगना है, ओदा सीना चा करके मैं ते नहीं वेखिया ना। जेड़ा मौजू है वे जेड़ा काम करन वाला है वे, माजरत नाल मैं माफी चाहना सारे मुसलमानां नाल बशमूल आमिर भाई नाल कि जेड़ा मौजू है वे ओनू यार जारी रखो। एक मिनट लगदा है विचों आके ना मेरा मैं अपने आप ਨੂੰ शामिल करना वा कि मौजू ਨੂੰ ਕੱਟ ਕੇ ਤੇ ਉਹ ਐਸਾ ਮੌਜੂ ਲਿਆ ਕੇ ਵਿੱਚ ਸ਼ੁਰੂ ਕਰ ਦਿੰਦਾ ਜਿਹਦਾ ਨਾ ਕੋਈ ਤੁਕ ਬਣਦਾ ਨਾ ਕੋਈ ਗੱਲ ਬਣਦੀ। ਜਿਹੜਾ ਮੁਸਲਮਾਨ ਹੈ ਉਹਦਾ ਵੀ ਪਤਾ ਹੈ, ਜਿਹੜਾ ਨਹੀਂ ਮੁਸਲਮਾਨ ਹੈ ਉਹਦਾ ਵੀ ਪਤਾ ਹੈ, ਤੇ ਜਿਹੜਾ ਕੰਮ ਹੈ ਅਲਹਮਦੁਲਿਲਾ ਉਹਨੂੰ ਕਰਨਾ ਚਾਹੀਦਾ ਹੈ। ਤੇ ਬਾਕੀ ਮੇਰਾ ਨਹੀਂ ਖਿਆਲ ਕਿ ਅਸੀਂ ਕਿਸੇ ਨੂੰ ਸਰਟੀਫਿਕੇਟ ਦੇ ਸਕਨੇ ਆ ਕੌਣ ਮੁਸਲਮਾਨ ਹੈ ਕੌਣ ਯਹੂਦੀ ਕਾਫਰ ਜ਼ਿੰਦੀਕ ਹੈ। ਇੱਕ ਟੈਸਟ ਹੈ ਵੇ टिकटॉक ने ਜਿਹੜਾ ਸਾਨੂੰ ਦੱਸਿਆ ਨਾ, ਉਹ ਇੱਕ ਟੈਸਟ ਸੋਸ਼ਲ ਮੀਡੀਆ ਨੇ ਖਾਸ ਤੌਰ ਤੇ ਕਹਿਵੇ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਜਿਹੜਾ ਸੱਚਾ ਪੱਕਾ ਉਮਤੀ ਹੈ ਨਾ, ਉਹਦੀ ਜ਼ਬਾਨ ਸੜ ਜਾਏਗੀ। ਉਹ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੇ ਸ਼ਾਤਮ ਦੀ ਤਾਰੀਫ ਨਹੀਂ ਕਰਨ ਲੱਗਾ। ਨਬੀ ਪਾਕ ਉਹਨੂੰ ਤੁਸੀਂ ਤੇਲ ਪਾ ਕੇ ਉਹਨੂੰ ਅੱਗ ਲਾ ਦਿਓ, ਤੀਲੀ ਲਾ ਦਿਓ, ਸੜ ਬਲ ਜਾਏਗਾ, ਲੇਕਿਨ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਕਦੀ ਨਹੀਂ ਕਹੇਗਾ ਉਹਦੇ ਵਿੱਚ ਕੋਈ ਚੰਗੀ ਗੱਲ ਹੈ ਵੇ, ਕਦੀ ਤਾਰੀਫ ਨਹੀਂ ਕਰੇਗਾ। कदी नहीं होएगा मुसलमान दे सामने बह के किसी दूसरे मुसलमान मां भैन की गंदी गाल कोई कढ़दा होवे तो मुसलमान कहे तू जिम्मेदार है भाई, यू आर मुस्लिम, आई एम मुस्लिम एज वेल। वो नहीं करेगा, वो कदी नहीं बर्दाश्त करेगा, वो ही करेगा जिहड़ा गिला तितर होएगा। ਇਹ तो सोशल मीडिया ने सानू दस दिता है। ਤੇ ਜੇ ਮਿਰਜ਼ਾ ਗੁਲਾਮ ਕਾਦੀਆਨੀ ਦੇ ਵਿੱਚ ਕੋਈ ਚੰਗੀ ਚੀਜ਼ ਕਿਸੇ ਨੂੰ ਨਜ਼ਰ ਆਂਦੀ ਹੈ, ਇਹਦਾ ਮਤਲਬ ਹੈ ਕਿ ਅੱਲਾਹ ਤਾਲਾ ਨੇ ਜਿਹੜਾ ਕੁਰਾਨ ਪਾਕ ਦੇ ਫਰਮਾਇਆ ਕਿ ਪੂਰੇ ਕੇ ਪੂਰੇ ਇਸਲਾਮ ਵਿੱਚ ਦਾਖਲ ਹੋ ਜਾਓ, ਇਹਦਾ ਮਤਲਬ ਇਹ ਨਹੀਂ ਕਿ ਇੱਧਰ ਉੱਧਰ ਤੇ ਇੱਧਰ ਉੱਧਰ ਜੇ ਉਹਨੂੰ ਹੈ ਉਧਰ ਵੀ ਕੋਈ ਚੰਗੀਆਂ ਸ਼ਾਵਾਂ ਨਜ਼ਰ ਆ ਰਹੀਆਂ ਨੇ ਨਾ, ਤੇ ਫਿਰ ਲੱਖ ਲਾਨਤ ਐਸੇ ਮੁਸਲਮਾਨ ਹੋਣ ਤੇ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਪਿਆ, ਉਹਨੂੰ ਮਿਰਜ਼ਾ ਗੁਲਾਮ ਕਾਦੀਆਨੀ ਦੇ ਵਿੱਚ ਵੀ ਕੋਈ ਚੰਗੀ ਚੀਜ਼ ਨਜ਼ਰ ਆ ਰਹੀ ਹੈ, ਲੱਖ ਲਾਨਤ ਹੈ ਐਸੇ ਬੰਦੇ ਦੇ ਉੱਤੇ ਜਿਹੜਾ ਉੱਥੇ ਬਹਿ ਕੇ ਉਹਨੂੰ ਬਰਦਾਸ਼ਤ ਕਰਦਾ ਪਿਆ। ਹੁਣ ਜਿਹਨੇ ਮੇਰੇ ਤੇ ਫਤਵਾ ਲਾਣਾ ਤੇ ਲਾ ਦਿਓ। यूसुफ भाई, आप मिर्जा साहब को कज़ाब दजाल मानते हैं? अस्सलाम वालेकुम रहमतुल्लाहि व बरकातहू। मैं सिर्फ आमर भाई ਨੂੰ ਸਿਰਫ ਇੱਕ ਪੈਗਾਮ ਦੇਣਾ ਵੇ। ਬਲਾਲ ਹਨੀਫ ਭਾਈ ਤੁਸੀਂ ਬੜੀ ਮਾਸ਼ਾਅੱਲਾ ਸੋਹਣੀ ਗੱਲ ਕਰਦੇ ਹੋ। ਮੈਂ ਸਿਰਫ ਆਮਰ ਭਾਈ ਇਹ ਨਾ 3-4 ਦਿਨਾਂ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਈਵਾਂ ਦਾ ਮਾਹੌਲ ਫਿਰ ਉਸ ਤਰ੍ਹਾਂ ਹੀ ਕੀਤਾ ਜਾਏ ਜਿਸ ਤਰ੍ਹਾਂ ਦਾ ਅਸੀਂ ਪਹਿਲਾਂ ਤੁਸੀਂ ਕਿਹਾ ਸੀ ਨਾ ਕਿ ਜਿੰਨੇ ਵੀ ਕੋਈ ਮਸਲਾ ਜਿਹਨੂੰ ਕੋਈ ਇਸ਼ੂ ਹੈ ਉਹ ਪਰਸਨਲ ਤੇ ਕਰ ਲੇ। ਇਹ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਈਵਾਂ ਉੱਤੇ ਜਿਹੜੇ ਨੇ ਝਗੜੇ ਹੋਣ ਤੇ ਲਾਈਵਾਂ ਉੱਤੇ ਜਿਹੜੇ ਨੇ ਫੈਸਲੇ ਹੋਣ, ਜਾਂ ਲਾਈਵਾਂ ਉੱਤੇ ਜਿਹੜਾ ਨਾ ਇੱਕ ਦੂਜੇ ਦੀ ਮਾਂ ਭੈਣ ਕੀਤੀ ਜਾਏ। ਤੇ ਇਹ ਅੱਜ ਇਸ ਲਾਈਵ ਤੋਂ ਇਹ ਗੱਲ ਪਹੁੰਚ ਗਈ ਹੈ ਤੇ ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿੱਥੇ ਮੈਨੂੰ ਪਤਾ ਲੱਗਿਆ ਉੱਥੇ ਰੁਕਵਾ ਦਿਆਂ। ਤੇ ਮੇਰੀ ਇਹੀ ਸਲਾਹ ਹੈ ਅਮਰ ਭਾਈ ਕਿ ਤੁਸੀਂ ਚੂੰਕਿ ਇਸ ਗੱਲ ਦਾ ਪਹਿਲਾਂ ਸਭ ਤੋਂ ਇਨੀਸ਼ੀਏਟਿਵ ਕੀਤਾ ਸੀ ਕਿ ਇਹ ਜਿਹੜਾ ਕੋਈ ਵੀ ਮਸਲਾ ਹੋਏਗਾ ਇਹਨੂੰ ਪਰਸਨਲ 'ਚ ਹੈਂਡਲ ਕੀਤਾ ਜਾਏਗਾ, ਲਾਈਵਾਂ 'ਤੇ ਨਹੀਂ ਕੀਤਾ ਜਾਏਗਾ। ਇੱਕ ਦਫਾ ਫੇਰ ਪੈਗਾਮ ਦੇ ਦਿਓ ਕਿ ਭਾਈ ਜਿੰਨੇ ਕਰਨਾ ਲਾਈਵ 'ਤੇ ਆ ਕੇ ਨਹੀਂ ਕਰਨਾ, ਪਰਸਨਲ 'ਚ ਕਰਨਾ ਤੇ ਕਰ ਲਓ, ਇੱਥੇ ਆ ਕੇ ਰੌਲਾ ਨਹੀਂ ਪਾਉਣਾ। ਇਹ ਮੇਰੀ ਮਿਹਰਬਾਨੀ ਕਰਕੇ ਤੁਸੀਂ ਫੇਰ ਇੱਕ ਦਫਾ ਦੱਸ ਦਿਓ, ਸ਼ਾਇਦ ਲੋਕੀ ਭੁੱਲ ਗਏ ਨੇ। अच्छी बोरिंग गुफ्तगू इस बंदे ने की है। मैं हरे कड़ा बम पाना ठीक है जी, बड़ा अच्छा कमाल फादा सुनाओ जी बकर भाई।
ਤੁਹਾਡੇ ਖੱਬੇ ਪਾਸੇ ਬੈਠੇ ਹੋਏ ਨੇ, ਵੇਖੋ ਭਲਾ ਉਹ ਝੂਠਾ ਤੋਂ ਮਾਰ ਰਹੇ ਨੇ। मैं जी बिल्कुल वेरी गुड मैं तो कितनी बारी गाला खा बैठा। आप अब्दुल्ला भाई आप भी मिर्जा साहब को उनके दावों में कज़ाब दजाल मानते हैं? ਤੁਹਾਡੀਆਂ ਤੇ ਬਣਦੀਆਂ ਨੇ ਅਬਦੁੱਲਾ ਭਾਈ। ਅੱਛਾ ਉਹ ਜਿਹੜੀ ਸਾਹਿਲ ਭਾਈ ਗੱਲ ਕਰ ਰਹੇ ਸੀ ਨਾ ਉਹ ਮੈਂ ਥੋੜਾ ਵੇ ਸੀ ਤੇ ਮੈਂ ਸੁਣ ਲਈ ਹੈ। ਬਿਲਕੁਲ ਜੀ ਸਹੀ ਕਹਿ ਰਹੇ ਨੇ। ਇਹੋ ਜੀ ਗੱਲ ਜਿਹੜੀ ਹੈ ਇਹ ਸਿਰਫ ਇੱਕ ਹਲਕੀ ਫੁਲਕੀ ਕੋਈ ਗੱਲਬਾਤ ਹੁੰਦੀ ਵੀ ਹੋਵੇ ਨਾ ਚਲੋ ਇੱਕ ਨਾਰਮਲ, ਲੇਕਿਨ ਅਗਰ ਕਿਸੇ ਨੂੰ ਕਿਸੇ ਦੂਸਰੇ ਮੁਸਲਮਾਨ ਦੇ ਬਾਰੇ ਸ਼ਦੀਦ ਤਹਫੁਜ਼ਾਤ ਨੇ ਤੇ WhatsApp ਤੇ ਕਰ ਲਓ, ਲੇਕਿਨ ਇਹ ਬਰਾਡਾਂ ਦੇ ਉੱਤੇ ਇੱਕ ਦੂਜੇ ਦੀ ਜਿਹੜੀ ਉਹ ਖਟੀਆ ਖੜੀ ਕਰਨ ਦੀ ਕੋਸ਼ਿਸ਼ ਨਾ ਕਰੋ। ਜਿਹੜਾ ਕਰਦਾ ਹੈ ਔਰ ਜਾਂ ਉੱਥੇ ਕੋਈ ਅਲੱਗ ਹੋ ਰਿਹਾ ਹੁੰਦਾ ਹੈ ਉਹਦੇ ਵਿੱਚ ਵੜ ਜਾਓ। ਯਾਰ ਤੁਹਾਡਾ ਇਸਲਾਮ ਫਿਰ ਉਹੀ ਗੱਲ ਹੁੰਦੀ ਨਾ, ਮੁਸਲਮਾਨ ਹੋਈਏ ਕਿ ਨਾ ਸਿਰਫ ਇਹ ਕਿ ਉਹਦਾ ਆਪਣਾ ਇਸਲਾਮ ਜ਼ਾਹਿਰ ਹੈ ਬਲਕਿ ਉਹ ਅਹਿਲੇ ਇਸਲਾਮ ਨਾਲ ਪਿਆਰ ਕਰਦਾ ਹੋਵੇ ਔਰ ਉਹਦੀ ਅਹਿਲੇ ਇਸਲਾਮ ਦੇ ਨਾਲ ਮੁਹੱਬਤ ਔਰ ਉਹਦਾ ਹਮਦਰਦੀ ਨਜ਼ਰ ਆਵੇ ਕਿ ਦੋ ਮੁਸਲਮਾਨ ਪੇ ਲੜਦੇ ਨੇ ਤੇ ਤੀਜਾ ਗੁੰਗਾ ਸ਼ੈਤਾਨ ਬਣ ਕੇ ਕੋਲ ਬੈਠੇ ਆਵੇ, ਉਹ ਮੁਸਲਮਾਨ ਹੈ। ਉਹ ਦੋਏ ਲੜਦੇ ਚਲ ਬੇਵਕੂਫ ਨੇ, ਉਹਨਾਂ ਨਹੀਂ ਲੜਨਾ ਚਾਹੀਦਾ ਟਿਕਟਾਕ ਦੀ ਬਰਾਡ ਦੇ ਉੱਤੇ। ਅਗਰ ਉਹ ਲੜ ਪਏ ਨੇ ਤੇ ਜਿਹੜਾ ਤੀਜਾ ਕੋਲੇ ਚੁੱਪ ਕਰਕੇ ਬੈਠੇ ਆ ਉਹਨਾਂ ਰੋਕਦਾ ਨਹੀਂ ਪਿਆ, ਉਹਨਾਂ ਦੇ ਵਿੱਚ ਨਹੀਂ ਪਿਆ ਵੜਦਾ, ਉਹ ਗੁੰਗਾ ਸ਼ੈਤਾਨ ਹੈ। ਕੀ ਹੈ ਉਹਦਾ ਫਰਜ਼ ਹੈ ਕਿ ਉਹ ਦੋ ਮੁਸਲਮਾਨ ਭਰਾਵਾਂ ਨੂੰ ਲੜਨ ਤੋਂ ਰੋਕੇ, ਲੱਤਾਂ ਡਾਹ ਦੇ ਵਿੱਚ, ਛਾਤੀ ਡਾਹ ਦੇ ਵਿੱਚ ਉਹਨਾਂ ਨੂੰ ਪਿਛਾ ਕਰੇ, ਨਾ ਲੜਨ ਦੇ। ਜਿੱਥੋਂ ਤੱਕ ਹੋ ਸਕਦਾ ਕੋਸ਼ਿਸ਼ ਕਰਨੀ ਚਾਹੀਦੀ, ਲੇਕਿਨ ਫਿਰ ਵੀ ਅਸੀਂ ਪਰਫੈਕਟ ਇਨਸਾਨ ਨਹੀਂ ਹਾਂ, ਸਾਡੇ 'ਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ ਤੇ ਕਮੀਆਂ ਕੁਤਾਈਆਂ ਸਾਡੇ 'ਚ ਮੌਜੂਦ ਨੇ। ਅੱਲਾਹ ਤਾਲਾ ਸਾਡੇ ਹਾਲ ਤੇ ਰਹਿਮ ਕਰੇ। ਬਸ ਅਸਲ ਦੇ ਵਿੱਚ ਨਾ ਇਹ ਇੱਕ ਫੇਵਰਟ ਜਿਹਾ ਮੌਜੂ ਹੈ, ਦਿਲਚਸਪ ਜਿਹਾ, ਤੇ ਇਸ ਮੌਜੂ ਦੇ ਉੱਤੇ ਹਰ ਬੰਦੇ ਦਾ ਯਾਨੀ ਕਹਿ ਲਓ ਜ਼ੌਕ ਵੀ ਹੈ ਤੇ ਕਈ ਵਾਰੀ ਕੋਈ ਇਹਦੇ ਪਿੱਛੇ ਸੇਫਟੀ ਵੀ ਹੁੰਦੀ ਹੈ। ਜ਼ੌਕ ਔਰ ਸ਼ੌਕ ਤੇ ਹੋਰ ਚੀਜ਼ ਹੈ ਨਾ, ਇਹਦੇ ਵਿੱਚ ਸਿਕਿਉਰਿਟੀ ਵੀ ਹੈ ਨਾ ਕਿ ਜੇ ਤੁਸੀਂ ਯਾਰ ਕੋ ਭਾਬੀ ਮਾੜੇ ਨੇ ਜਾਂ ਤੁਸੀਂ ਆਖੋ ਬਰੇਲਵੀ ਮਾੜੇ ਨੇ ਜਾਂ ਤੁਸੀਂ ਦਰਜਨ ਬੰਦੇ ਉੱਠ ਖਲੋਵਣ ਦੇ ਤੇ ਤੁਹਾਨੂੰ ਗੇਰੇ ਬੰਦ ਫੜ ਲੈਣ ਦੇ
ਤੁਸੀਂ ਸਾਰੇ ਮੁਸਲਮਾਨਾਂ ਦੀ ਗੱਲ ਕਹੇ ਵਾਕਿਅਤਨ ਦਿਲੀ ਜ਼ੌਕ ਸ਼ੌਕ ਨਾਲ ਈਮਾਨ ਨਾਲ ਗੱਲ ਕੇ ਗੱਲ ਪਿਆ ਕਰਦਾ ਕਿ ਇਹਦੇ ਨਾਲ ਮੈਂ ਸਿਕਿਉਰ ਹਾਂ ਤੇ ਮੇਰੀ ਬੱਲੇ ਬੱਲੇ ਹੋਵੇਗੀ ਤੇ ਉਹਦਾ ਫਿਰ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਕਦੀ ਕਿ ਜਿਹਦੀ ਹਿਜਰਤ ਅੱਲਾਹ ਵਾਸਤੇ ਵੀ ਉਹਦੀ ਅੱਲਾਹ ਵਾਸਤੇ ਵੀ ਤੇ ਜਿਹਦੀ ਔਰਤ ਵਾਸਤੇ ਉਹਦੀ ਔਰਤ ਵਾਸਤੇ ਅਗਰ ਕਿਸੇ ਨੇ ਔਰਤ ਦੀ ਖਾਤਰ ਹਿਜਰਤ ਕੀਤੀ ਹੈ ਨਾ ਤੇ ਉਹਦੀ ਹਿਜਰਤ ਔਰਤ ਵਾਸਤੇ ਅੱਲਾਹ ਕੋਲੋਂ ਨੂੰ ਕੱਖ ਨਹੀਂ ਲੱਭਣਾ ਲਿਹਾਜ਼ਾ ਜੇ ਜਿਹੜਾ ਬੰਦਾ ਇਹਨੂੰ ਜਾਂ ਸੇਫ ਸਮਝ ਕੇ ਕਰਦਾ ਹੈ ਤੇ ਉਹਨੂੰ ਫਿਰ ਸੇਫ ਮਿਲੇਗੀ ਤੇ ਜਿਹੜਾ ਆਪਣੇ ਦਿਲੀ ਕਰਦਾ ਪੂਰੇ ਦਾ ਪੂਰਾ ਇਸਲਾਮ ਦਾ ਔਰ ਅਹਿਲੇ ਇਸਲਾਮ ਦਾ ਇੰਜ ਤੇ ਨਹੀਂ ਹੋਣਾ ਚਾਹੀਦਾ ਉਹ ਕਰਕੇ ਚਲੋ ਖੈਰ ਇਹਨਾਂ ਨੂੰ ਆਪਣਾ ਗੁੱਸਾ ਠੰਡਾ ਕਰ ਲੈਣ ਦਿਓ ਉਹ ਮਾਂ ਭੈਣੇ ਕਰਨ ਨੂੰ ਸ਼ਾਰਪ ਸ਼ੂਟ ਉਹਨੂੰ ਕੋ ਡੱਕਣਾ ਸੌਖਾ ਹੈ ਲੋੜ ਪੈ ਜੇ ਨਾ ਜੱਟ ਹੈ ਤੁਹਾਡਾ आमिर भाई वैसे एक छोटा सा मशवरा है, अगर ऊपर थोड़ा टाइम दे जैसे साहिल भाई उनकी की ब्राड लगी होती है कोई ऊपर बैठ गया या उसके बाद किसी दूसरे जैसे अपने मुजाहिदीन खत्म नबूवत है कोई सीकर वगैरह ने ब्राड लगाई हुई नमलिया की और ब्राडें चलती हैं कोई घंटा थोड़ा थोड़ा दें तो इससे बहुत फर्क पड़ेगा आप देख ਲੋਕ ਮਾੜੇ ਉਦਾਂ ਕਰਦਾ ਕਮਾਲ ਬੰਦੇ ਜਿਹੜਾ ਬੰਦੇ ਦੀ ਗੱਲ ਇਹਨਾਂ ਨੇ 3 ਸਾਲ ਟਿਕਟੋਕ ਤੇ ਜ਼ਾਇਆ ਕਰਤੇ ਕਰਨ ਦਾ ਕਹਿਣ ਕਿ ਤੂੰ ਉਹਨੂੰ ਬਲੋਕ ਮਾਰ ਤੈਨੂੰ ਜੋ ਲੱਗਦਾ ਪਿਆ ਸਾਡਾ ਮੈਂ ਕਿਹਾ ਯਾਰ ਫਜ਼ਾਨ ਭਾਈ ਨੇ ਥੱਲੇ ਮੈਂ ਕਿਹਾ ਕਿ ਸਰਟੀਫਿਕੇਟ ਇਹਨਾਂ ਨੂੰ ਕਿਉਂ ਬਰੋਡ ਤੂੰ ਸਾਨੂੰ ਸਰਟੀਫਿਕੇਟ ਦੇ ਦੇ ਇਹਦੇ ਵਿੱਚ ਕਿਹੜਾ ਰੋਲਾ ਅਸੀਂ ਜੋ ਤੈਨੂੰ ਸਰਟੀਫਿਕੇਟ ਦੇਣ ਨਹੀਂ ਨਾ ਤੈਨੂੰ ਲੱਗਦਾ ਪਿਆ ਤੂੰ ਭਾਈ ਬਰੋਡ ਲਾ ਸਾਨੂੰ ਸਰਟੀਫਿਕੇਟ ਦੇ ਉਹੀ ਗੱਲ ਘੁਮਾ ਕੇ ਉਹੀ ਗੱਲ ਆਮਰ ਭਾਈ ਜਿਹੜੇ ਤੰਦੂਰ ਵਾਲੀ ਗੱਲ ਆ ਨਾ ਉਹੀ ਕਰਨੀ ਸੀ ਮੈਂ ਆਮਰ ਭਾਈ ਸ਼ਹਿਨਸ਼ਾਹ ਵਾਨ ਸਾਹਿਬ ਦੀ ਗੱਲ ਨਾਲ ਮੈਂ ਮੁਤਫਿਕ ਨਹੀਂ ਆ ਦੇਖੋ ਪਹਿਲਾਂ ਵੀ ਜਦੋਂ ਇਹ ਗੱਲ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਕੱਠੀ ਫਾਈਨਲ ਕਰੋ ਸਾਰੇ ਕੋਈ ਕਹਿ ਰਹੇ ਨੇ ਜਦੋਂ ਮੌਕਾ ਮਿਲਦਾ ਜਾਂਦਾ ਤਾਂ ਉਹ ਗੱਲ ਛੱਡੋ ਜਰਾ ਪਹਿਲਾਂ ਹੋਰ ਦੇ ਦੋ ਤਾਂ ਇਨਸ਼ਾਅੱਲਾ ਮਾਮਲਾ ਠੀਕ ਹੋ ਜਾਣਗੇ ਇਹ ਪ੍ਰੋਗਰਾਮ ਮੇਰੇ ਤੇ ਨਹੀਂ ਹਨ ਲੇਕਿਨ ਇਹ ਤੇ ਸਭ ਦੇ ਫਾਇਦੇ ਦੀ ਗੱਲ ਹੈ ਨਾ ਭਾਈ ਜਾਨ ਕਿ ਤੁਸੀਂ ਵੈਸੇ ਇਹ ਜਿਹੜੀ ਗੱਲ ਪਹਿਲਾਂ ਮੇਰੇ ਗੁੱਜਰ ਭਰਾ ਨੇ ਕੀਤੀ ਹੈ ਨਾ ਮੈਨੂੰ ਇਹਦੇ ਨਾਲ ਨਿਬੜ ਲੈਣ ਦਿਓ ਇਹਦੇ ਚ ਦੋਵੇਂ ਪਹਾੜਾਂ ਦੇ ਉੱਤੇ ਹੁੰਦੀ ਹੈ ਨਾ ਗੱਲ ਤੇ ਬਿਲਕੁਲ ਸਹੀ ਕਹਿ ਰਹੇ ਨੇ ਗੁੱਜਰ ਸਾਹਿਬ
ਇਹਦੇ 'ਚ ਦੋਵਾਂ ਦੀ ਗਲਤੀ ਹੁੰਦੀ ਹੈ। ਉਹਨਾਂ 'ਚ ਦੋਵਾਂ 'ਚੋਂ ਇੱਕ ਵੀ ਅਗਰ ਉਹਦੇ 'ਚ ਇੰਡਲਜ ਨਾ ਹੋਣਾ ਚਾਹੁੰਦਾ ਹੋਵੇ ਤੇ ਰਾਮ ਜੀ ਜਾ ਕੇ ਬਰਾੜ ਦੇ ਉੱਤੇ ਕਰਦਾ ਹੈ, ਪੁੱਸ ਕਰਦਾ ਹੈ, ਫਿਰ ਭਰਾਵਾਂ ਦੇਖੋ ਮੈਂ ਤੂੰ ਲੈਦਾ ਕਰ ਤੂੰ ਲੈ ਚਲੋਗੇ ਕਰ ਲੈ ਲੈਣਗੇ ਵੀ ਤੂੰ ਕਿਉਂ ਆਪ। ਲੇਕਿਨ ਤੁਸੀਂ ਅਗਰ ਉਹਨੂੰ ਕਹੋ ਨਾ ਕਿ ਇੱਕ ਬੰਦਾ ਤੁਹਾਡੇ ਨਾਲ ਲੜਨ ਆ ਗਿਆ ਹੈ ਤੁਹਾਡੀ ਬਰਾੜ ਦੇ ਉੱਤੇ, ਤੇ ਜੇ ਤੁਸੀਂ ਸਮ ਕਨਵਿੰਸਿੰਗ ਵਾਲੀ ਥਾਂ ਜੇ ਵੜ ਸਕਦਾ ਹੈ ਤੇ ਦਲੀਲ ਨਾਲ ਉਹਨੂੰ ਵੀ ਕਿਹਾ ਜਾ ਸਕਦਾ ਹੈ। ਇਹ ਜਿਹੜੀ ਟਿਕਟ ਆ ਕੇ ਨਾ ਇੱਥੇ ਜਿਹੜਾ ਬੰਦਾ ਤੁਹਾਡੇ ਨਾਲ ਲੜਨ ਜਿਹੜਾ ਗੁਜਰ ਆਪਣਾ ਕੰਮ ਜਾਰੀ ਰੱਖੋ। ਦੇ ਉੱਤੇ ਇਹ ਹੋਣਾ ਚਾਹੀਦਾ ਦਰਅਸਲ ਇਹ ਸ਼ੈਤਾਨੀ ਅਮਲ ਹੈ ਹੀ ਇਸ ਕੰਮ ਵਾਸਤੇ ਵੇ ਕਿ ਲੋਕਾਂ ਦੀ ਜਿਹੜੀ એનર્ਜੀ ਹੈ ਉਹ ਉਹਦੇ ਦੇ ਉੱਤੇ ਲੱਗਣ ਦੀ ਬਜਾਏ ਇਹਦੇ ਉੱਤੇ ਲੱਗਦੀ ਰਹੇ। ਉਹਨੇ ਕੀ ਆਖਿਆ ਨੇ ਕੀ ਆਖਿਆ ਕਿ ਸਾਰੇ ਮੁਸਲਮਾਨਾਂ ਦੇ ਫਾਇਦੇ ਦੀ ਗੱਲ ਹੈ। ਇਹਦੇ ਵਾਸਤੇ ਕੋਈ ਮੇਰੀ ਡਿਕਟੇਸ਼ਨ ਦੀ ਜਾਂ ਮੇਰੀ ਨਸੀਹਤ ਦੀ ਉਹਨੂੰ ਬੰਦੇ ਨੂੰ ਵੜਕਾ ਨੂੰ ਸਾਈਡ ਤੇ ਕਰੋ, ਆਪਣਾ ਕੰਮ ਜਾਰੀ ਰੱਖੋ। ਲੇਕਿਨ ਬਰਾਡਨ ਕਰੋ ਨਾ ਕਰੋ ਤੁਹਾਡੇ ਕੀ ਕਰੀਏ ਸਾਹਿਬ ਇਲਾਮ ਸਾਹਿਬ ਕੀ ਲੋਕਾਂ ਨੂੰ WhatsApp ਲਾ ਕੇ ਲੋਕਾਂ ਨੂੰ ਪਤਾ ਤੇ ਲੱਗੇ ਇਹ ਕੰਮ ਨਾ ਜਿਹੜੀ ਗੱਲ ਕੀਤੀ ਤੁਸੀਂ ਇੱਕ ਦਿਨ ਉੱਥੇ ਤੋਂ ਹੋਏ ਭਲਾ ਇਦਾਂ ਹੁੰਦਾ, ਏਦਾਂ ਪ੍ਰੈਕਟੀਕਲੀ ਹੋ ਹੀ ਨਹੀਂ ਸਕਦਾ। ਜੇ ਹਰ ਬੰਦੇ ਨੇ ਭਾਜੀ ਆਪਣੀ ਬਰੋਡ ਕਰਨੀ ਹੈ, ਇੱਥੇ ਤਾਂ 100 ਬੰਦਾ ਬੈਠਾ ਹੋਵੇ ਤਾਂ ਹਰ ਬੰਦੇ ਨੂੰ ਗੱਲ ਯਾਦ ਆ ਜਾਂਦੀ ਹੈ ਕਿ ਮੈਂ ਮੈਨੂੰ ਚੱਕੋ। ਨਹੀਂ ਤੁਸੀਂ ਸਿੱਧਾ ਸਹੀ ਨਾ ਸਾਡੇ ਕੋਲ ਨਹੀਂ ਯਾਰ ਏਦਾਂ ਹੋ ਹੀ ਨਹੀਂ ਸਕਦਾ। ਲਾਮ ਸਾਹਿਬ ਨੂੰ ਪੁੱਛ ਲਓ ਭਲਾ ਏਦਾਂ ਹੋ ਸਕਦਾ ਬੰਦੇ ਦੀ ਵੋਟ ਚੱਲਦੀ ਹੋਵੇ ਤੇ 30 ਕਾਲਾਂ ਤੋਂ ਲੋਕ ਆ ਜਾਂਦੀਆਂ ਭਾਜੀ ਮੈਂ ਗੱਲ ਕਰਨੀ ਤੁਸੀਂ ਵੱਜੋ ਭਾਂਡੇ। ਇਹ ਤਾਂ ਹਿਸਾਬ ਹੁੰਦਾ ਇੱਥੇ। ਮੈਂ ਕਹਿਣਾ ਵਾ ਕਿ ਇਹਦੇ ਨਾਲ ਸਭ ਗੱਲ ਕਰਦੇ ਨੇ ਨਾ ਉਹ ਹਰ ਵੀ ਦੇ ਜੋ ਕੋਈ ਗੱਲ ਕਹਿ ਅਰੇ ਮਾਜੋ ਕੋਈ ਗੱਲ ਨਹੀਂ ਮੈਂ ਉਹ ਉਹਦੀ ਬਰੋਡ ਅਸੀਂ 30 ਬੰਦਿਆਂ ਨੂੰ ਰਹਿ ਉੱਥੇ ਸੈਣੀ ਸਾਹਿਬ ਕੋਲ ਜਦੋਂ ਸਵਾਲ ਤੁਸੀਂ ਮਰਜ਼ਈਆਂ ਨੂੰ ਕਰਨਾ ਨਾ ਉਹ ਸਾਨੂੰ ਪਤਾ ਲੱਗ ਇੱਕ ਤਾਂ ਬੰਦੇ ਸਮਝ ਕਰ ਜਵਾਬ ਹੈ ਬਲਾਲ ਉਹ ਬਲਾਲ ਆ ਗਿਆ ਇਹ ਕਰਦੇ ਮੈਂ ਕਿਹਾ ਸ਼ਾਬਾਸ਼ ਕਹਿੰਦੇ ਉਹ ਡੁੱਬ ਗਿਆ ਮਰ ਜਾ ਇਹ ਮੇਰਾ ਭਾਈ ਕੀ ਕਰੀਏ ਨਾ ਵੇਖੋ ਕਰਦੇ ਨੇ ਵਾਲ ਗੱਲ ਕਰਦੇ ਨੇ ਦਿਲ ਕਸ਼ ਕਰਨਾ ਪੈਂਦਾ ਕਿ ਬਲਾਲ
ਆਉਂਦੀਆਂ ਤੇ ਜਿਹੜਾ अच्छा ਚੱਲਣ ਦੇ ਉਹਨੂੰ ਨਹੀਂ ਬੁਲਾ 3 ਦਿਨ ਨੂੰ ਆਨਸਰ ਰਜ਼ਾ ਇੱਕ और आए मेरे साथ क्या है कि सब ना है ये ना हुए तो ये उन्हें उस वक्त अहमदियत तो बरात का ऐलान करा और इस्लाम रिसर्च